ਵਾਹਿਗੁਰੂ। ਅੱਜ ਆਪਾਂ 805 ਅੰਗ ਤੋਂ ਗਿਆਨ ਸ਼ੁਰੂ ਕਰ ਰਹੇ ਹਾਂ ਜੀ। ਬਿਲਾਵਲ ਰਾਗ ਦੇ ਵਿੱਚ ਪੰਜਵੀਂ ਪਾਤਸ਼ਾਹੀ ਦੇ ਸ਼ਬਦ ਔਰ ਉਹਨਾਂ ਦਾ ਜਿਹੜਾ ਹੈਗਾ ਸੀਰੀਅਲ ਵਾਈਜ਼ ਜਿਹੜਾ 15ਵਾਂ ਸ਼ਬਦ ਹੈਗਾ ਔਰ ਲੜੀ ਦਾ 10ਵਾਂ ਸ਼ਬਦ ਹੈਗਾ। 13 ਸ਼ਬਦਾਂ ਦੀ ਲੜੀ ਹੈ। ਟੌਪਿਕ ਸਬਜੈਕਟ ਮਹਾਰਾਜ ਮਿਹਰ ਕਰਨ ਇਹ ਗਿਆਨ ਜਿਹੜਾ ਹੈਗਾ ਆਪਾਂ ਨੂੰ ਦੇਣ, ਇਹੀ ਬੇਨਤੀ ਹੈ ਜੀ। ਬਿਲਾਵਲ ਮਹੱਲਾ ਪੰਜਵਾਂ। ਕਵਣ ਜਾਣੈ ਪ੍ਰਭ ਤੁਮਰੀ ਸੇਵਾ, ਪ੍ਰਭ ਅਵਨਾਸੀ ਅਲਖ ਅਭੇਵਾ। ਦੇਖੋ ਹੁਣ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਗੁਪਤ ਹੈਗਾ ਪ੍ਰਕਿਰਤੀ ਦੇ ਵਿੱਚ, ਔਰ ਉਹ ਮਾਲਕ ਪਰਮਾਤਮਾ ਹੀ ਹੈਗਾ। ਜੋ ਕੁਛ ਵੀ ਹੈਗਾ ਸਾਰਾ ਸੰਸਾਰ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਹੀ ਹੈਗਾ। ਜੋ ਵੀ ਕੁਛ ਹੈਗਾ ਉਹ ਮਾਲਕ ਦੇ ਵਿੱਚ ਹੀ ਹੈਗਾ, ਔਰ ਇਹ ਉਹਦੀ ਸ਼ਕਤੀ ਹੈਗੀ ਸਾਰੀ। ਇਹ ਪੰਜਾਂ ਤੱਤਾਂ ਦੀ ਰਚਨਾ ਉਹਦੀ ਸ਼ਕਤੀ ਹੈ ਮਾਲਕ ਪਰਮਾਤਮਾ ਦੀ। ਕਵਣ ਜਾਣੈ ਪ੍ਰਭ ਤੁਮਰੀ ਸੇਵਾ। ਅਤੇ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਜਿਹੜਾ ਦਿਸਦਾ ਹੀ ਨਹੀਂ ਹੈਗਾ, ਉਸ ਮਾਲਕ ਪਰਮਾਤਮਾ ਦੀ ਸੇਵਾ ਜਿਹੜੀ ਹੈਗੀ ਆ, ਕਹਿੰਦੇ ਕੌਣ ਜਾਣਦਾ ਹੈ। ਕਵਣ ਜਾਣੈ ਪ੍ਰਭ ਤੁਮਰੀ ਸੇਵਾ, ਵੀ ਬਹੁਤ ਹੀ ਜਿਹੜਾ ਹੈਗਾ ਉਸ ਮਾਲਕ ਪਰਮਾਤਮਾ ਦੀ ਸੇਵਾ ਜਿਹੜੀ ਹੈਗੀ ਆ ਬਹੁਤ ਔਖੀ ਹੈ। ਪਤਾ ਹੀ ਨਹੀਂ ਹੁੰਦਾ ਵੀ ਸੇਵਾ ਕੀ ਹੈ ਮਾਲਕ ਪਰਮਾਤਮਾ ਦੀ, ਕਿਉਂਕਿ ਜਿਹਦਾ ਰੂਪ ਰੇਖ ਰੰਗ ਕੁਛ ਵੀ ਨਹੀਂ ਹੈਗਾ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਪ੍ਰਭ ਅਵਨਾਸੀ ਅਲਖ ਅਭੇਵਾ, ਜਿਹੜਾ ਅਲਖ ਹੈਗਾ, ਅਵਨਾਸੀ ਹੈਗਾ, ਔਰ ਅਭੇਵ ਆਪਾਂ ਜਿਹੜੇ ਹੈਗੇ ਆ ਉਹਦਾ ਭੇਤ ਨਹੀਂ ਪਾ ਸਕਦੇ, ਉਹਦਾ ਭੇਤ ਨਹੀਂ ਜਾਣਦੇ ਵੀ ਉਹਦੀ ਸੇਵਾ ਕੀ ਹੈ ਮਾਲਕ ਪਰਮਾਤਮਾ ਦੀ। ਕਿਵੇਂ ਉਹਦੇ ਵਿੱਚ ਅਭੇਵ ਹੋਇਆ ਜਾਏ, ਕਿਵੇਂ ਉਹਦੇ ਵਿੱਚ ਜਿਹੜਾ ਹੈਗਾ ਉਹ ਮਾਲਕ ਜਿਹੜਾ ਹੈਗਾ ਨਹੀਂ ਦਿਸਦਾ, ਉਹਦੀ ਸੇਵਾ ਕਰਕੇ ਜਿਹੜਾ ਹੈਗਾ ਇਹ ਜੋ ਮਾਲਕ ਪਰਮਾਤਮਾ ਨੇ ਸੰਸਾਰ ਦੇ ਵਿੱਚ ਆਪਾਂ ਨੂੰ ਭੇਜਿਆ ਆ, ਇਹ ਚਾਂਸ ਮਿਲਿਆ ਆਪਾਂ ਨੂੰ, ਅਤੇ ਇਹ ਜਿਹੜੀ ਵਾਰੀ ਹੈਗੀ ਆ ਇਹਨੂੰ ਆਪਾਂ ਸਫਲ ਕਰ ਲਈਏ। ਉਹ ਮਾਲਕ ਪਰਮਾਤਮਾ ਦੀ ਸੇਵਾ। ਕਵਣ ਜਾਣੈ ਪ੍ਰਭ ਤੁਮਰੀ ਸੇਵਾ, ਬਹੁਤ ਬਹੁਤ ਔਖੀ ਹੈ ਮਾਲਕਾ, ਤੇਰੀ ਸੇਵਾ ਕਿਹੜਾ ਜਾਣਦਾ ਹੈ। ਪ੍ਰਭ ਅਵਨਾਸੀ ਅਲਖ ਅਭੇਵਾ, ਉਹ ਪਰਮਾਤਮਾ ਅਵਨਾਸੀ ਹੈ, ਅਲਖ ਹੈਗਾ, ਨਹੀਂ ਲਿਖਿਆ ਜਾਂਦਾ, ਅਭੇਵ ਹੈਗਾ, ਉਹਦਾ ਭੇਤ ਨਹੀਂ ਪਤਾ ਲੱਗ ਜਾਂਦਾ, ਉਹਦੇ ਵਿੱਚ ਕਿਵੇਂ ਭਿੱਜਣਾ ਹੈ। ਇਹ ਜਿਹੜਾ ਹੈਗਾ ਇਹਦੇ ਵਾਸਤੇ ਜਿਹੜਾ ਹੈਗਾ, ਜਿਹੜਾ ਰੀਅਲ ਸੀਕਰ ਹੋਏਗਾ, ਜਿਹਦੇ ਅੰਦਰ ਖਿੱਚ ਹੋਏਗੀ ਮਾਲਕ ਪਰਮਾਤਮਾ ਦੀ ਸੇਵਾ ਕਰਨ ਦੀ, ਜਿਹਦੇ ਅੰਦਰ ਇੱਛਾ ਹੋਏਗੀ, ਉਹੀ ਇਸ ਭੇਤ ਨੂੰ ਪਾਏਗਾ। ਗੁਣ ਬੇਅੰਤ ਪ੍ਰਭ ਗਹਿਰ ਗੰਭੀਰੇ, ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਕਹਿੰਦੇ ਤੇਰੇ ਗੁਣ ਬੇਅੰਤ ਹੈ ਮਾਲਕਾ, ਤੂੰ ਗਹਿਰਾ ਹੈਗਾ, ਗੰਭੀਰ ਹੈਗਾ ਆ। ਉੱਚ ਮਹਿਲ ਸੁਆਮੀ ਪ੍ਰਭ ਮੇਰੇ, ਔਰ ਤੇਰੇ ਮਹਿਲ ਬੜੇ ਉੱਚੇ ਹੈਗੇ, ਨਹੀਂ ਮੇਰੀ ਪਹੁੰਚ ਹੈਗੀ ਉੱਥੇ ਤੱਕ। ਹੇ ਮੇਰੇ ਮਾਲਕਾ, ਤੂੰ ਅਪਰੰਪਰ ਠਾਕੁਰ ਮੇਰੇ, ਤੇਰਾ ਤਾਂ ਪਾਰਾਵਾਰ ਪਰੇ ਤੋਂ ਪਰੇ ਹੈ ਤੂੰ, ਤੇਰਾ ਤਾਂ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਤੂੰ ਮੇਰਾ ਠਾਕੁਰ ਹੈ, ਸਾਰਿਆਂ ਦਾ ਠਾਕੁਰ ਹੈ। ਰਹਾਓ ਅੱਜ ਆਪਾਂ ਨੇ ਸੇਵਾ ਜਿਹੜੀ ਹੈਗੀ ਆ, ਜੇ ਸੇਵਾ ਜਿਹੜੀ ਹੈ ਆਪਾਂ ਨੂੰ ਪਤਾ ਲੱਗੇ, ਉਹ ਅਵਨਾਸੀ ਅਲਖ ਜਿਹੜਾ ਮਾਲਕ ਪਰਮਾਤਮਾ ਹੈਗਾ ਉਹਦੀ ਸੇਵਾ, ਉਹ ਭੇਵ ਜਿਹੜਾ ਹੈਗਾ ਉਹਦੀ ਸੇਵਾ ਕਿਵੇਂ ਕਰਨੀ ਹੈ, ਕੀ ਹੈ ਉਹਦੀ ਸੇਵਾ। ਬਸ ਆਹੀ ਚੀਜ਼ ਆਪਾਂ ਨੇ ਜਿਹੜਾ ਹੈਗਾ ਅੱਜ ਦੀ ਜਿਹੜੀ ਵਿਚਾਰ ਆ, ਇਸੇ ਦੇ ਦੁਆਲੇ ਇਹੀ ਸੇਵਾ ਆਪਾਂ ਨੇ ਲੱਭਣੀ ਹੈ, ਔਰ ਇਸ ਬ੍ਰਹਮ ਗਿਆਨ ਦੇ ਵਿੱਚੋਂ ਹੀ ਲੱਭਣੀ ਹੈ। ਰਹਾਓ ਏਕਸ ਬਿਨ ਨਾਹੀ ਕੋ ਦੂਜਾ, ਉਸ ਮਾਲਕ ਪਰਮਾਤਮਾ ਤੋਂ ਬਗੈਰ ਕੋਈ ਵੀ ਦੂਸਰਾ ਨਹੀਂ ਹੈਗਾ, ਕੋਈ ਦੂਸਰਾ ਹੈ ਹੀ ਨਹੀਂ ਹੈ।
कोई दूसरा ही नहीं है तो अगे कहाँ क्या गां तीसरा चौथा कित्थों शुरू हो जाऊगा भाई। एक बिन नाही को दूजा, तुम ही जानो, तुम्हें ही जानो अपनी पूजा। कहते मालका तू जानदा है तेरी किस तरह तेरे नाल पेत हो सकदा वो रस्ता वो पूजा तू जानदा है। तू देंगा तो मिलूगी, तैनू पता हैगा। तू जिहड़ा सृष्टि बनाई है सानू भेजिया आ ते तू जिहड़ा रस्ता रखिया वो तैनू पता है किहड़ा रस्ता रखिया होया। आपों कछु ना होवत भाई, अपने आप नहीं हो सकता कुछ भी प्यारियो भरावो। हे सतसंगियो, अपने आप नहीं कुछ हो सकता। ਆਪਾਂ ਆਪਣੇ ਮਨ ਦੇ ਨਾਲ ਆਪਣੀ ਮੱਤ ਦੇ ਨਾਲ ਕਿਸੇ ਦੀ ਹੋਰ ਦੀ ਮੱਤ ਦੇ ਨਾਲ ਨਹੀਂ ਪਾਈ ਨਹੀਂ ਇਹ ਇਸ ਰਸਤੇ ਤੇ ਸੇਵਾ ਨਹੀਂ ਲੈ ਸਕਦੇ। ਨਹੀਂ ਪਤਾ ਲੱਗੇਗਾ ਆਪਾਂ ਨੂੰ। ਆਪੋਂ ਕਛੂ ਨਾ ਹੋਵਤ ਭਾਈ, ਜਿਸ ਪ੍ਰਭ ਦੇਵੇ ਸੋ ਨਾਮ ਤੇ ਨਾਮ ਪਾਈ। ਜਿਹਨੂੰ ਮਾਲਕ ਦਿੰਦਾ ਹੈ ਉਹਨੂੰ ਇਹ ਸੇਵਾ ਮਿਲਦੀ ਆ, ਉਹਨੂੰ ਇਹ ਨਾਮ ਦੀ ਪ੍ਰਾਪਤੀ ਹੁੰਦੀ ਆ। ਇਹ ਸੇਵਾ ਕਰਕੇ ਫਿਰ ਨਾਮ ਦੀ ਪ੍ਰਾਪਤੀ ਹੁੰਦੀ ਹੈ, ਫਿਰ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ, ਫਿਰ ਅਮਰ ਹੋ ਜਾਂਦਾ ਹੈ। ਆਪੋਂ ਕਛੂ ਨਾ ਹੋਵਤ ਭਾਈ, ਆਪਣੇ ਆਪ ਨਹੀਂ ਕੁਛ ਹੋਏਗਾ ਭਾਈ, ਆਪਣੇ ਆਪ ਨਹੀਂ ਕਰ ਸਕਦੇ ਆਪਾਂ ਨੂੰ ਕੀ ਪਤਾ ਕਿਹੜੀ ਸੇਵਾ ਹੈ। ਮਾਲਕ ਪਰਮਾਤਮਾ ਨੇ ਕਿਹੜਾ ਰਾਹ ਰੱਖਿਆ, ਕਿੱਥੇ ਰਾਹ ਰੱਖਿਆ ਹੈ। ਕਹੋ ਨਾਨਕ ਜੋ ਜਨ ਪ੍ਰਭ ਪਾਇਆ, ਗੁਣ ਨਿਧਾਨ ਪ੍ਰਭ ਤਿਨ ਹੀ ਪਾਇਆ। ਆਹ ਸੇਵਾ ਕਹਿੰਦੇ ਸੇਵਾ ਉਹਨੂੰ ਮਿਲਦੀ ਹੈ ਜਿਨ ਜੋ ਜਨ ਪ੍ਰਭ ਪਾਇਆ। ਜਿਹੜਾ ਜਨ ਜਿਹੜਾ ਹੈਗਾ ਪਰਮਾਤਮਾ ਨੂੰ ਜਿਹੜਾ ਹੈਗਾ ਪਾ ਜਾਏ। ਔਰ ਪਰਮਾਤਮਾ ਨੂੰ ਕਿਵੇਂ ਪਾਉਂਦਾ ਹੈ? ਪਰਮਾਤਮਾ ਨੂੰ ਉਹ ਪਾਉਂਦਾ ਹੈ ਜਿਹੜਾ ਰੀਅਲ ਸੀਕਰ ਹੈਗਾ, ਜਿਹੜਾ ਮਾਲਕ ਵੱਲ ਨੂੰ, ਜਿਹੜਾ ਜਿਹਦਾ ਪਿਆਰ ਮਾਲਕ ਦੇ ਵੱਲ ਨੂੰ ਜਾਣਾ ਚਾਹੁੰਦਾ ਹੈ। ਇਹ ਦੋ ਜਿਹੜੇ ਰਸਤੇ ਹੈਗੇ, ਦੋਨਾਂ ਦੇ ਵਿੱਚੋਂ ਜਿਹੜਾ ਲਿਵ ਵਾਲਾ ਰਸਤਾ, ਮਾਲਕ ਵਾਲਾ ਰਸਤਾ, ਇਸ ਸੇਵਾ ਚਾਹੁੰਦਾ ਹੈ, ਇਸ ਰਸਤੇ 'ਤੇ ਤੁਰਨਾ ਚਾਹੁੰਦਾ ਹੈ, ਉਹ ਮਾਲਕ ਨੂੰ ਪਾਉਂਦਾ ਹੈ। ਕਹੋ ਨਾਨਕ ਜੋ ਜਨ ਪ੍ਰਭ ਪਾਇਆ, ਗੁਣ ਨਿਧਾਨ ਪ੍ਰਭ ਤਿਨ ਹੀ ਪਾਇਆ। ਉਹਨੂੰ ਮਿਲਦੀ ਹੈ ਸੇਵਾ, ਫਿਰ ਉਹ ਗੁਣਾਂ ਦਾ ਖਜ਼ਾਨਾ ਮਾਲਕ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ ਉਸ ਸੇਵਾ ਦੇ ਨਾਲ। ਫਿਰ ਉਹ ਪ੍ਰਕਿਰਤੀ ਦੀ ਕੈਦ 'ਚੋਂ ਬਾਹਰ ਹੋ ਜਾਂਦਾ ਹੈ। ਜੋ ਮਾਲਕ ਹੈਗਾ ਉਹਦੇ ਵਿੱਚ ਉਹਦੇ ਵਰਗਾ ਹੋ ਜਾਂਦਾ ਹੈ। ਆਹ ਸੇਵਾ ਜਿਹੜੀ ਹੈਗੀ ਹੁਣ ਆਪਾਂ ਇਹ ਅੱਜ ਇਹ ਜਿਹੜਾ ਹੈਗਾ ਲੜੀਵਾਰ ਜਿਹੜੀ ਆਪਣਾ ਵਿਚਾਰ ਚੱਲ ਰਹੀ ਗੁਰਬਾਣੀ ਦੀ, ਉਹ ਜੇ ਸਮਾਂ ਮਿਲੇਗਾ ਤਾਂ ਆਪਾਂ ਅਗਲਾ ਸ਼ਬਦ ਲਵਾਂਗੇ, ਨਹੀਂ ਤਾਂ ਆਪਾਂ ਉਹ ਸੇਵਾ ਜਿਹੜੀ ਹੈਗੀ ਆ ਉਹ ਜਿਹੜੀ ਸਿੱਧਾਂ ਦੇ ਨਾਲ ਸਿੱਧ ਗੋਸ਼ਟ ਹੋਈ ਆ ਪਹਿਲੀ ਪਾਤਸ਼ਾਹੀ ਦੀ, ਉਹ ਸਿੱਧ ਗੋਸ਼ਟ ਲਵਾਂਗੇ ਆਪਾਂ ਉੱਥੋਂ। 48ਵਾਂ ਜਿਹੜਾ ਹੈਗਾ ਉਹਦਾ ਬੰਦ ਲੈਣਾ ਹੈ ਆਪਾਂ ਨੇ। ਕਵਨ ਮੁਖ ਚੰਦ ਹਿਵੈ ਘਰ ਛਾਇਆ। ਇਹ ਪਲੀਜ਼ ਕੱਢ ਲਓ, ਆਪਾਂ ਸਮਾਂ ਥੋੜ੍ਹਾ ਜਿਹਾ ਦੇ ਦਿੰਦੇ। ਕਵਨ ਮੁਖ ਚੰਦ ਹਿਵੈ ਘਰ ਛਾਇਆ, 48 ਨੰਬਰ। ਔਰ ਅੰਗ ਜਿਹੜਾ ਹੈਗਾ ਇਹ 943 943। ਜਿਨ੍ਹਾਂ ਨੇ ਅੰਗ ਤੋਂ ਕੱਢਣਾ ਹੈ 943 ਪਾ ਲਓ, ਜਿਨ੍ਹਾਂ ਨੇ ਵੈਸੇ ਕੱਢਣਾ ਹੈ ਉਹ ਜਿਹੜੇ ਹੈਗੇ ਅੱਖਰ ਤੋਂ ਕੱਢਣਾ ਹੈ। ਅਤੇ ਕਵਨ ਮੁਖ ਚੰਦ ਹਿਵੈ ਘਰ ਛਾਇਆ। ਨਵੇਂ ਆਏ ਆ ਜਿਹੜੇ ਹੈਗੇ ਸਤਸੰਗੀ ਗਣ ਜਿਹੜੇ, ਉਹਨਾਂ ਦੇ ਵਾਸਤੇ ਦੱਸਦੀ ਹੈ ਵੀ ਅਸੀਂ ਜਿਹੜੇ ਹੈਗੇ ਸੇਵਾ ਜਿਹੜੀ ਹੈਗੀ ਮਾਲਕ ਦੀ ਕਿਹੜੀ ਸੇਵਾ ਹੈਗੀ ਆ, ਉਹ ਸੇਵਾ ਲੱਭਣ ਲੱਗੇ ਹਾਂ ਜੀ। ਆ ਜਾਓ ਪਿਆਰਿਓ। 943 ਅੰਗ ਦੇ ਉੱਤੇ ਅਸੀਂ ਸਿੱਧ ਗੋਸ਼ਟ ਉਹਦੇ ਜਿਹੜੇ ਹੈਗੇ 48ਵਾਂ ਅੰਗ ਤੋਂ ਸ਼ੁਰੂ ਕਰਾਂਗੇ ਅਸੀਂ। 943 ਸਿੱਧ ਗੋਸ਼ਟ। ਕਵਨ ਮੁਖ ਚੰਦ ਹਿਵੈ ਘਰ ਛਾਇਆ। ਸਿੱਧ ਜਿਹੜੇ ਕੁਐਸਚਨ ਕਰ ਰਹੇ ਗੁਰੂ ਨਾਨਕ ਸਾਹਿਬ ਨੂੰ, ਜਿਹੜੇ ਸਿੱਧ ਜਿਹੜੇ ਖੁੰਡ ਸੀਗੇ, ਕਿੰਨੇ ਸਾਲ ਹੋ ਗਏ ਸੀ ਉਹਨਾਂ ਨੂੰ, ਜਿਹੜਾ ਹੈਗਾ ਕਿੰਨੀਆਂ ਸਿੱਧੀਆਂ ਪ੍ਰਾਪਤ ਕਰ ਲਈਆਂ ਸੀਗੀਆਂ, ਪਰ ਉਹ ਮੁਕਤ ਨਹੀਂ ਹੋ ਰਹੇ ਸੀ। ਉਹ ਸੇਵਾ ਨਹੀਂ ਪਤਾ ਸੀਗੀ ਕਿਹੜੀ ਸੇਵਾ ਆ,
ਕਿਵੇਂ ਮੁਕਤ ਹੋਣਾ ਹੈ। ਉਹਦੇ ਵਾਸਤੇ ਜਿਹੜੇ ਇੱਕ ਸਿੱਧ ਜਿਹੜੇ ਹੈਗੇ ਉਹ ਕੁਐਸਚਨ ਕਰ ਰਹੇ ਗੁਰੂ ਨਾਨਕ ਸਾਹਿਬ ਨੂੰ। ਕਵਨ ਮੁਖ ਮੁਖ ਚੰਦ ਹਿਵੈ ਕਰ ਛਾਇਆ। ਮੁਖ ਦਾ ਮਤਲਬ ਤਰੀਕਾ, ਕਿਹੜੇ ਤਰੀਕੇ ਦੇ ਨਾਲ। ਕਵਨ ਮੁਖ ਮੁਖੀਆ ਕਹਿੰਦੇ ਆ ਕਵਨ ਮੁਖ ਕਿਹੜਾ ਹੈ ਬਈ ਮੇਨ ਚੀਜ਼, ਮੇਨ ਸੋਰਸ, ਮੇਨ ਤਰੀਕਾ। ਮੁਖ ਦਾ ਮਤਲਬ ਮੂੰਹ ਵੀ ਹੁੰਦਾ ਹੈ। ਕਵਨ ਮੁਖ ਚੰਦ ਹਿਵੈ ਕਰ ਛਾਇਆ, ਕਹਿੰਦੇ ਚੰਦ, ਠੰਡਕ, ਸ਼ਾਂਤੀ। ਹਿਵੈ ਕਹਿੰਦੇ ਬਰਫ, ਕਹਿੰਦੇ ਇੰਨੀ ਠੰਡਕ ਆ ਜਾਏ ਅੰਦਰ, ਹਿਰਦੇ 'ਚ ਠੰਡਕ ਹੋ ਜਾਏ। ਕਿਹੜਾ ਤਰੀਕਾ ਹੈਗਾ ਉਹਦਾ। ਕਵਨ ਮੁਖ ਸੂਰਜ ਤਪੇ ਤਪਾਇਆ, ਕਿਸ ਤਰੀਕੇ ਦੇ ਨਾਲ ਮੇਰੇ ਅੰਦਰ ਜਿਹੜਾ ਹੈਗਾ, ਮੇਰੇ ਅੰਦਰ ਅਗਿਆਨਤਾ ਦੂਰ ਹੋ ਜਾਏ ਔਰ ਸੂਰਜ ਜਿਹੜਾ ਹੈਗਾ ਅਗਿਆਨਤਾ ਦਾ ਹਨੇਰਾ ਜਾਏ ਔਰ ਸੂਰਜ ਆ ਜਾਏ, ਗਿਆਨ ਦਾ ਸੂਰਜ ਤਪ ਜਾਏ ਮੇਰੇ ਅੰਦਰ। ਕਵਨ ਮੁਖ ਕਾਲ ਜੋਹਤ ਨਿਤ ਰਹਿ, ਕਹਿੰਦੇ ਕਿਹੜਾ ਤਰੀਕਾ ਹੈਗਾ ਭਾਈ ਜਿਹਦੇ ਨਾਲ ਮੈਨੂੰ ਹਰ ਵਾਰੀ ਜਿਹੜਾ ਹੈਗਾ ਮੈਂ ਇਸੇ ਚੱਕਰ ਦੇ ਵਿੱਚ, ਇਹ ਸੰਸਾਰ ਦੇ ਵਿੱਚ ਜਿਹੜਾ ਹੈਗਾ, ਇਹ ਪ੍ਰਕਿਰਤੀ ਦੇ ਵਿੱਚ ਜਿਹੜਾ ਹੈਗਾ, ਇਹ ਜਨਮ ਮਰਨ ਦੇ ਗੇੜੇ ਦੇ ਵਿੱਚ ਬਾਰ-ਬਾਰ ਜਿਹੜਾ ਹੈਗਾ ਮੈਨੂੰ ਆ ਕੇ ਕਾਲ ਫੜ ਲੈਂਦਾ ਹੈ ਔਰ ਮੈਂ ਨਿਕਲ ਹੀ ਨਹੀਂ ਪਾ ਰਿਹਾ ਇਹਦੇ 'ਚੋਂ, ਪ੍ਰਕਿਰਤੀ 'ਚੋਂ। ਉਹ ਕਿਹੜਾ ਤਰੀਕਾ ਹੈ ਜਿਹਦੇ ਨਾਲ ਕੀ ਇਹ ਜਿਹੜਾ ਹੈਗਾ ਮੈਂ ਇਸ 'ਚੋਂ ਨਿਕਲ ਜਾਵਾਂ। ਕਵਨ ਬੁੱਧ ਗੁਰਮੁਖੇ ਪੱਤਰ ਹੈ, ਉਹ ਕਿਹੜੀ ਬੁੱਧੀ ਹੈ, ਉਹ ਕਿਹੜੀ ਵਿਵੇਕ ਬੁੱਧੀ ਹੈ, ਕਿਹੜੀ ਗੁਰੂ ਦੀ ਬੁੱਧੀ ਹੈਗੀ, ਗੁਰੂ ਦੇ ਮੁਖ ਤੋਂ ਆਈ ਹੋਈ ਬੁੱਧੀ। ਜਿਨ੍ਹਾਂ ਨੂੰ ਇਹ ਤਰੀਕਾ ਪਤਾ ਆ, ਜਿਨ੍ਹਾਂ ਨੂੰ ਇਹ ਸੇਵਾ ਪਤਾ ਆ, ਜਿਹਦੇ ਨਾਲ ਕਿ ਮੇਰੀ ਲੋਕ ਪਰਲੋਕ 'ਚ ਪੱਤ ਰਹੇ, ਉਹ ਕਿਹੜੀ ਬੁੱਧੀ ਹੈਗੀ, ਵਿਵੇਕ ਬੁੱਧੀ। ਕਵਨ ਜੋਧ ਜੋ ਕਾਲ ਸੰਘਾਰ ਹੈ, ਉਹ ਕਿਹੇ ਜਿਹੇ ਜੋਧੇ ਸੂਰਮੇ ਜਿਹੜੇ ਕਾਲ ਨੂੰ ਵੀ ਮਾਰ ਦਿੰਦੇ ਆ, ਇਹਨੂੰ ਜਿੱਤ ਲੈਂਦੇ ਆ ਕਾਲ ਨੂੰ। ਬੋਲੇ ਬਾਣੀ ਨਾਨਕ ਵਿਚਾਰ ਹੈ। ਹੁਣ ਇੱਥੇ ਪੋਇਟਰੀ ਹੈਗੀ ਆ, ਉਹ ਕਹਿੰਦੇ ਬੋਲੇ ਨਾਨਕ ਬਾਣੀ ਵਿਚਾਰ ਹੈ, ਸਾਨੂੰ ਦੇ ਨਾਨਕ ਬਾਣੀ ਦਾ ਵਿਚਾਰ ਦੇ ਸਾਨੂੰ। ਗੁਰੂ ਨਾਨਕ ਸਾਹਿਬ ਨੇ ਇਹ ਗੁਰੂ ਨਾਨਕ ਸਾਹਿਬ ਨੇ ਆਪ ਆਪਣੀ ਕਲਮ ਨਾਲ ਲਿਖਿਆ। ਕਹਿੰਦੇ ਸਿੱਧਾ ਨੇ ਆਪ ਪੁੱਛਿਆ ਮੈਨੂੰ, ਬੋਲੇ ਨਾਨਕ ਬਾਣੀ ਵਿਚਾਰੇ, ਵੀ ਬਾਣੀ ਦੀ ਵਿਚਾਰ ਤੇ ਸਾਨੂੰ ਦੱਸ, ਉਹ ਬਾਣੀ ਕੀ ਹੈ। ਉਹ ਬੋਲੇ ਬਾਣੀ ਨਾਨਕ ਵਿਚਾਰ ਹੈ। ਸਿੱਧ ਲੋਕ ਵੀ ਉਹੀ ਚੀਜ਼ ਚਾਹੁੰਦੇ ਆ, ਜਿਹੜੀ ਚੀਜ਼ ਜਿਹੜੇ ਹੈਗੇ ਮਹਾਰਾਜ ਕਹਿੰਦੇ ਆ, ਉਹ ਜਿਹੜਾ ਹੈਗਾ ਸੇਵਾ, ਉਹੀ ਸਿੱਧ ਚਾਹੁੰਦੇ ਆ ਸੇਵਾ। ਹੁਣ ਆ ਜਵਾਬ ਆ ਰਿਹਾ ਹੈ, ਸ਼ਬਦ ਭਾਖਤ ਸਸ ਜੋਤ ਅਪਾਰਾ। ਕਹਿੰਦੇ ਸ਼ਬਦ ਦੀ ਖੁਰਾਕ ਲੈਣੀ ਪਊਗੀ। ਭਾਖਣ ਦਾ ਮਤਲਬ ਬੋਲਣਾ ਵੀ ਹੁੰਦਾ, ਭਾਖਣ ਦਾ ਮਤਲਬ ਖਾਣਾ ਵੀ ਹੁੰਦਾ। ਸ਼ਬਦ ਭਾਖਤ ਸਸ ਜੋਤ ਅਪਾਰਾ, ਕਹਿੰਦੇ ਅਪਾਰ ਠੰਡਕ ਆ ਜਾਏਗੀ ਤੇਰੇ ਅੰਦਰ। ਸਸ ਕਰੇ ਸੂਰ ਵਸੈ ਮਿਟੇ ਅੰਧਿਆਰਾ, ਔਰ ਇਹ ਠੰਡਕ ਦੇ ਵਿੱਚ ਹੀ ਸੂਰਜ ਵੀ ਚੜ ਜਾਏਗਾ ਗਿਆਨ ਦਾ। ਉਹ ਸੂਰਜ ਜਿਹੜਾ ਹੈਗਾ ਉਹਦੇ ਨਾਲ ਤੇਰੀ ਸਾਰੀ ਅਗਿਆਨਤਾ ਦਾ ਹਨੇਰਾ ਮਿਟ ਜਾਏਗਾ। ਇਹ ਸ਼ਬਦ ਭਾਖਣਾ ਪੈਣਾ, ਸ਼ਬਦ ਖਾਣਾ ਪੈਣਾ ਹੈ ਭਾਈ। ਸੁਖ ਦੁੱਖ ਸਮ ਕਰ ਨਾਮ ਆਧਾਰਾ, ਸੁੱਖ ਔਰ ਦੁੱਖ ਸਮ ਕਰਕੇ ਨਾਮ ਦਾ ਆਧਾਰ ਲੈਣਾ ਪਊਗਾ, ਉਹ ਸ਼ਬਦ ਦਾ ਆਧਾਰ ਲੈਣਾ ਪਊਗਾ। ਇਹ ਸਾਰਾ ਖੁੱਲੂਗਾ। ਹੁਣ ਇਹ ਸ਼ਬਦ ਕੀ ਹੈ, ਨਾਮ ਕੀ ਹੈਗਾ। ਆਪੇ ਪਾਰ ਉਤਾਰਨ ਹਾਰਾ, ਆਪੇ ਉਹ ਮਾਲਕ ਪਰਮਾਤਮਾ ਇਸ ਤਰੀਕੇ ਦੇ ਨਾਲ ਪਾਰ ਕਰ ਦਿੰਦਾ ਹੈ। ਆਇਆ ਤਰੀਕਾ ਭਾਈ ਸੰਸਾਰ ਸਮੁੰਦਰ ਤੋਂ ਤਰਨ ਦਾ, ਆਇਆ ਸੇਵਾ। ਸਮਝ ਤਾਂ ਆਇਆ ਨਹੀਂ ਮਹਾਰਾਜ। ਗੁਰ ਪਰਚੈ ਮਨ ਸਾਚ ਸਮਾਏ, ਕਹਿੰਦੇ ਜੇ ਗੁਰੂ ਦੇ ਨਾਲ ਪਰਚ ਜਾਏਗਾ, ਇਹ ਸੇਵਾ ਕਰਨ ਲੱਗ ਜਾਏਗਾ ਤੇ ਮਨ ਤੇਰਾ ਸੱਚ ਦੇ ਵਿੱਚ ਸਮਾ ਜਾਏਗਾ। ਪਣਵਤ ਨਾਨਕ ਕਾਲ ਨਾ ਖਾਏ, ਉਹਨਾਂ ਦਾ ਸਿੱਧਾਂ ਦਾ ਸਵਾਲ ਸੀਗਾ। ਕਵਨ ਮੁਖ ਕਾਲ ਜੋਹਤ ਰਹੇ, ਵੀ ਕਾਲ ਨਹੀਂ ਖਾਏ ਮੈਨੂੰ। ਪਣਵਤ ਨਾਨਕ ਕਾਲ ਨਾ ਖਾਏ। ਮਹਾਰਾਜ ਕਹਿੰਦੇ ਵੀ ਆਹ ਬੇਨਤੀ ਭਾਈ, ਇਸ ਤਰੀਕੇ ਦੇ ਨਾਲ ਆਹ ਸੇਵਾ ਕਰੋਗੇ ਤੁਸੀਂ, ਸ਼ਬਦ ਦੀ ਤਾਂ ਭੋਜਨ ਕਰੋਗੇ, ਤਾਂ ਜਿਹੜਾ ਹੈਗਾ ਔਰ
ਦੁੱਖ ਸੁੱਖ ਸਮ ਕਰਕੇ ਕਰੋਗੇ ਤਾਂ ਜਿਹੜਾ ਹੈਗਾ ਇਹ ਕਾਲ ਵੀ ਤੁਹਾਨੂੰ ਨਹੀਂ ਖਾਏਗਾ। ਨਾਮ ਤਤ ਸਭ ਹੀ ਸਿਰ ਜਾਪੈ। ਕਹਿੰਦੇ ਇਹੀ ਸੇਵਾ ਨਾਮ ਤੱਤ ਆ, ਤੱਤ ਵਸਤੂ ਨਾਮ ਆ। ਇਹਦੀ ਸੇਵਾ, ਇਹੀ ਸੇਵਾ ਜਿਹੜੀ ਆ ਸਾਰਿਆਂ ਦੇ ਉੱਪਰ ਹੈਗੀ ਆ। ਸਭ ਹੀ ਸਿਰੇ ਜਾਪੇ, ਸਭ ਤੋਂ ਉੱਪਰ ਹੈਗੀ ਭਾਈ, ਸਭ ਤੋਂ ਉੱਪਰ। ਇਸ ਤੋਂ ਉੱਪਰ ਕੁਛ ਨਹੀਂ ਹੈਗਾ, ਹੋਰ ਕੋਈ ਤਰੀਕਾ ਨਹੀਂ ਹੈਗਾ। ਨਾਮ ਤੱਤ ਸਭ ਹੀ ਸਿਰੇ ਜਾਪੇ, ਬਿਨ ਨਾਮ ਹੈ ਦੁੱਖ ਕਾਲ ਸੰਤਾਪੈ। ਨਾਮ ਤੋਂ ਬਗੈਰ ਦੁੱਖ ਹੀ ਰਹੇਗਾ ਔਰ ਕਾਲ ਤੈਨੂੰ ਸਤਾਈ ਜਾਊਗਾ। ਜਨਮ ਮਰਨ ਦਾ ਜਿਹੜਾ ਸਿਲਸਿਲਾ ਇਸੇ ਤਰ੍ਹਾਂ ਸਿਲਸਿਲੇਵਾਰ ਚੱਲਦਾ ਰਹੂਗਾ। ਤੱਤੋ ਤੱਤ ਮਿਲੈ ਮਨ ਮਾਨੈ। ਤੱਤੋ ਤੱਤ ਸਾਰ ਤੱਤ ਜੇ ਮਿਲ ਜਾਏ ਤੇ ਮਨ ਮੰਨ ਜਾਏਗਾ ਭਾਈ। ਇਸ ਤਰੀਕੇ ਦੇ ਨਾਲ ਆਹ ਸੇਵਾ ਕਰਾਂਗੇ ਤੇ ਜਿੱਥੋਂ ਉਪਜੀ ਨਿਕਲਿਆ ਆ ਉਹ ਉਸ ਮਾਲਕ ਪਰਮਾਤਮਾ ਦੇ ਵਿੱਚ ਸਮਾਏਗਾ। ਤਾਂ ਮਨ ਮੰਨੂਗਾ ਸੇਵਾ ਦੇ ਨਾਲ, ਹੋਰ ਮਨ ਪਤੰਦਰ ਨਹੀਂ ਮੰਨੇਗਾ ਕਿਸੇ ਹੋਰ ਤਰੀਕੇ ਦੇ ਨਾਲ। ਦੂਜਾ ਜਾਏ ਇਕਤ ਘਰ ਆਣਾ। ਇਸ ਤਰ੍ਹਾਂ ਜਿਹੜੀ ਮਾਇਆ ਹੈਗੀ ਇਹਦੀ ਖਿੱਚ ਜਿਹੜੀ ਡੁਆਲਿਟੀ ਦੀ ਜਾਂਦੀ ਆ ਔਰ ਇੱਕ ਮਾਲਕ ਪਰਮਾਤਮਾ ਦੇ ਨਾਲ ਇੱਕ ਘਰ ਦੇ ਵਿੱਚ ਆ ਜਾਂਦਾ ਹੈ, ਇੱਕ ਹੋ ਜਾਂਦਾ ਹੈ ਮਾਲਕ ਪਰਮਾਤਮਾ ਦੇ ਨਾਲ। ਬੋਲੇ ਪਵਨਾ ਗਗਨ ਗਰਜੈ। ਆਹ ਪ੍ਰਾਣ ਸ਼ਕਤੀ ਜਿਹੜੀ ਹੈਗੀ ਹੈ ਪਵਨ, ਜਦ ਮਿਲਾਪ ਹੁੰਦਾ ਹੈ ਗਗਨ ਮੰਡਲ, ਗਗਨ ਗਰਜਣ ਲੱਗ ਜਾਂਦਾ ਹੈ ਭਾਈ। ਬਾਜੇ ਸ਼ਬਦ ਕਨੇਰੇ, ਬੋਲੇ ਪਵਨਾ ਸ਼ਬਦ ਗਰਜੈ। ਬੋਲੇ ਪਵਨਾ ਗਗਨ ਗਰਜੈ। ਨਾਨਕ ਨਿਹਚਲ ਮਿਲਣ ਸਹਿਜੇ। ਨਿਹਚਲ ਹੋ ਜਾਂਦਾ ਇਨਸਾਨ, ਵਿਚਾਰ ਮੰਡਲ ਕਰਾਸ ਸਾਰੇ ਨਿਹਚਲ ਹੋ ਗਿਆ, ਚੌਥੇ ਪਾਸ ਸੁੰਨ ਦੇ ਵਿੱਚ ਆ ਗਿਆ। ਮਿਲਣ ਸਹਿਜੇ, ਸਹਿਜ ਦੇ ਨਾਲ ਮਿਲਾਪ ਹੋ ਜਾਂਦਾ ਹੈ ਮਾਲਕ ਪਰਮਾਤਮਾ ਦੇ ਨਾਲ। ਪਰ ਹਾਲੇ ਸੇਵਾ ਨਹੀਂ ਪਤਾ ਲੱਗੀ। ਅਗਲਾ ਲਈਏ, ਅੰਤਰ ਸੁੰਨੰ ਬਾਹਰ ਸੁੰਨੰ ਤਿਰ ਭਵਨ ਸੁੰਨਮ ਸੁੰਨੰ। ਇਹ ਸੁੰਨਮ ਸੁੰਨਮ ਵੀ ਕਹਿ ਸਕਦੇ ਹਾਂ ਆਪਾਂ ਭਾਈ। ਸੁੰਨਮ ਸੁੰਨਮ, ਮੰਮਾ ਇੱਧਰ ਲਾ ਦੋ, ਸੁੰਨਮ ਸੁੰਨਮ। ਇਹ ਤਾਂ ਬਾਣੀ ਜਿਹੜੀ ਹੈਗੀ ਲੜੀਵਾਰ ਆ, ਇਹਦੀ ਕੋਈ ਜ਼ਰੂਰੀ ਨਹੀਂ ਹੈ ਕਿ ਵੀ ਉਹ ਜਿਹੜੀ ਕਿਸੇ ਨੇ ਜਿਹੜਾ ਹੈਗਾ ਇਹਨੂੰ ਇਸ ਤਰ੍ਹਾਂ ਜਿਹੜੀ ਹੈਗੀ ਪਾਰਟਸ ਕਰਕੇ ਇਹ ਜਿਹੜਾ ਹੈਗਾ ਪਦ ਛੇਦ ਕਰਕੇ ਜਿਹੜਾ ਹੈਗਾ ਇਹ ਸਹੀ ਹੈਗਾ। ਇਹ ਤਾਂ ਅਭਿਆਸੀ ਦੇ ਉੱਤੇ ਡਿਪੈਂਡ ਕਰਦਾ, ਜਿੰਨੀ ਕੁ ਮਹਾਰਾਜ ਜਿਹੜਾ ਹੈਗਾ ਮਾਲਕ ਜਿਹੜਾ ਹੈਗਾ ਸੋਝੀ ਦਿੰਦਾ ਉਸ ਹਿਸਾਬ ਨਾਲ ਅੱਖਰ ਜਿਹੜੇ ਹੈਗੇ। ਇਸ ਕਰਕੇ ਲੜੀਵਾਰ ਰੱਖੀ ਹੈ ਮਹਾਰਾਜ ਨੇ ਬਾਣੀ। ਅੰਤਰ ਸੁੰਨੰ ਬਾਹਰ ਸੁੰਨੰ ਤਿਰ ਭਵਨ ਸੁੰਨਮ ਸੁੰਨਮ। ਹਾਂ ਦੇਖ ਲਓ ਭਾਈ, ਹੁਣ ਅਸੀਂ 9:43 ਤੇ ਉੱਤੇ ਹੈਗੇ ਹਾਂ। ਬੇਬੀ ਤੂੰ ਅੱਜ ਤੁਸੀਂ ਲੇਟ ਹੋ ਗਏ ਹੋ। ਬਹੁਤ ਬਹੁਤ ਕਮਾਲ ਦਾ ਗਿਆਨ ਹੈ ਅੱਜ ਦਾ। 9:43 ਹਾਂਜੀ, ਅਸੀਂ 51 ਜਿਹੜਾ ਹੈਗਾ ਸਿੱਧ ਗੋਸ਼ਟ ਲੈ ਰਹੇ ਹਾਂ ਔਰ ਸੇਵਾ ਲੱਭ ਰਹੇ ਹਾਂ। ਕਿਹੜੀ ਸੇਵਾ ਹੈ, ਕਿਵੇਂ ਮਾਲਕ ਪਰਮਾਤਮਾ ਦੇ ਨਾਲ ਜਿਹੜਾ ਆ ਭੇਦ ਹੋਣਾ ਹੈ। ਅੰਤਰ ਸੁੰਨੰ ਬਾਹਰ ਸੁੰਨੰ ਤਿਰ ਭਵਨ ਸੁੰਨਮ ਸੁੰਨੰ। ਕਹਿੰਦੇ ਤੇਰੇ ਅੰਦਰ ਸੁੰਨ ਹੈਗੀ, ਸੁੰਨ ਬਾਹਰ ਵੀ ਸੁੰਨ ਹੈਗੀ ਆ। ਤਿਰ ਭਵਨ ਧਰਤ ਪਤਾਲ ਆਕਾਸ਼ ਸੁੰਨਮ ਸੁੰਨਮ ਹੈਗਾ। ਉਹ ਪੂਰਾ ਸੁੰਨਮ ਸੁੰਨਮ ਕਹਿ ਲਓ ਜੋ ਵੀ। ਕਹਿੰਦੇ ਚਾਰੋਂ ਪਾਸੇ ਉਸ ਤੋਂ ਇਲਾਵਾ ਨਹੀਂ ਹੈ ਕੁਛ ਵੀ। ਇਹ ਸਾਰਾ ਆਕਾਰ, ਇਹ ਰਚਨਾ, ਇਹ ਪਦਾਰਥ ਜੋ ਵੀ ਹੈਗੇ ਇਹ ਸਾਰੀ ਮਾਲਕ ਪਰਮਾਤਮਾ ਦੀ ਖੇਡ ਹੈ। ਉਹ ਮਾਲਕ ਪਰਮਾਤਮਾ ਸੁੰਨ ਹੈਗਾ, ਸੁੰਨ। ਜਿਨ੍ਹਾਂ ਦੇ ਅੰਦਰ ਸ਼ਬਦ ਪ੍ਰਗਟ ਹੁੰਦੇ, ਕਹਿੰਦੇ ਜੀ ਆਹ ਕੀ ਚਿੜੀਆਂ ਜੀਆਂ ਬੋਲਦੀਆਂ, ਆਹ ਕੀ ਘੁੰਗਰੂ ਜੇ ਛਣਕਦੇ ਆ, ਮੈਂ ਵਾਹਿਗੁਰੂ ਵਾਹਿਗੁਰੂ ਕਰੀ ਜਾਵਾਂ, ਮੈਂ ਇਸ ਤਰ੍ਹਾਂ ਕਰਾਂ। ਆਹ ਦੇਖੋ ਕੀ ਕਹਿ ਰਹੀ ਹੈ ਬਾਣੀ ਭਾਈ। ਆਹ ਤਾਂ ਭਾਗ ਬਹੁਤ ਉੱਚੇ ਭਾਗ ਆ ਜਿਹੜੇ ਤੁਹਾਡੇ ਅੰਦਰ ਜਿਹੜੇ ਇਹ ਸ਼ਬਦ ਚੱਲ ਪਏ ਆ ਸੁਣਨ ਦੇ। ਇਹ ਤਾਂ ਮਾਲਕ ਪਰਮਾਤਮਾ ਹੈਗਾ ਭਾਈ। ਅੰਤਰ ਸੁੰਨੰ ਬਾਹਰ ਸੁੰਨੰ ਤਿਰ ਭਵਨ ਸੁੰਨਮ ਸੁੰਨੰ। ਚੌਥੇ ਸੁਣਨੇ ਜੋ ਨਰ ਜਾਣੇ ਤਾ ਕੋ ਪਾਪ ਨਾ ਪੁੰਨੰ। ਜਿਹੜਾ ਇਨਸਾਨ ਆਇਆ ਚੌਥਾ ਸੁਣ, ਚੌਥੇ ਪਦ ਦੇ ਵਿੱਚ ਇੱਥੇ ਜਾਣਾ ਹੈ, ਸੁਣਨ ਦੇ ਵਿੱਚ ਜਾਣਾ ਹੈ। ਬਸ
ਕੁਛ ਵੀ ਨਹੀਂ ਹੈਗਾ, ਕੁਛ ਨਹੀਂ ਹੈਗਾ, ਬਸ ਇਹ ਸੰਸਾਰ ਸਾਰਾ ਫਾਲਸ, ਆਕਾਰ ਆਪਣਾ, ਮੈਂ, ਸਭ ਕੁਛ ਫਾਲਸ, ਸਿਰਫ ਸੁਣਨਾ ਹੈਗੇ ਆਪਾਂ। ਵੀਰ ਜੀ ਹਾਂਜੀ ਚੌਥਾ ਪਦ ਮਤਲਬ ਅੰਤਰ, ਬਾਹਰ, ਤ੍ਰਿਭਵਨ, ਇਹ ਤਿੰਨ, ਤੇ ਚੌਥੇ ਪਦ ਕੋਈ ਇਸ ਤੋਂ ਇਲਾਵਾ ਹੈ ਨਾ? ਚੌਥੇ ਪਦ ਦਾ ਮਤਲਬ ਹੈ ਜਿਹਦੇ ਅੰਦਰ ਜਿਹੜਾ ਹੈਗਾ ਇਹ ਜਿਹੜਾ ਹੈਗਾ ਸੁਣ, ਇਹ ਜਿਹੜਾ ਹੈਗਾ ਪ੍ਰਕਿਰਤੀ ਜਿਹੜੀ ਹੈਗੀ, ਜੋ ਆਕਾਰ ਜਿਹੜਾ ਦੂਜਾ ਤੀਜਾ ਹੈਗਾ, ਇਸ ਤੋਂ ਉੱਪਰ ਉੱਠ ਗਿਆ। ਇਹ ਤਿੰਨ ਗੁਣੀ ਮਾਇਆ, ਜੋ ਬ੍ਰਹਮੰਡ ਦੇ ਸੋਈ ਪਿੰਡੇ, ਹਾਂ, ਜੋ ਬ੍ਰਹਮੰਡ ਦੇ ਸੋਈ ਪਿੰਡੇ ਵਾਲੀ ਸਿਚੁਏਸ਼ਨ ਆ ਗਈ। ਹਾਂਜੀ ਹਾਂਜੀ, ਚੌਥਾ ਪਦ ਉਹੀ ਹੋਇਆ ਨਾ? ਚੌਥਾ ਪਦ ਜਿਹੜਾ ਹੈਗਾ, ਅੰਦਰ ਆਇਆ ਜਦੋਂ, ਹਾਂ, ਜਦ ਤੁਸੀਂ ਜਿਹੜਾ ਹੈਗਾ ਇਹ ਸੁਣਨ ਦੇ ਵਿੱਚ ਚਲੇ ਗਏ ਤੇ ਚੌਥੇ ਪਦ ਚਲੇ ਗਏ, ਆਹੀ ਚੌਥਾ ਪਦ ਹੈ। ਹਾਂ, ਜਦ ਵਿਚਾਰ ਬੰਦ ਹੋ ਗਏ ਤੇ ਚੌਥੇ ਪਦ 'ਚ ਜਾਣ ਦੀ ਪ੍ਰੋਬੇਬਿਲਿਟੀ ਹੋ ਗਈ, ਆਪਾਂ ਚੌਥੇ ਪਦ ਦੇ ਨੇੜੇ ਹੈਗੇ। ਮਾਫ ਕਰਨਾ ਜੀ, ਕੋਈ ਅੰਤਰ ਸੁਨੰਗ, ਬਾਹਰ ਸੁਨੰਗ, ਤਿਰਭਵਨ ਸੁੰਨਮ ਸੁਨੰਗ, ਚੌਥੇ ਸੁਣਨੇ ਜੋ ਨਰ ਜਾਣੈ, ਤਾਕੋ ਪਾਪ ਨਾ ਪੁੰਨ। ਚੌਥੇ ਦੇ ਵਿੱਚ ਜਾਣਾ ਪਊਗਾ, ਤਿਰਗੁਣੀ ਮਾਇਆ ਤੋਂ ਉੱਪਰ ਉੱਠ ਕੇ ਇਹ ਸੁਣਨ ਦੇ ਵਿੱਚ, ਜਿਹੜਾ ਇਸ ਭੇਤ ਨੂੰ ਜਾਣ ਗਿਆ, ਜਿਹੜਾ ਆ ਹੈਗੀ ਭਗਤੀ, ਜਿਹੜਾ ਆ ਭਗਤੀ ਕਰਨ ਲੱਗ ਗਿਆ ਸੁਣਨ ਦੇ ਵਿੱਚ, ਜਿਹੜਾ ਆਪਣੇ ਵਿਚਾਰ ਬੰਦ ਕਰਕੇ ਤੇ ਆਪਣੇ ਆਪ ਦਾ ਹੀ ਭੇਤ ਨਹੀਂ ਰਹੇਗਾ ਉਹਨੂੰ, ਆਪਾਂ ਹੈ ਹੀ ਕੀ ਆ, ਸੁਣਨਾ ਹੈਗਾ ਸਾਰਾ ਕੁਛ, ਇਹ ਤਾਂ ਫਾਲਸ ਹੈ ਸਾਰਾ ਸਰੀਰ, ਦੂਸਰਾ ਤੀਸਰਾ ਜੋ ਦਿਸ ਰਿਹਾ ਹੈ। ਮਾਲਕ ਪਰਮਾਤਮਾ ਸੁਣਨਾ ਹੈਗਾ ਭਾਈ, ਸੁਣਨਾ ਹੈਗਾ ਮਾਲਕ ਪਰਮਾਤਮਾ, ਅੰਤਰ ਸੁਣਨੰ, ਬਾਹਰ ਸੁਣਨੰ, ਉਹ ਤਾਂ ਉਹਦੇ ਅੰਦਰ ਹੀ ਤਾਂ ਸਾਰਾ ਕੁਛ ਹੈਗਾ। ਇਹ ਫਾਲਸ ਹੈ, ਉਹਦੀ ਰਚਨਾ ਤਾਂ ਸਾਰੀ ਫਾਲਸ ਹੈਗੀ ਆ। ਇਹ ਤਾਂ ਮ੍ਰਿਗ ਤ੍ਰਿਸ਼ਨਾ ਹੈਗੀ, ਗੰਧਰਵ ਨਗਰੀ। ਅੰਤਰ ਸੁਣਨੰ, ਬਾਹਰ ਸੁਣਨੰ, ਤਿਰਭਵਨ ਸੁੰਨਮ ਸੁਨੰਗ, ਚੌਥੇ ਸੁਣਨੇ ਜੋ ਨਰ ਜਾਣੇ, ਤਾਕੋ ਪਾਪ ਨਾ ਪੁੰਨੰ। ਜਿਹੜਾ ਇਸ ਤਰ੍ਹਾਂ ਵਿਚਾਰ ਬੰਦ ਕਰਨ ਲੱਗ ਪਿਆ, ਉਹਦੇ ਪਾਪ ਪੁੰਨ ਸਾਰੇ ਖਤਮ, ਤਾਕੋ ਪਾਪ ਨਾ ਪੁੰਨੰ, ਉਹ ਕਰਮ ਤੋਂ ਉੱਪਰ ਉੱਠ ਗਿਆ, ਲੇਖੇ ਤੋਂ ਉੱਪਰ ਚਲਾ ਗਿਆ। ਆ ਸੇਵਾ ਦੇਖ ਲਓ ਭਾਈ, ਆਹੀ ਸੇਵਾ ਹੈਗੀ ਆ, ਆਹੀ ਸੇਵਾ ਹੈਗੀ। ਥਿਰ ਕਰ ਬੈਸੋ, ਬੈਠੋ ਬੈਸੋ, ਸਥਿਰ ਕਰ ਬੈਸੋ, ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਥਿਰ ਕਰੇ, ਆ ਥਿਰ ਕਰ, ਚੌਥੇ ਪਦ। ਕਬੀਰ ਜੀ ਕਹਿੰਦੇ ਆ, ਕਹਿੰਦੇ ਸੁਨ ਗੁਫਾ ਮੈਂ ਆਸਣ ਬੈਸਣ, ਸੁਨ 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 ਗੁਫਾ ਮੈਂ ਆਸਣ ਬੈਸਣ, ਕਲਪ ਵਿਵਰਜਿਤ ਪੰਥਾ। ਆਹੀ ਹੈਗੀ ਭਾਈ ਸੇਵਾ, ਆਹੀ ਹੈਗੀ ਸੇਵਾ, ਆਹੀ ਹੈਗੀ ਸੇਵਾ। ਅੰਤਰ ਸੁਣਨੰ, ਬਾਹਰ ਸੁਣਨੰ, ਤਿਰਭਵਨ ਸੁੰਨਮ ਸੁਨੰਗ। ਜਿਹੜਾ ਇਸ ਪਾਸੇ, ਜਿਹੜਾ ਇਹ ਭਗਤੀ ਨਹੀਂ ਕਰਦਾ, ਜਿਹੜੇ ਆਪਣੇ ਵਿਚਾਰ ਨਹੀਂ ਛੱਡਦਾ, ਜਿਹੜਾ ਧਿਆਨ ਸਿਮਰਨ, ਧਿਆਨ ਇਹੀ ਹੈ, ਧਿਆਨ ਵੀ ਬਾਹਰ ਦਾ ਧਿਆਨ ਖਤਮ ਹੋ ਜਾਏ, ਬਸ ਸੁੰਨ ਹੋ ਜਾਏ ਉਹ। ਕਿਉਂਕਿ ਇਹ ਸੁੰਨ ਜਿਹੜਾ ਹੈਗਾ, ਇਹ ਪਰਮਾਤਮਾ ਸੁਣਿਆ, ਇਸ ਪ੍ਰਕਿਰਤੀ ਦੇ ਵਿੱਚ ਇਹ ਸੁੰਨ ਚੱਲੀ ਜਾ ਰਿਹਾ, ਇਹ ਨਹੀਂ ਬੰਦ ਹੋਏਗਾ ਕਦੀ ਵੀ। ਇਹ ਤਾਂ ਮਾਲਕ ਪਰਮਾਤਮਾ ਹੈ, ਉਹਦੇ ਸੁਣਨੇ, ਉਹਦਾ ਸੁਣਨ ਦਾ ਉਹਦਾ ਸੰਨਾਟਾ ਹੈਗਾ ਮਾਲਕ ਪਰਮਾਤਮਾ ਦਾ। ਇਹ ਕਿਵੇਂ ਬੰਦ ਹੋ ਜਾਏਗਾ ਭਾਈ? ਕਦੀ ਵੀ ਯਾਦ ਰੱਖੋ, ਜਦ ਵੀ ਆਪਾਂ ਸੌਣ ਲੱਗਦੇ ਹਾਂ, ਸੌਣ ਤੋਂ ਪਹਿਲਾਂ ਅੱਖਾਂ ਬੰਦ ਕਰਦੇ ਹਾਂ ਤੇ ਜਦ ਨੀਂਦ ਦੇ ਵਿੱਚ ਜਾਣ ਲੱਗਦੇ ਹਾਂ, ਕਦੀ ਅੱਜ ਪ੍ਰੈਕਟੀਕਲ ਕਰਕੇ ਦੇਖੋ, ਨੀਂਦ ਦੇ ਵਿੱਚ ਜਾ ਰਹੇ ਹਾਂ ਤੇ ਉਸ ਟਾਈਮ ਕੀ ਹੁੰਦਾ ਹੈ? ਉਸ ਟਾਈਮ ਸੁੰਨੀ ਆ ਜਾਂਦਾ ਹੈ, ਸੁੰਨਮ ਸੁੰਨੰਗ ਹੁੰਦਾ ਹੈ, ਤਾਂ ਜਾ ਕੇ ਆਪਾਂ ਨੂੰ ਨੀਂਦ ਆਉਂਦੀ ਹੈ। ਜਿਹੜਾ ਜਦ ਡਾਕਟਰ ਜਿਹੜੇ ਹੈਗੇ ਉਹ ਦਿੰਦੇ ਆ, ਜਿਹੜੇ ਹੈਗੇ ਸੁੰਨ ਦਾ ਇੰਜੈਕਸ਼ਨ ਲਗਾਉਂਦੇ ਜਾਂ ਕਲੋਰੋਫਾਰਮ ਸੰਘਾਉਂਦੇ, ਆਹੀ ਚੀਜ਼ ਹੁੰਦੀ ਹੈ ਉਦੋਂ ਵੀ। ਅੰਤਰ ਸੁਣਨੰ, ਬਾਹਰ ਸੁਣਨੰ, ਤਿਰਭਵਨ ਸੁੰਨਮ ਸੁਨੰਗ, ਚੌਥੇ ਸੁਣਨੇ ਜੋ ਨਰ ਜਾਣੇ, ਤਾਕੋ ਪਾਪ ਨਾ ਪੁੰਨੰ। ਘਟ ਘਟ ਸੁਣ ਕਾ ਜਾਣੇ ਭਿਓ। ਕਹਿੰਦੇ ਘਟ ਘਟ ਦੇ ਵਿੱਚ ਸੁਣ ਹੈਗੀ ਭਾਈ, ਘਟ ਘਟ ਦੇ ਵਿੱਚ ਸੁਣ ਹੈਗੀ। ਆਹੀ ਹੈ ਸੁਣ ਦਾ ਭਿਓ, ਆਹੀ ਹੈ ਸੁਣ ਦਾ ਭੇਤ। ਆਦਿ ਪੁਰਖ ਨਿਰੰਜਨ ਦੇਵ। ਕੌਣ? ਆਦਿ ਪੁਰਖ ਨਿਰੰਜਨ ਦੇਵ, ਆਇਆ ਮਾਲਕ ਪਰਮਾਤਮਾ। ਉਹਦੇ ਅੰਦਰ ਕੋਈ ਜਗ੍ਹਾ ਐਸੀ ਹੈ ਹੀ ਨਹੀਂ ਜਿੱਥੇ ਨਾ ਸੁਣ ਹੋਏ, ਉਹ ਤਾਂ ਹੋ ਹੀ ਨਹੀਂ ਸਕਦੀ। ਘਟ ਘਟ ਸੁਣ ਕਾ ਜਾਣੇ ਭਿਓ, ਆਦਿ ਪੁਰਖ ਨਿਰੰਜਨ ਦੇਵ। ਜਿਹੜਾ ਜਾਣ ਗਿਆ ਉਹ ਤਾਂ
ਉਹਦੇ ਵਰਗਾ ਹੋ ਗਿਆ ਭਾਈ। ਆਦਿ ਪੁਰਖ ਨਿਰੰਜਨ ਦੇਵ ਵਰਗਾ ਹੋ ਗਿਆ ਉਹ ਤਾਂ ਸੁਣਨ ਦਾ ਪਾਠ ਹੋ ਗਿਆ। ਜੋ ਜਨ ਨਾਮ ਨਿਰੰਜਨ ਰਾਤਾ, ਨਾਨਕ ਸੋਈ ਪੁਰਖ ਵਿਧਾਤਾ। ਆਹੀ ਹੈ ਨਿਰੰਜਨ ਦਾ ਨਾਮ ਭਾਈ, ਜਿਹੜਾ ਵੀ ਇਹਦੇ ਵਿੱਚ ਰਤਿਆ ਗਿਆ। ਨਾਨਕ ਸੋਈ ਪੁਰਖ ਵਿਧਾਤਾ, ਉਹ ਤਾਂ ਪਰਮਾਤਮਾ ਵਰਗਾ ਹੋ ਗਿਆ ਭਾਈ। ਉਹ ਪੁਰਖ ਵਿਧਾਤੇ ਵਰਗਾ ਹੋ ਗਿਆ ਭਾਈ। ਆਹੀ ਖੇਡ ਹੈਗੀ, ਆਹੀ ਖੇਡ ਹੈ ਭਾਈ। ਆਹੀ ਜਿਹੜੀ ਹੈਗੀ ਸੇਵਾ ਹੈਗੀ ਆ, ਆਹੀ ਭਗਤੀ ਹੈਗੀ ਆ। ਸਾਰਾ ਕੁਛ ਆਹੀ ਆ ਭਾਈ। ਸਾਰਾ ਬਾਕੀ ਸਾਰਾ ਆਪਾਂ ਜੋ ਵੀ ਬਾਣੀ ਪੜ੍ਹ ਰਹੇ ਹਾਂ, ਬਾਣੀ ਵਿਚਾਰ ਰਹੇ ਹਾਂ, ਆਪਾਂ ਵਿਚਾਰ ਕਰ ਰਹੇ ਹਾਂ, ਇਹ ਸਿਰਫ ਜਿਹੜੇ ਹੈਗੇ ਆਪਾਂ ਆਹ ਸੇਵਾ ਲੱਭ ਰਹੇ ਹਾਂ ਭਾਈ। ਆਹ ਸੇਵਾ ਲੱਭ ਰਹੇ ਹਾਂ ਭਾਈ। ਇਸ ਦੇ ਉੱਤੇ ਆਪਣਾ ਈਮਾਨ ਲਿਆ ਰਹੇ ਹਾਂ, ਆਪਣਾ ਵਿਸ਼ਵਾਸ ਲਿਆ ਰਹੇ ਹਾਂ। ਸੁਣੋ ਸੁਣ ਕਹੈ ਸਭ ਕੋਈ। ਸਾਰੇ ਕਹਿੰਦੇ ਆ ਭਾਈ ਸੁਣੋ ਸੁਣ। ਸਾਰੇ ਗੱਲਾਂ ਤਾਂ ਸਾਰੇ ਕਰਦੇ ਆ, ਵਿਚਾਰ ਤਾਂ ਸਾਰੇ ਕਰਦੇ ਆ। ਅਨਹਦ ਸੁਣ ਕਹਾਂ ਤੇ ਹੋਈ। ਕਦੇ ਇਹਦੀ ਹੱਦਾਂ ਹੀ ਨਹੀਂ ਹੈਗੀਆਂ। ਇਹ ਸੁਣ ਜਿਹੜੀ ਹੈਗੀ ਕਿੱਥੋਂ ਕਿਸ ਤਰੀਕੇ ਦੇ ਨਾਲ ਇੱਥੇ ਪਹੁੰਚਿਆ ਜਾਏ। ਇਹ ਸੁਣ ਕਿੱਥੋਂ ਕਿੱਥੇ ਹੁੰਦੀ ਹੈ ਸੁਣ, ਕਿਵੇਂ ਹੁੰਦੀ ਹੈ ਸੁਣ। ਸੁਣੋ ਸੁਣ ਕਹੇ ਸਭ ਕੋਈ, ਅਨਹਦ ਸੁਣ ਕਹਾਂ ਤੇ ਹੋਈ। ਬਗੈਰ ਆਦ ਦੇ, ਬਗੈਰ ਕਿਸੇ ਦੇ ਕੋਈ ਵਜ੍ਹਾ ਨਹੀਂ ਰਿਹਾ ਇਹਨੂੰ ਸੁਣਨ ਨੂੰ। ਆਪਣੇ ਆਪ ਕਿਵੇਂ ਸੁਣਨ ਆ ਰਹੀ ਹੈ, ਕਿੱਥੋਂ ਆ ਰਹੀ ਹੈ ਆਵਾਜ਼। ਸੁਣੋ ਸੁਣ ਕਹੇ ਸਭ ਕੋਈ, ਅਨਹਦ ਸੁਣ ਕਹਾਂ ਤੇ ਹੋਈ। ਅਨਹਦ ਸੁਣ ਰਤੇ ਸੇ ਕੈਸੇ। ਜਿਹੜੇ ਰਤ ਗਏ ਸੁਣ ਦੇ ਵਿੱਚ, ਜਿਨ੍ਹਾਂ ਦੇ ਵਿਚਾਰ ਬੰਦ ਹੋ ਗਏ, ਕਿਹੋ ਜਿਹੇ ਹੋਣਗੇ ਉਹ। ਜਿਸ ਤੇ ਉਪਜੇ ਤਿਸੀ ਜੈਸੇ, ਜਿਸ ਤੇ ਉਪਜੇ ਤਿਸੀ ਜੈਸੇ। ਵੇ ਜਨਮੇ ਨਾ ਮਰੇ ਨਾ ਆਵੇਂ ਜਾਏ। ਲਓ, ਨਾ ਜਨਮ ਦੇ ਨਾ ਮਰਦੇ, ਨਾ ਆਉਂਦੇ ਨਾ ਜਾਂਦੇ। ਨਾਨਕ ਗੁਰਮੁਖੇ ਮਨ ਸਮਝਾਏ। ਭਾਈ ਕਿਵੇਂ? ਕਹਿੰਦੇ ਆਹ ਗੁਰੂ ਹੈਗਾ ਭਾਈ, ਆਹ ਗੁਰੂ ਦਾ ਮੁਖਿਆ, ਆਹ ਪਹਿਲੀ ਪਾਤਸ਼ਾਹੀ ਸਾਡੇ ਗੁਰੂ ਆਹ ਗਿਆਨ ਦੇ ਰਹੇ ਸਾਹਿਬ। ਇਹਦੇ ਨਾਲ ਸਮਝ ਲਈਏ ਆਪਾਂ ਵੀ। ਇਸ ਗਿਆਨ ਦੇ ਨਾਲ ਆਪਣੇ ਆਪ ਨੂੰ ਸਮਝਾ ਲਈਏ। ਉਹਨਾਂ ਨੇ ਸਮਝਾ ਲਿਆ ਤੇ ਉਹ ਪਹੁੰਚ ਗਏ ਸੁਣਨ ਦੇ ਵਿੱਚ। ਅਨਹਦ ਸੁਨ ਰਤੇ ਸੇ ਕੈਸੇ, ਜਿਸ ਤੇ ਉਪਜੇ ਤਿਸੀ ਜੈਸੇ। ਉਹ ਜਨਮੇ ਨਾ ਮਰੇ ਨਾ ਆਵੇਂ ਜਾਏ, ਨਾਨਕ ਗੁਰਮੁਖੇ ਮਨ ਸਮਝਾਏ। ਹੁਣ ਇਹਦੇ ਵਾਸਤੇ ਜਾਣ ਦੇ ਵਾਸਤੇ ਕ੍ਰਾਈਟੇਰੀਆ ਕੀ ਹੈ, ਕਿਵੇਂ ਜਿਹੜਾ ਹੈਗਾ ਕਰਨਾ ਹੈ, ਸੁਣ ਦੇ ਵਿੱਚ ਜਾਣਾ ਹੈ। 9 ਸਰ ਸੁਭਰ 10ਵੇਂ ਪੂਰੇ। ਕਹਿੰਦੇ ਦੇਖ ਤੇਰੇ 9 ਜਿਹੜੇ ਦਰਵਾਜ਼ੇ ਹੈਗੇ, 9 ਦਰਵਾਜ਼ੇ ਹੈਗੇ। ਇਹ ਗਿਆਨ ਇੰਦਰੀਆਂ ਦੇ ਥਰੂ ਜਿਹੜਾ 9 ਦਰਵਾਜ਼ਿਆਂ ਤੋਂ ਤੇਰੀ ਸੁਰਤ ਬਾਹਰ ਨੂੰ ਜਾਂਦੀ ਹੈ, ਤੇਰੀ ਸੁਰਤ ਬਾਹਰ ਨੂੰ ਜਾਂਦੀ ਹੈ। ਜਦ 9 ਦਰਵਾਜ਼ੇ ਸੁਭਰ, ਉਧਰੋਂ ਤੇਰੀ ਸੁਰਤ ਜਿਹੜੀ ਹੈਗੀ ਬਾਹਰੋਂ ਜਾਣੋ। ਪੂਰੇ 9 ਦਰਵਾਜ਼ਿਆਂ ਤੋਂ ਸੁਰਤ ਜਿਹੜੀ ਹੈਗੀ ਬਾਹਰੋਂ ਜਾਣੋ ਰੁਕਣੀ ਹੈ। ਕੋਈ ਆਪਸ਼ਨ ਨਹੀਂ ਹੈਗਾ, ਕੋਈ ਇਹਦੇ ਵਿੱਚ ਢੀਲ ਢਲਈਆ ਨਹੀਂ ਹੈਗੀ। 9 ਸਰ ਸੁਭਰ 10ਵੇਂ ਪੂਰੇ ਕੰਡੀਸ਼ਨ ਹੈਗੀ। ਇਹ 9 ਦਰਵਾਜ਼ਿਆਂ ਤੋਂ ਪ੍ਰਾਣ ਸ਼ਕਤੀ ਜਿਹੜੀ ਹੈਗੀ ਆ ਇਕੱਠੀ ਕਰਕੇ 10ਵੇਂ 'ਚ ਜਾਣੀ ਆ। 9 ਸਰ ਸੁਭਰ ਜਦ ਇੱਧਰ ਤੇਰੀ ਜੇ ਮਾਲਕ ਦੀ ਡਿਮਾਂਡ ਹੈਗੀ ਇੰਨੀ ਵੱਧ ਜਾਣੀ ਹੈ ਡਿਮਾਂਡ ਕਿ 9 ਦਰਵਾਜ਼ਿਆਂ ਦੀ ਡਿਮਾਂਡ ਰਹਿਣੀ ਨਹੀਂ ਹੈ। ਤਾਂ ਜਾ ਕੇ ਉਹ 10ਮ ਦਰ ਆਪਣੇ ਆਪ ਹੀ ਖੁੱਲ ਜਾਂਦਾ ਹੈ ਭਾਈ। 9 ਸਰ ਸੁਭਰ 10ਵੇਂ ਪੂਰੇ। ਉੱਥੇ ਜਾ ਕੇ ਕੀ ਹੁੰਦਾ ਹੈ, ਤੈਂ ਅਨਹਦ ਸੁਣ ਵਜਾਵੇਂ ਤੂਰੇ। ਪਹੁੰਚ ਗਏ ਸੁਣ ਦੇ ਵਿੱਚ। ਬਸ ਹੋ ਗਈ ਉਹਨਾਂ ਦੀ ਜੈ ਜੈਕਾਰ। ਵਜਾਉਣ ਲੱਗ ਗਏ, ਟੱਪਣ ਲੱਗ ਗਏ, ਬਸ ਤੂਰੇ ਵਜਾਉਣ ਲੱਗ ਪਏ ਭਾਈ। ਜਿੱਤ ਦੇ ਇੱਕ ਬਿਗੁਲ ਵਜਾਉਣ ਲੱਗ ਪਏ। 9 ਸਰ ਸੁਭਰ 10ਵੇਂ ਪੂਰੇ ਤੈਂ ਅਨਹਦ ਸੁਣ ਵਜਾਵੇਂ ਤੂਰੇ। ਅਨਹਦ ਸੁਣ, ਬਸ ਉਹ ਵੀ ਸੁਣ ਦੇ ਵਿੱਚ ਪਹੁੰਚ ਗਏ। ਸਾਚੇ ਰਾਚੇ ਦੇਖ ਅਧੂਰੇ। ਰਚ ਗਏ ਉਸ ਮਾਲਕ ਪਰਮਾਤਮਾ ਦੇ ਨਾਲ, ਉਹਨੂੰ ਦੇਖ ਕੇ, ਉਸ ਸੁਣਨ ਨੂੰ ਦੇਖ ਕੇ, ਅਸਲੀ ਰੂਪ ਆਪਣਾ ਦੇਖ ਕੇ। ਘਟ ਘਟ ਸਾਚ ਰਿਹਾ ਪਰ ਪੂਰੇ। ਕਹਿੰਦੇ ਉਹ ਸੱਚ, ਉਹ ਸੁਣ, ਉਹ ਮਾਲਕ ਪਰਮਾਤਮਾ ਹਰੇਕ ਘਟ ਦੇ ਵਿੱਚ ਹੈਗਾ। ਗੁਪਤੀ ਬਾਣੀ ਪ੍ਰਗਟ ਹੋਏ। ਆਇਆ ਭਾਈ ਗੁਪਤੀ ਬਾਣੀ ਪ੍ਰਗਟ ਹੋ ਗਈ, ਪ੍ਰੈਕਟੀਕਲ ਹੋ ਗਿਆ। ਲੁਕੀ ਹੋਈ ਆ, ਲੁਕੇ ਦੇਖੋ ਪਰਮਾਤਮਾ ਲੁਕਿਆ ਹੋਇਆ ਹੈ।
ਸਾਰਾ ਆਕਾਰ ਹੈਗਾ, ਸ੍ਰਿਸ਼ਟੀ ਹੈਗੀ, ਪਰ ਪਰਮਾਤਮਾ ਨਹੀਂ, ਨਜ਼ਰ ਨਹੀਂ ਆਉਂਦਾ, ਗੁਪਤ ਹੈਗਾ ਉਹ। ਆ ਗੁਪਤੀ ਬਾਣੀ ਪ੍ਰਗਟ ਹੋ ਗਈ ਭਾਈ, ਪ੍ਰਗਟ ਹੋ ਗਿਆ ਮਾਲਕ ਪਰਮਾਤਮਾ। ਪਤਾ ਲੱਗਿਆ ਵੀ ਇਹ ਜਿਹੜਾ ਹੈਗਾ ਸੁਣ ਕੀ ਹੈ ਭਾਈ, ਮੈਂ ਕੀ ਹੈਗਾ ਆ। ਸਰੀਰ ਤੋਂ ਉੱਪਰ ਉੱਠ ਗਿਆ, ਆਕਾਰ ਤੋਂ ਉੱਪਰ ਨਿਰਾਕਾਰ ਦੇ ਵਿੱਚ ਪ੍ਰੈਕਟੀਕਲ ਆਇਆ ਟਾਰਗੇਟ। ਗੁਪਤੀ ਬਾਣੀ ਪ੍ਰਗਟ ਹੋਏ, ਨਾਨਕ ਪਰਖ ਲਏ ਸੱਚ ਸੋਏ। ਮਰਜ਼ੀ ਹੈ ਪਰਖ ਲਓ ਭਾਈ, ਪ੍ਰੈਕਟੀਕਲ ਕਰਨਾ ਹੈ ਭਾਈ, ਗੱਲਾਂ ਬਾਤਾਂ ਦੇ ਨਾਲ ਤਾਂ ਨਹੀਂ ਹੋਣਾ। ਨਾਨਕ ਪਰਖ ਲਏ ਸੱਚ ਸੋਏ। ਆ ਸੱਚ ਹੈਗਾ, ਜਿਹੜਾ ਮਰਜ਼ੀ ਪਰਖ ਲਏ ਇਹਨੂੰ, ਉਹ ਸੱਚ ਦਾ ਰੂਪ ਹੋ ਜਾਏਗਾ। ਸਹਿਜ ਭਾਏ ਮਿਲੀਏ ਸੁਖ ਹੋਵੇ। ਕਹਿੰਦੇ ਸਹਿਜ ਦੇ ਨਾਲ ਜਿਹੜਾ ਹੈਗਾ, ਭਾਵਨਾ ਦੇ ਨਾਲ। ਇੱਥੇ ਭਾਵਨਾ ਚਾਹੀਦੀ ਆ। ਸੰਸਾਰ ਦੇ ਵਿੱਚ ਆਪਾਂ ਵਿਚਰ ਰਹੇ ਹਾਂ, ਉੱਥੇ ਆਪਾਂ ਨੂੰ ਵਿਵੇਕ ਬੁੱਧੀ ਚਾਹੀਦੀ ਹੈ। ਸੰਸਾਰ ਦੇ ਵਿੱਚ ਵਿਵੇਕ ਬੁੱਧੀ ਵਰਤੋ, ਔਰ ਇੱਥੇ ਜਿਹੜੀ ਹੈਗੀ ਭਾਵਨਾ ਵਰਤੋ। ਪਿਆਰ, ਭਾਵਨਾ ਮਤਲਬ ਜਿਹੜਾ ਹੈਗਾ ਇੱਥੇ ਭਾਵੁਕ ਹੋ। ਸਹਿਜ ਪਾਏ ਮਿਲੀਏ ਸੁਖ ਹੋਵੇ। ਗੁਰਮੁਖ ਜਾਗੇ ਨੀਂਦ ਨਾ ਸੋਵੇ। ਗੁਰੂ ਦੇ ਰਾਹੀਂ ਜਿਹੜਾ ਜਾਗ ਗਿਆ ਭਾਈ, ਉਹਨੂੰ ਮਾਇਆ ਦੀ ਨੀਂਦ ਨਹੀਂ ਸੋਏਗਾ। ਜਿਹਨੂੰ ਆ ਪਤਾ ਲੱਗ ਗਿਆ, ਆ ਸੇਵਾ ਪਤਾ ਲੱਗ ਗਈ। ਸੁਨ ਸ਼ਬਦ ਅਪਰੰਪਰੇ ਧਾਰੇ। ਬਸ ਉਹਨੂੰ ਪਤਾ ਲੱਗ ਗਿਆ ਬਈ ਸੁਨ ਦਾ, ਆ ਸ਼ਬਦ ਦਾ ਪਤਾ ਲੱਗ ਗਿਆ। ਦੇਖੋ ਸੁਨ ਸ਼ਬਦ ਲਿਖਿਆ, ਦੱਦੇ ਨੂੰ ਔਂਕੜ ਲੱਗੀ ਹੈ। ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬੌੜ ਜਨਮ ਨਾਮ। ਆ ਸ਼ਬਦ ਬਾਰ ਬਾਣੀ ਦੇ ਵਿੱਚ ਇਹ ਵਰਡ ਕਿੰਨੀ ਵਾਰੀ ਆਉਂਦਾ ਹੈ ਭਾਈ, ਹਜ਼ਾਰਾਂ ਵਾਰੀ ਆਇਆ ਇਹ ਸ਼ਬਦ। ਸੁਨ ਸ਼ਬਦ ਅਪਰਮ, ਆਹੀ ਹੈ ਜਿਨ੍ਹਾਂ ਦੇ ਪ੍ਰਗਟ ਆ ਭਾਈ, ਉਹ ਤਾਂ ਤੇਰ ਕਾਹਦੀ ਆ ਹੁਣ। ਸੁਨ ਸ਼ਬਦ ਅਪਰੰਪਰੇ ਧਾਰੇ, ਕਹਤੇ ਮੁਕਤ ਸ਼ਬਦੇ ਨਿਸਤਾਰੇ। ਬਸ ਜਿਹੜੇ ਵੀ ਆਪ ਭਗਤੀ ਕਰਦੇ ਆ ਭਾਈ, ਮੁਕਤ ਹੋ ਜਾਂਦੇ ਆ ਸ਼ਬਦ ਦੇ ਦੁਆਰਾ। ਇਸ ਦੇ ਦੁਆਰਾ ਨਿਸਤਾਰਾ ਹੋ ਜਾਂਦਾ, ਸੰਸਾਰ ਸਮੁੰਦਰ ਤੋਂ ਬਾਹਰ ਹੋ ਜਾਂਦੇ ਆ। ਗੁਰ ਕੀ ਦੀਖਿਆ ਸੇ ਸੱਚੇ ਰਾਤੇ। ਆਇਆ ਗੁਰੂ ਦੀ ਦੀਖਿਆ ਭਾਈ, ਆ ਗੁਰੂ ਦੀ ਦੀਖਿਆ ਹੈ। ਉਹ ਸੱਚ ਦੇ ਵਿੱਚ ਰਤ ਜਾਂਦੇ ਆ, ਉਹ ਚੱਲ ਪੈਂਦੇ ਆ ਸੁਣਨ ਦੀ ਯਾਤਰਾ ਦੇ ਵਾਸਤੇ ਆਪਣੇ ਅੰਦਰ। ਗੁਰ ਕੀ ਦੀਖਿਆ ਸੇ ਸੱਚੇ ਰਾਤੇ, ਨਾਨਕ ਆਪ ਗਵਾਏ ਮਿਲਣ ਨਹੀਂ ਭਰਾਂਤੇ। ਉਹਨਾਂ ਦਾ ਆਪ, ਉਹਨਾਂ ਦੀ ਹਉਮੈ ਖਤਮ ਹੋ ਜਾਂਦੀ ਹੈ। ਆਪ ਕੀ ਹੈਗੀ? ਆਪ ਹੈ ਆਕਾਰ, ਆਪ ਹੈਗਾ ਸੰਸਾਰ। ਆਪਣਾ ਸਰੀਰ ਹੈਗਾ ਤੇ ਬਾਕੀ ਸੰਸਾਰ ਸਾਰਾ ਹੈਗਾ ਭਾਈ। ਆਪਾਂ ਤਾਂ ਸੁਣਨ ਹੈਗੇ ਆ। ਜਦ ਪਰਮਾਤਮਾ ਸੁਣਨ ਹੈਗਾ ਤੇ ਆਪਾਂ ਸੁਣ ਕਿਉਂ ਨਹੀਂ ਹੈਗੇ? ਨਾਨਕ ਆਪ ਗਵਾਏ ਮਿਲਣ ਨਹੀਂ ਭਰਾਂਤੇ। ਭਰਾਂਤ ਮਾਇਆ, ਇਹ ਵਿਚਾਰ ਰੁਕਾਵਟ ਹੋ ਹੀ ਨਹੀਂ ਸਕਦੀ। ਕਹਿੰਦੇ ਨਹੀਂ ਭਰਾਂਤੇ, ਬਿਲਕੁਲ ਨਹੀਂ। ਮਾਇਆ ਭਟਕਣਾ ਬਿਲਕੁਲ ਨਹੀਂ, ਖਤਮ। ਕੁਬੁੱਧ ਚਬਾਵੈ ਸੋ ਕਿਤ ਠਾਏ, ਕਿਉਂ ਤਤ ਨਾ ਬੂਝੇ ਚੋਟਾਂ ਖਾਏ। ਹੁਣ ਸਿੱਧਾਂ ਦਾ ਹੋਰ ਕੁਐਸਚਨ ਆ ਗਿਆ। ਕਹਿੰਦੇ ਭੈੜੀ ਮੱਤ ਜਿਹੜੀ ਹੈਗੀ ਕਿਵੇਂ ਚਬਾਈ ਜਾ ਸਕਦੀ ਆ? ਕੁਬੁੱਧ ਚਬਾਵੈ ਸੋ ਕਿਤ ਠਾਏ, ਕਿਹੜੀ ਜਗ੍ਹਾ, ਕਿਸ ਤਰੀਕੇ ਦੇ ਨਾਲ ਇਹ ਭੈੜੀ ਮੱਤ ਜਾਏ, ਇਹ ਮਨ ਮੱਤ ਜਿਹੜੀ ਹੈਗੀ, ਦੁਰਮਤ ਜਿਹੜੀ ਹੈ ਜਾਏ। ਕਿਉਂ ਤਤ ਨਾ ਬੂਝੇ ਚੋਟਾਂ ਖਾਏ, ਕਿਉਂ ਇਨਸਾਨ ਜਿਹੜਾ ਤੱਤ ਵਸਤੂ ਬੁੱਝਦਾ ਨਹੀਂ ਹੈ, ਝੋਟਾਂ ਖਾ ਰਿਹਾ ਹੈ ਬਾਰ ਕਾਲ ਜਿਹੜਾ ਝੋਟਾ ਮਾਰਦਾ ਹੈ। ਜਮ ਦਰਬਾਰ ਦੇ ਕੋਈ ਨਾ ਰੱਖੇ, ਜਮ ਦੇ ਦਰ ਤੇ ਬੰਨਿਆ ਜਾਂਦਾ ਹੈ, ਕੋਈ ਰੱਖਦਾ ਨਹੀਂ, ਕੋਈ ਰਕਸ਼ਾ ਨਹੀਂ ਕਰਦਾ ਇਹਦੀ, ਕੋਈ ਬਚਾਉਂਦਾ ਨਹੀਂ ਹੈ। ਬਿਨ ਸ਼ਬਦ ਨਾ ਹੀ ਪਤ ਸਾਖ ਹੈ। ਕਹਿੰਦੇ ਭਾਈ ਇਹ ਸੁਣ ਸ਼ਬਦ, ਸੁਣ ਦਾ ਸ਼ਬਦ ਜਿਹੜਾ ਹੈਗਾ, ਇਸ ਤੋਂ ਬਗੈਰ ਕੋਈ ਪਤ ਸਾਖਿਆ ਨਹੀਂ ਹੈਗੀ ਭਾਈ। ਨਾ ਕੋਈ ਨਹੀਂ, ਕੋਈ ਇਹਨੂੰ ਬਚਾ ਨਹੀਂ ਸਕਦਾ। ਇਸ ਸੰਸਾਰ ਦੇ ਵਿੱਚ ਇਹ ਉਹ ਜਿਹੜਾ ਜੂਨਾਂ ਦੇ ਵਿੱਚ ਗਤੀ ਕਰਦਾ ਰਹੇਗਾ ਭਾਈ। ਪ੍ਰਕਿਰਤੀ ਦੀ ਜਿਹੜੀ ਚੱਕੀ ਚੱਲ ਰਹੀ ਹੈ। ਕਿਉਂ ਕਰ ਬੂਝੇ ਪਾਵੇ ਪਾਰ, ਕਿਸ ਤਰੀਕੇ ਦੇ ਨਾਲ ਭਾਈ ਇਹ ਬੁੱਝਿਆ ਜਾਏ ਔਰ ਇਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਏ। ਨਾਨਕ ਮਨ ਮੁਖੇ ਨਾ ਬੂਝੇ ਗਵਾਰ। ਲਓ ਮਹਾਰਾਜ ਨੇ ਆਨਸਰ ਦੇ ਦਿੱਤਾ। ਕਹਿੰਦੇ ਜਦ ਤੱਕ ਮਨ ਦੇ ਪਿੱਛੇ ਚੱਲ ਰਹੇ ਆ ਪਿਆਰਿਆ, ਨਹੀਂ ਬੁੱਝ ਸਕਦਾ। ਆਪਾਂ ਨਹੀਂ ਬੁੱਝ ਸਕਦੇ, ਆਪਾਂ ਗਵਾਰ ਰਵਾਂਗੇ।
ਜਦ ਤੱਕ ਇਹ ਮਨ ਪਤੰਦਰ ਡਰਾਈਵਰ ਹੈਗਾ ਤਦ ਤੱਕ ਗਵਾਰ ਹੀ ਰਵਾਂਗੇ ਆਪਾਂ। ਕਿਉਂ ਕਰ ਬੂਝੈ ਪਾਵੈ ਪਾਰ, ਨਾਨਕ ਮਨ ਮੁਖੇ ਨਾ ਬੂਝੈ ਗਵਾਰ। ਕੁਬੁੱਧ ਮਿਟੈ ਗੁਰ ਸ਼ਬਦ ਵਿਚਾਰ। ਕਹਿੰਦੇ ਵਿਚਾਰ ਕਰ ਲਾ ਭਾਈ, ਇਹ ਸ਼ਬਦ ਦਾ ਵਿਚਾਰ ਕਰ, ਇਹ ਸੁਣਨ ਦਾ ਵਿਚਾਰ ਕਰ। ਇਹ ਜਿਹੜਾ ਹੈਗਾ ਅੰਦਰ ਆਪਣੇ ਜਿਹੜਾ ਹੈਗਾ ਵਿਚਾਰਾਂ ਦਾ, ਵਿਚਾਰ ਬੰਦ ਕਰਨ ਦਾ, ਇਹਦਾ ਵਿਚਾਰ ਕਰ। ਇਹ ਸੁਣ ਸ਼ਬਦ ਪ੍ਰਗਟ ਕਰ ਆਪਣੇ ਅੰਦਰ। ਕੁਬੁੱਧ ਮਿਟੈ, ਇਹਦੇ ਨਾਲ ਮਿਟਣੀ ਹੈ ਕੁਬੁੱਧੀ। ਕੁਬੁੱਧ ਮਿਟੈ ਗੁਰ ਸ਼ਬਦ ਵਿਚਾਰ, ਗੁਰੂ ਦੇ ਸ਼ਬਦ ਨੂੰ ਵਿਚਾਰ, ਗੁਰੂ ਦੀ ਬਾਣੀ ਨੂੰ ਵਿਚਾਰ ਤੇ ਸ਼ਬਦ ਦੇ ਉੱਤੇ ਆ, ਧਿਆਨ ਸਿਮਰਨ ਦੇ ਉੱਤੇ ਆ, ਸੁਣਨ ਦੇ ਵਿੱਚ ਆ। ਸਤਿਗੁਰ ਭੇਟੈ ਮੋਖ ਦੁਆਰ, ਆਇਆ ਸਤਿਗੁਰੂ ਨੂੰ ਭੇਟਣਾ, ਨਹੀਂ ਤਾਂ ਕੋਈ ਨਹੀਂ ਭੇਟਿਆ, ਕਿਸੇ ਨੂੰ ਨਹੀਂ ਭੇਟਿਆ ਸਤਿਗੁਰੂ ਜਦ ਤੱਕ ਆਪਾਂ ਇਹ ਸੁਣਨ ਦੇ ਵਿੱਚ ਨਹੀਂ ਜਾ ਰਹੇ। ਇਹ ਸੁਣ ਗੁਫਾਵੇਂ ਆਸਣ ਤੇ ਬੈਸਣ, ਆਸਣ ਲੱਭਣਾ ਪਹਿਲਾਂ ਬਈ ਬੈਠਕ। ਹਾਂਜੀ, ਗੁਰ ਸ਼ਬਦ ਵਿਚਾਰ, ਇਹਦਾ ਮਤਲਬ ਇਹ ਤਾਂ ਨਹੀਂ ਵੀ ਤੂੰ ਵਿਚਾਰ ਕੇ ਦੇਖ ਲਾ ਵੀ ਗੁਰੂ ਸ਼ਬਦ ਨਾਲ ਹੀ ਇਹ ਮਿਟਣੀ ਆ ਕਬੂਤ, ਰਾਦਰ ਦੈਨ ਸੇਇੰਗ ਕਿ ਸ਼ਬਦ ਨੂੰ ਵਿਚਾਰ ਲਾ। ਸ਼ਬਦ ਨੂੰ ਸਿਹਾਰੀ ਨਹੀਂ ਹੈਗੀ। ਨਹੀਂ, ਸ਼ਬਦ ਜਿਹੜਾ ਹੈਗਾ ਵੀਰ ਜੀ, ਸ਼ਬਦ ਜਿਹੜਾ ਹੈਗਾ ਉਹੀ ਸੁਣਨ ਹੈਗੀ ਆ, ਉਹੀ ਧਿਆਨ ਸਿਮਰਨ ਆ, ਉਹੀ ਜਿਹੜੀ ਹੈਗੀ ਆ ਆਪਣੀ ਜਿਹੜੀ ਹੈਗੀ ਆ ਧਿਆਨ ਹੈਗਾ ਸ਼ਬਦ, ਉਹੀ ਸੁਣਨ ਦਾ ਸ਼ਬਦ ਉਹੀ ਹੈ ਸ਼ਬਦ। ਹਾਂ, ਮੈਂ ਇਹੀ ਕਹਿਣਾ ਚਾਹੁੰਦਾ ਸੀ, ਇਹ ਨਾ ਕਹੀਏ ਵੀ ਸ਼ਬਦ ਨੂੰ ਵਿਚਾਰ ਲੈ। ਨਹੀਂ, ਵਿਚਾਰ ਨਹੀਂ ਆਪਾਂ ਨੇ, ਜੋ ਗੁਰੂ ਦੀ ਮੱਤ ਹੈ ਉਹਨੂੰ ਵਿਚਾਰ ਕੇ ਉਹ ਸ਼ਬਦ ਦੇ ਉੱਤੇ ਆਉਣਾ ਹੈ ਬਸ। ਠੀਕ ਹੈ। ਹਾਂ, ਕੁਬੁੱਧ ਮਿਟੈ ਗੁਰ ਸ਼ਬਦ ਵਿਚਾਰ, ਸਤਿਗੁਰ ਭੇਟੈ ਮੋਖ ਦੁਆਰ। ਆਇਆ ਸਤਿਗੁਰੂ ਨੂੰ ਭੇਟ ਨਾ ਪਾਏ, ਜਿਹਨੂੰ ਇਹ ਅੱਜ ਸੇਵਾ ਆ ਗਈ ਜਿਹਦੇ ਕੋਲ, ਉਹਨੂੰ ਸਤਿਗੁਰੂ ਭੇਟ ਗਿਆ ਪਾਏ, ਉਹ ਭੇਟਿਆ ਹੈ ਸਤਿਗੁਰੂ ਨੂੰ, ਉਹ ਗੁਰੂ ਵਾਲਾ ਹੈਗਾ। ਜਿਹੜਾ ਸੇਵਾ ਨਹੀਂ ਆਈ ਹਾਲੇ ਪਾਏ ਨਹੀਂ ਗੁਰੂ ਨੂੰ ਮਿਲਿਆ ਪਾਏ। ਤਤ ਨਾ ਚੀਨੈ ਮਨਮੁਖ ਜਲ ਜਾਏ, ਇਹ ਮਨਮੁਖ ਨਾਉ ਨਹੀਂ ਆ। ਕਹਿੰਦੇ ਜਿਹੜਾ ਮਨ ਦੇ ਪਿੱਛੇ ਚੱਲਣ ਵਾਲਾ ਹੈ, ਦੇਖੋ ਮਨਮੁਖ ਖੱਕੇ ਨੂੰ ਔਂਕੜ ਲੱਗੀ ਹੈ ਪਾਰਟੀਕੂਲਰ। ਕਹਿੰਦੇ ਜਿਹੜਾ ਤੱਤ ਨਹੀਂ ਚੀਨਦਾ, ਇਹਨੂੰ ਨਹੀਂ ਫੜਦਾ, ਇਹ ਗੁਰੂ ਦੀ ਮੱਤ ਤੋਂ ਆ। ਜਿਹੜਾ ਸ਼ਬਦ ਜਿਹੜਾ ਹੈਗਾ ਇਹ ਸਨਾਟਾ ਜਿਹੜਾ ਆਪਣੇ ਅੰਦਰ ਜਿਹੜਾ ਹੈਗਾ, ਥਿਰ ਕਰ ਬੈਸੋ ਹਰਿ ਜਨ ਪਿਆਰੇ, ਏਕ ਸ਼ਬਦ ਮੇਰੇ ਪ੍ਰਾਣ ਵਸਦਾ ਹੈ। ਜਿਹੜਾ ਨਹੀਂ ਆਉਂਦਾ ਇਸ ਦੇ ਉੱਤੇ, ਇਹ ਤੱਤ ਆ, ਨਹੀਂ ਚੀਨਦਾ ਇਹਨੂੰ, ਤੇ ਉਹ ਮਨਮੁਖ ਹੈਗਾ, ਤੇ ਉਹਦੇ ਮਨੁੱਖੀ ਜੂਨ ਸੜ ਜਾਏਗੀ। ਤਤ ਨਾ ਚੀਨੈ ਮਨਮੁਖ ਜਲ ਜਾਏ, ਦੁਰਮਤ ਵਿਛੜ ਚੋਟਾਂ ਖਾਏ, ਭੈੜੀ ਮਤ ਰਹੇਗੀ ਪਾਏ। ਉਹਨਾਂ ਨੇ ਪੁੱਛਿਆ ਸੀ ਕੁਬੁੱਧ ਕਿਵੇਂ ਜਾਊਗੀ, ਕਹਿੰਦੇ ਨਹੀਂ ਜਾਏਗੀ ਪਾਏ, ਜਦ ਤੱਕ ਮਨਮੁਖ ਹੈਗਾ ਨਹੀਂ ਜਾਏਗੀ। ਦੁਰਮਤ ਮਿਟੈ ਤਤ ਨਾ ਚੀਨੈ ਮਨਮੁਖ ਜਲ ਜਾਏ, ਦੁਰਮਤ ਵਿਛੜੇ ਚੋਟਾਂ ਖਾਏ। ਦੁਰਮਤ ਦੇ ਨਾਲ ਵਿਛੜ ਕੇ ਚੋਟਾਂ ਖਾਊਗਾ, ਕਾਲ ਦੀਆਂ ਚੋਟਾਂ ਖਾਊਗਾ। ਮਾਨੇ ਹੁਕਮ ਸਭੇ ਗੁਣ ਗਿਆਨ, ਬਸ ਗੁਰੂ ਦਾ ਹੁਕਮ ਮੰਨ ਲਿਆ, ਸਾਰੇ ਗੁਣ ਆ ਗਏ, ਸਾਰਾ ਗਿਆਨ ਆ ਗਿਆ ਭਾਈ। ਜੇ ਆ ਸ਼ਬਦ ਅਭਿਆਸ ਜਿਹੜਾ ਹੈਗਾ ਆਪਣੇ ਅੰਦਰ ਵੜਨਾ, ਆਪਣੇ ਵਿਚਾਰ ਛੱਡਨੇ, ਸੁਣਨ ਦੇ ਵਿੱਚ ਬੈਠਣਾ ਸਿੱਖ ਗਿਆ ਇਨਸਾਨ। ਮਾਨੇ ਹੁਕਮ ਸਭੇ ਗੁਣ ਗਿਆਨ, ਨਾਨਕ ਦਰਗਹਿ ਪਾਵੈ ਮਾਨ। ਦਰਗਾਹ ਤੇ ਮਾਨ ਮਿਲ ਗਿਆ ਤੇ ਇੱਥੇ ਵੀ ਲੋਕ ਪਰਲੋਕ ਦੋਨਾਂ 'ਚ ਮਾਨ ਹੀ ਮਾਨ ਹੈ ਭਾਈ। ਸਾਚ ਵੱਖਰ ਧਨ ਪੱਲੇ ਹੋਏ, ਆਇਆ ਸੱਚਾ ਵੱਖਰ ਪਾਈ। ਆਇਆ ਧਨ ਆ ਚਾਹੀਦਾ ਆ ਚਾਹੀਦਾ, ਜਿਹਦੇ ਪੱਲੇ ਸੱਚਾ ਵੱਖਰ ਹੈਗਾ, ਸੱਚਾ ਧਨ ਹੈਗਾ। ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਧਿਆਨ ਨਾਨਕ ਤੇ ਮੁਖ ਉਜਲੇ, ਹੋਰ ਕੀਤੀ ਛੁੱਟੀ ਨਾਲ। ਆਪ ਤਰੈ ਤਾਰੇ ਵੀ ਸੋਏ, ਸਾਚ ਵੱਖਰ ਧਨ ਪੱਲੇ ਹੋਏ, ਆਪ ਤਰੈ ਤਾਰੇ ਵੀ ਸੋਏ। ਕਹਿੰਦੇ ਉਹ ਆਪ ਤਾਂ ਤਰ ਜਾਂਦਾ ਹੈ, ਉਹ ਗਮਰੋੜ ਨਹੀਂ ਹੁੰਦਾ, ਬਾਕੀਆਂ ਨੂੰ ਵੀ ਤਾਰਦਾ ਹੈ, ਬਾਕੀਆਂ ਨੂੰ ਵੀ ਗਿਆਨ ਦਿੰਦਾ ਹੈ। ਸਹਿਜੇ ਰਤਾ ਬੂਝੈ ਪਤ ਹੋਏ, ਸਹਿਜ ਦੇ ਵਿੱਚ ਰਤ ਗਿਆ, ਬੁੱਝ ਲਿਆ ਇਹਨੇ, ਪਤ ਹੋ ਗਈ ਇਹਦੀ ਲੋਕ ਪਰਲੋਕ ਦੇ ਵਿੱਚ। ਸਹਿਜ ਅਵਸਥਾ ਚੌਥੇ ਪਾਤਸ਼ਾਹ ਆ ਗਿਆ। ਤਾਂ ਕੀ ਕੀਮਤ ਕਰੇ ਨਾ ਕੋਏ, ਕਹਿੰਦੀ ਉਹਦੀ ਕੀਮਤ ਕੌਣ ਕਰ ਸਕਦਾ ਹੈ ਭਾਈ, ਉਸ ਦੀ ਕੀਮਤ ਕੌਣ ਕਰ ਸਕਦਾ ਹੈ।
ਜਹ ਦੇਖਾਂ ਤਹ ਰਹਾ ਸਮਾਏ। ਉਹ ਮਾਲਕ ਪਰਮਾਤਮਾ ਕਹਿੰਦੇ ਜਿੱਧਰ ਵੀ ਦੇਖਦਾ ਹੈ ਉਹ ਸੁੰਨ ਜਿਹੜਾ ਹੈਗਾ ਹਰ ਜਗ੍ਹਾ ਤੇ ਸਮਾਇਆ ਹੋਇਆ ਮਾਲਕ ਪਰਮਾਤਮਾ। ਨਾਨਕ ਪਾਰ ਪਰੈ ਸੱਚ ਪਾਏ। ਸੰਸਾਰ ਸਮੁੰਦਰ ਤੋਂ ਪਾਰ ਇਸੇ ਸੱਚੀ ਭਾਵਨਾ ਦੇ ਨਾਲ, ਇਸੇ ਪਿਆਰ ਦੇ ਨਾਲ, ਸੱਚ ਦੇ ਨਾਲ ਪਿਆਰ, ਉਹ ਸੁੰਨ ਦੇ ਨਾਲ ਪਿਆਰ ਪਾਉਣ ਦੇ ਨਾਲ ਪਾਰ ਹੋ ਜਾਂਦਾ ਹੈ। ਅਗਲਾ ਉਹਨਾਂ ਦਾ ਕੁਐਸਚਨ ਸਿੱਧਾਂ ਦਾ ਆ ਗਿਆ। ਸ਼ੋ ਸ਼ਬਦ ਕਾ ਕਹਾਂ ਵਾਸ ਕਥੀਲੇ ਜਿਤ ਤਰੀਏ ਭਉਜਲ ਸੰਸਾਰੋ। ਕਹਿੰਦੇ ਇਹ ਸ਼ਬਦ ਜਿਹੜਾ ਹੈਗਾ ਇਹ ਦੱਦੇ ਨੂੰ ਔਂਕੜ ਨਹੀਂ ਹੈ ਕਿਉਂਕਿ ਕਾ ਲੱਗ ਗਿਆ ਇਸ ਕਰਕੇ। ਸੋ ਸ਼ਬਦ ਕਾ ਕਹਾਂ ਵਾਸ ਕਥੀਲੇ, ਕਹਿੰਦੇ ਕਿੱਥੇ ਇਹਦਾ ਵਾਸਾ, ਕਿੱਥੋਂ ਮਿਲਦਾ ਹੈ ਸ਼ਬਦ। ਜਿਤ ਤਰੀਏ ਭਉਜਲ ਸੰਸਾਰੋ, ਜਿੱਥੋਂ ਇਹ ਸੰਸਾਰ ਭਉਜਲ ਇਹ ਤਰਿਆ ਜਾਏ, ਕਿੱਥੇ ਇਹਦਾ ਵਾਸਾ ਹੈ ਸ਼ਬਦ ਦਾ, ਇਹ ਸੁਣਨ ਦਾ ਕਿੱਥੇ ਵਾਸਾ ਆ। ਤ੍ਰੈਸਤ ਅੰਗੁਲ ਵਾਈ ਕਹੀਏ ਤਿਸ ਕਹੋ ਕਵਨ ਆਧਾਰੋ। ਕਹਿੰਦੇ ਜਿਹੜੀ ਪ੍ਰਾਣ ਸ਼ਕਤੀ, ਪ੍ਰਾਣ ਹੈਗੇ, ਪ੍ਰਾਣ ਜਿਹੜੇ ਆਪਣੇ ਪ੍ਰਾਣ ਹੈਗੇ ਆ, ਹਵਾ ਹੈਗੀ ਜਿਹੜੀ, ਕਹਿੰਦੇ ਇਹ ਜਿਹੜੀ ਹੈਗੀ 3 ਤੇ 7 10 ਉਂਗਲ ਕਹਿੰਦੇ ਵਾਈ, ਕਹਿੰਦੇ ਇਹਨੂੰ ਕਹਿੰਦੇ 10 ਉਂਗਲ ਮੂੰਹ ਤੋਂ ਜਦ ਸਵਾਸ ਛੱਡਦੇ ਆ ਤੇ 10 ਉਂਗਲੀਆਂ ਜਿੰਨੀ ਹੈਗੀ ਇੰਨੀ ਕੁ ਦੂਰ ਤੱਕ ਆਪਣੀ ਹਵਾ ਜਾਂਦੀ ਹੈ। ਜੇ ਜ਼ਿਆਦਾ ਜਾਏ ਤੇ ਫਿਰ ਤਾਂ ਗੜਬੜ ਹੋ ਜਾਏ, ਦੂਜੇ ਦੇ ਮੂੰਹ 'ਚ ਹੀ ਜਾਏ। ਤ੍ਰੈਸਤ ਅੰਗੁਲ ਵਾਈ ਕਹੀਏ ਤਿਸ ਕਹੋ ਕਵਨ ਆਧਾਰੋ। ਕਹਿੰਦੇ ਇਹਦਾ ਆਧਾਰ ਕੀ ਹੈਗਾ ਭਾਈ, ਇਹ ਕਿੱਥੋਂ ਆਈ ਹੈ, ਕੀ ਹੈ ਇਹਦਾ ਆਧਾਰ। ਬੋਲੇ ਖੇਲੇ ਅਸਥਿਰ ਹੋਵੇ ਕਿਉਂ ਕਰ ਅਲਖ ਲਖਾਏ। ਕਹਿੰਦੇ ਆਹ ਜਿਹੜਾ ਪਤੰਦਰ ਮੇਰੇ ਅੰਦਰ ਬੋਲਦਾ ਆ, ਇਹ ਖੇਲ ਰਿਹਾ ਆ ਮਾਇਆ ਦੇ ਵਿੱਚ ਪੂਰਾ ਜਿਹੜਾ ਹੈਗਾ, ਇਹ ਕਿਵੇਂ ਅਸਥਿਰ ਹੋ ਸਕਦਾ ਹੈ ਭਾਈ। ਇਹ ਮਨ ਤੂੰ ਜੋਤ ਸਰੂਪ ਹੈ, ਕਿਵੇਂ ਜੋਤ ਸਰੂਪ ਹੋ ਸਕਦਾ ਹੈ, ਇਹਦੇ ਉੱਪਰ ਦੀ ਮੈਲ ਕਿਵੇਂ ਲੈ ਸਕਦੀ ਹੈ। ਜਿਹੜਾ ਬੋਲ ਰਿਹਾ ਹੈ, ਖੇਲ ਰਿਹਾ ਹੈ। ਬੋਲੇ ਖੇਲੇ ਅਸਥਿਰ ਹੋਵੇ ਕਿਉਂ ਕਰ ਅਲਖ ਲਖਾਏ। ਕਿਵੇਂ ਜਿਹੜਾ ਹੈਗਾ ਨਹੀਂ ਲਿਖਿਆ ਜਾ ਰਿਹਾ, ਕਿਵੇਂ ਉਹਨੂੰ ਲਿਖਾਇਆ ਜਾਏ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਕਿਸੇ ਹੋਰ ਤਰੀਕੇ ਨਾਲ ਲਿਖਿਆ ਹੀ ਨਹੀਂ ਜਾਂਦਾ। ਸੁਣ ਸੁਆਮੀ ਸੱਚ ਨਾਨਕ ਪਰਣਵੈ ਆਪਣੇ ਮਨ ਸਮਝਾਏ। ਮਹਾਰਾਜ ਕਹਿੰਦੇ ਆ ਭਾਈ, ਕਹਿੰਦੇ ਦੇਖੋ ਇਹ ਜਿਹੜਾ ਹੈਗਾ ਆਪਣੇ ਮਨ ਨੂੰ ਸਮਝਾਉਣਾ ਹੈਗਾ, ਸੱਚ ਬੋਲ ਕੇ ਸੱਚ ਦੇ ਨਾਲ ਆਪਣੇ ਮਨ ਨੂੰ ਸਮਝਾਉਣਾ ਹੈਗਾ। ਮਹਾਰਾਜ ਬੇਨਤੀ ਕਰ ਰਹੇ ਹੈ, ਸੁਣ ਸੁਆਮੀ ਸੱਚ ਨਾਨਕ ਪਰਣਵੈ ਆਪਣੇ ਮਨ ਸਮਝਾਏ। ਗੁਰਮੁਖ ਸ਼ਬਦੇ ਸੱਚ ਲਿਵ ਲਾਗੈ ਕਰ ਨਦਰੀ ਮੇਲ ਮਿਲਾਏ। ਗੁਰੂ ਦੇ ਰਾਹੀਂ ਕਹਿੰਦੇ ਸ਼ਬਦ ਦੇ ਦੁਆਰਾ, ਸ਼ਬਦੇ ਗੁਰਮੁਖ ਸ਼ਬਦੇ, ਗੁਰੂ ਦੇ ਰਾਹੀਂ ਇਹ ਸ਼ਬਦ ਦੇ ਵਿੱਚ, ਸੱਚ ਦੇ ਵਿੱਚ ਲਿਵ ਲੱਗਦੀ ਹੈ ਔਰ ਮਾਲਕ ਮਿਹਰ ਕਰ ਲੈਂਦਾ। ਫਿਰ ਉਹ ਨਦਰੀ ਜਿਹੜਾ ਹੈਗਾ, ਮਾਲਕ ਪਰਮਾਤਮਾ ਜਿਹੜਾ ਹੈਗਾ ਮਿਹਰ ਕਰਨ ਵਾਲਾ, ਅਬ ਮਿਲਾ ਲੈਂਦਾ ਹੈ। ਜਿਹੜਾ ਸੁਣਨ ਦੇ ਵਿੱਚ ਆ ਗਿਆ ਪਾਏ, ਦਰ ਤੇ ਆ ਗਿਆ, ਮਿਲਾ ਲੈਂਦਾ ਹੈ ਉਹ। ਗੁਰਮੁਖ ਸ਼ਬਦੇ ਸੱਚ ਲਿਵ ਲਾਗੈ ਕਰ ਨਦਰੀ ਮੇਲ ਮਿਲਾਏ। ਆਪੇ ਦਾਨਾ ਆਪੇ ਪੀਨਾ ਪੂਰੇ ਭਾਗ ਸਮਾਏ। ਕਹਿੰਦੇ ਉਹਨੂੰ ਪਤਾ ਹੈ ਸਾਰਾ, ਉਹ ਸਭ ਤੋਂ ਜ਼ਿਆਦਾ ਸਮਝਦਾਰ ਆ, ਸਭ ਤੋਂ ਜ਼ਿਆਦਾ ਉਹ ਤਾਂ ਅੰਤਰਜਾਮੀ ਹੈਗਾ। ਬੀਨਾ ਕਹਿੰਦੇ ਸਾਰਾ ਕੁਝ ਦੇਖ, ਉਹਦੀ ਅੱਖਾਂ ਤੋਂ ਕੋਈ ਚੀਜ਼ ਨਹੀਂ ਛੁਪੀ ਹੋਈ। ਪੂਰੇ ਭਾਗ ਸਮਾਏ, ਪੂਰੇ ਭਾਗ ਜਾਗ ਜਾਂਦੇ ਆ ਭਾਈ, ਸਮਾ ਜਾਂਦਾ ਇਨਸਾਨ। ਜਦ ਆਕਾਰ ਤੋਂ ਉੱਪਰ ਉੱਠ ਗਿਆ, ਸੁਣਨ ਦੇ ਵਿੱਚ ਚਲਾ ਗਿਆ, ਉਹਨੇ ਤਾਂ ਸਮਾਉਣਾ ਹੀ ਸਮਾਉਣਾ ਹੈ। ਸੋ ਸ਼ਬਦ ਕੋ ਨਿਰੰਤਰ ਵਾਸ ਅਲਕੰਗ ਜਹ ਦੇਖਾਂ ਤੈਂ ਸੋਈ। ਕਹਿੰਦੇ ਇਹ ਤਾਂ ਸੁਣ ਸ਼ਬਦ ਹੈਗਾ, ਇਹ ਤਾਂ ਨਿਰੰਤਰ ਲਗਾਤਾਰ ਹੈਗਾ, ਇਹਨੇ ਬੰਦ ਨਹੀਂ ਹੋਣਾ ਭਾਈ, ਲਗਾਤਾਰ ਹੈਗਾ, ਨਿਰੰਤਰ। ਜਿੱਥੇ ਦੇਖਦਾ ਉੱਥੇ ਇਹ ਸ਼ਬਦ ਹੈਗਾ ਭਾਈ। ਅਲਖੰਗ ਲਖਿਆ ਨਹੀਂ ਜਾਂਦਾ, ਨਿਰੰਤਰ। ਸੋ ਸ਼ਬਦ ਕੋ ਨਿਰੰਤਰ ਵਾਸ। ਫਿਰ ਇੱਥੇ ਕਉ ਲੱਗਿਆ, ਇਸ ਕਰਕੇ ਸ਼ਬਦ ਦਾ ਔਂਕੜ ਨਹੀਂ ਹੈਗਾ। ਸੋ ਸ਼ਬਦ ਕੋ ਨਿਰੰਤਰ ਵਾਸ ਅਲਖੰਗ ਜਹ ਦੇਖਾਂ ਤਾਂ ਸੋਈ। ਉਹ ਸੁਨ ਪਵਨ ਕਾ ਵਾਸਾ ਸੁਨ ਨਿਵਾਸਾ ਅਕਲ ਕਲਾ ਧਰ ਸੋਈ। ਬਸ ਕਹਿੰਦੇ ਪਵਨ ਜਿਹੜੀ ਹੈ ਸੁਨ ਦੇ ਵਿੱਚ ਹੈਗੀ ਆ। ਪਵਨ ਜਿਹੜੀ ਸਾਰਿਆਂ ਦੀ ਪ੍ਰਾਣ ਹੈ, ਊਰਜਾ ਹੈਗੀ, ਪ੍ਰਾਣ ਸ਼ਕਤੀ ਹੈਗੀ, ਪ੍ਰਾਣ ਹੈਗੇ ਜਿਹੜੇ ਸਾਰਿਆਂ ਦੇ, ਕਹਿੰਦੇ ਇਹਦਾ ਵਾਸਾ ਸੁਨ ਦੇ ਵਿੱਚ ਹੀ ਆ, ਉਸੇ ਸੁਨ ਦੇ ਵਿੱਚ, ਉੱਥੋਂ ਹੀ ਆਏ ਆ ਪ੍ਰਾਣ। ਅਕਲ ਕਲਾ
ਤਰਸ ਹੋਈ। ਉਹ ਮਾਲਕ ਪਰਮਾਤਮਾ ਸਰਵ ਕਲਾ ਸਮਰੱਥ ਜਿਹੜਾ ਹੈਗਾ ਉਹੀ ਆਧਾਰ ਇਹ ਸੁਣਨ ਦਾ, ਉਹੀ ਸੁਣਨਾ। ਪਵਨ ਕਾ ਵਾਸਾ ਸੁਨ ਨਿਵਾਸਾ ਅਕਲ ਕਲਾ ਤਰਸ ਹੋਈ। ਨਦਰ ਕਰੇ ਸ਼ਬਦ ਘਟ ਮੈਂ ਵਸੈ ਵਿੱਚੋਂ ਭਰਮ ਗਵਾਏ। ਮਾਲਕ ਦੀ ਮਿਹਰ ਹੋ ਜਾਏ ਤੇ ਸੁਣਨ ਦੇ ਵਿੱਚ ਆਦਮੀ ਅਭਿਆਸੀ ਚਲੇ ਜਾਂਦਾ ਹੈ, ਘਟ ਦੇ ਵਿੱਚ ਵਸ ਜਾਂਦਾ ਹੈ। ਇਹ ਸ਼ਬਦ ਸੁਣ, ਘਟ ਦੇ ਵਿੱਚ ਵਸਣਾ ਕੀ ਹੈ? ਬਸ ਵਿਚਾਰ ਬੰਦ ਹੋ ਗਏ ਤੇ ਰਹਿ ਕੀ ਗਿਆ? ਦੇਖੋ ਕਦੀ ਆਪਣਾ ਸਾਹ ਰੋਕ ਕੇ ਦੇਖੋ, ਸਾਹ ਰੋਕੋ ਤੇ ਦੇਖੋ ਕੀ ਹੁੰਦਾ ਹੈ। ਉਸੇ ਵੇਲੇ ਸੁਣਨ ਦੇ ਸ਼ਬਦ ਚੱਲ ਪੈਣਗੇ। ਨਦਰ ਕਰੇ ਸ਼ਬਦ ਘਟ ਮੈਂ ਵਸੈ ਵਿੱਚੋਂ ਭਰਮ ਗਵਾਏ। ਇਸ ਤਰ੍ਹਾਂ ਭਰਮ ਜਾਂਦਾ ਹੈ ਭਾਈ। ਸ਼ਬਦ ਵਸ ਗਿਆ ਤੇ ਭਰਮ ਕੀ ਹੈ? ਵਿਚਾਰ, ਮਾਇਆ, ਸੰਸਾਰ, ਆਕਾਰ, ਆ ਸਾਰਾ ਇਹ ਵਿਚਾਰ, ਇਹੀ ਭਰਮ ਹੈਗਾ। ਤਨ ਮਨ ਨਿਰਮਲ, ਨਿਰਮਲ ਬਾਣੀ ਨਾਮੋ ਮਨੇ ਵਸਾਏ। ਕਹਿੰਦੇ ਤਨ ਵੀ ਮਨ ਵੀ ਦੋਨੋਂ ਨਿਰਮਲ ਹੋ ਜਾਣਗੇ। ਇਹ ਨਿਰਮਲ ਬਾਣੀ ਹੈ ਭਾਈ, ਇਹ ਸੁਣਨ ਦੀ ਬਾਣੀ, ਇਹਨੂੰ ਨਾਮ ਨੂੰ ਮਨ ਦੇ ਵਿੱਚ ਵਸਾ ਲਾ ਭਾਈ। ਇਹ ਤੈਨੂੰ ਬਸ ਸੰਸਾਰ ਸਮੁੰਦਰ ਤੋਂ ਪਾਰ ਕਰ ਦੇਗੀ। ਸ਼ਬਦੇ ਗੁਰੂ ਭਵ ਸਾਗਰ ਤਰੀ। ਆਹੀ ਗੁਰੂ ਦਾ ਸ਼ਬਦ ਆ ਪਿਆਰਿਓ, ਆਹੀ ਗੁਰੂ ਦਾ ਸ਼ਬਦ, ਆਹੀ ਸੇਵਾ, ਆਹੀ ਸਾਰਾ ਕੁਛ ਹੈ। ਇਸੇ ਦੇ ਨਾਲ ਸੰਸਾਰ ਸਮੁੰਦਰ ਪਾਰ ਹੋਣਾ ਹੈ। ਇਤ ਉਤੇ ਇੱਕੋ ਜਾਣਾ ਹੈ। ਬਸ ਆ ਆਕਾਰ ਤੇ ਨਿਰਾਕਾਰ ਉਹੀ ਸੁਣਨਾ ਹੈਗਾ, ਹੋਰ ਕੁਛ ਨਹੀਂ ਹੈਗਾ। ਸ਼ਬਦੇ ਗੁਰੂ ਭਵ ਸਾਗਰ ਤਰੀ ਹੈ, ਇਤ ਉਤੇ ਇੱਕੋ ਜਾਣਾ ਹੈ। ਇੱਥੇ ਉੱਥੇ ਇੱਕੋ ਹੀ ਹੈਗਾ ਭਾਈ। ਚਿਹਨ ਵਰ ਨਹੀਂ ਛਾਇਆ ਮਾਇਆ, ਨਾਨਕ ਸ਼ਬਦ ਪਛਾਣੈ। ਬਸ ਕਹਿੰਦੇ ਉਹਦਾ ਚਿੰਨ੍ਹ ਨਹੀਂ ਹੈ, ਉਹਦਾ ਵਰਣ ਨਹੀਂ ਹੈ, ਕੋਈ ਰੰਗ ਰੂਪ ਰੇਖ ਨਹੀਂ ਹੈਗਾ, ਕੋਈ ਉਹਦੀ ਛਾਇਆ, ਆ ਮਾਇਆ ਉਹਦੀ ਛਾਇਆ ਹੈ ਭਾਈ। ਨਹੀਂ ਰਹੇਗੀ, ਨਹੀਂ ਰਹੇਗੀ, ਨਹੀਂ ਰਹੇਗੀ, ਉੱਪਰ ਚਲੇ ਜਾਏਗਾ। ਸ਼ਬਦ ਨੂੰ ਪਛਾਣ ਲਏਗਾ ਤੇ ਇਹ ਮਾਇਆ ਤੋਂ ਉੱਪਰ ਤਰ ਜਾਏਗਾ। ਚਿਹਨ ਵਰਨ ਨਹੀਂ ਛਾਇਆ ਮਾਇਆ, ਨਾਨਕ ਸ਼ਬਦ ਪਛਾਣੈ। ਤ੍ਰੈ ਸਤ ਅੰਗੁਲ ਵਾਈ ਅਵਧੂ, ਸੁਨ ਸੱਚ ਆਹਾਰੋ। ਕਹਿੰਦੇ ਭਾਈ ਆ ਜਿਹੜੀ ਪ੍ਰਾਣ ਸ਼ਕਤੀ ਹੈ, ਪ੍ਰਾਣ ਹੈਗੇ ਜਿਹੜੇ 3 7 10 ਉਂਗਲ, 3 ਤੇ 7 10 ਉਂਗਲ ਵਾਈ। ਹੇ ਜੋਗੀਓ, ਹੇ ਅਵਧੂ, ਇਹਦਾ ਆਹਾਰ ਕੀ ਹੈਗਾ? ਸੁਣ ਹੈ, ਇਹਦਾ ਸੱਚ ਹੈ, ਇਹਦਾ ਆਹਾਰ। ਸੁਨ ਸੱਚ ਆਹਾਰੋ। ਉਹੀ ਮਾਲਕ ਪਰਮਾਤਮਾ, ਉਹੀ ਸੱਚ, ਉਹੀ ਸੁਨ। ਗੁਰਮੁਖੇ ਬੋਲੇ ਤਤ ਵਿਰੋਲੇ, ਚੀਨੇ ਅਲਖ ਅਪਾਰੋ। ਜਿਹੜਾ ਵੀ ਗੁਰੂ ਦੇ ਰਾਹੀਂ ਆ ਪ੍ਰੈਕਟੀਕਲ ਕਰਦਾ ਆ ਸੇਵਾ ਕਰਦਾ ਆ, ਬੋਲੇ ਦਾ ਮਤਲਬ ਆ ਸੇਵਾ ਕਰਦਾ ਆ, ਤਤ ਵਿਰੋਲਦਾ ਹੈ, ਉਹ ਤਤ ਵਿਰੋਲਦਾ ਹੈ, ਤਤ ਵਸਤੂ ਲੈ ਲਈ ਉਹਨੇ। ਚੀਨੇ ਅਲਖ ਅਪਾਰੋ। ਉਹ ਮਾਲਕ ਪਰਮਾਤਮਾ ਨੂੰ, ਅਲਖ ਨੂੰ ਚੀਨ ਲੈਂਦਾ ਹੈ, ਉਸ ਅਪਾਰ ਨੂੰ ਲੱਭ ਲੈਂਦਾ ਹੈ, ਉਸ ਅਪਾਰ ਨੂੰ। ਤ੍ਰੈ ਗੁਣ ਮੇਟੇ ਸ਼ਬਦ ਵਸਾਏ, 3 ਗੁਣ ਮਾਇਆ, ਆਕਾਰ, ਜਿਹੜਾ ਸ੍ਰਿਸ਼ਟੀ ਦੇ ਜਿਹੜੇ ਹੈਗੇ ਵਿਚਾਰ, ਇਹ ਲਹਿਰਾਂ ਮਿਟ ਜਾਂਦੀਆਂ ਹੈ, ਸ਼ਬਦ ਵਸ ਜਾਂਦਾ ਅੰਦਰ। ਸੁਣਨ ਦਾ ਸ਼ਬਦ ਅੰਦਰ ਵਸ ਜਾਂਦਾ ਹੈ। ਸੁਣਨ ਆ ਗਿਆ ਤੇ ਬਾਕੀ ਕੀ ਆਊਗਾ ਭਾਈ? ਤ੍ਰੈ ਗੁਣ ਮੇਟੇ ਸ਼ਬਦ ਵਸਾਏ, ਤਾਂ ਮਨ ਚੂਕੇ ਅਹੰਕਾਰੋ। ਤਾਂ ਇਹ ਹਉਮੈ ਜਾਏਗੀ ਭਾਈ, ਤਾਂ ਅਹੰਕਾਰ ਜਾਏਗਾ। ਨਹੀਂ ਤਾਂ ਵਿਚਾਰ ਹੈਗੇ ਤੇ ਅਹੰਕਾਰ ਤਾਂ ਹੋਣਾ ਹੀ ਹੋਣਾ ਹੈ, ਲਾਜ਼ਮੀ ਹੋਣਾ ਹੀ ਹੋਣਾ ਹੈ। ਤ੍ਰੈ ਗੁਣ ਮੇਟੇ ਸ਼ਬਦ ਵਸਾਏ, ਤਾਂ ਮਨ ਚੂਕੇ ਅਹੰਕਾਰੋ। ਅੰਤਰ ਬਾਹਰ ਇੱਕੋ ਜਾਣੇ, ਤਾਂ ਹਰ ਨਾਮ ਲਗੇ ਪਿਆਰੋ। ਬਸ ਜਦੋਂ ਸੁਣਨ ਦੇ ਵਿੱਚ ਚਲਾ ਗਿਆ ਤੇ ਅੰਦਰ ਬਾਹਰ ਇੱਕ ਹੋ ਗਿਆ। ਫਿਰ ਅੰਤਰ ਬਾਹਰ ਇੱਕ ਹੋ ਜਾਣੇ, ਤਾਂ ਹਰ ਨਾਮ ਲਗੇ ਪਿਆਰੋ। ਆਇਆ ਪਰਮੇਸ਼ਰ ਦਾ ਨਾਮ, ਤਾਂ ਉਹ ਨਾਮ ਪ੍ਰਗਟ ਹੋ ਜਾਏਗਾ, ਉਹਦੇ ਨਾਲ ਪਿਆਰ ਪੈ ਜਾਏਗਾ। ਜਿਹੜਾ ਸੁਣਨ 'ਚ ਬੈਠਦਾ ਹੈ, ਨਾਮ ਦੇ ਨਾਲ ਪਿਆਰ ਹੋ ਗਿਆ, ਉਹਦਾ ਨਾਮ ਅੰਮ੍ਰਿਤ ਆ ਜਾਣਾ ਹੈ ਉਹਦੇ ਕੋਲ। ਬਾਕੀ ਜਿਹੜੇ ਹੈਗੇ ਸੁਖਮਨਾ ਈੜਾ ਪਿੰਗਲਾ ਬੂਝੈ, ਜਾਂ ਆਪੇ ਅਲਖ ਲਖਾਏ। ਭਾਈ ਆ ਤੇ ਤੁਹਾਨੂੰ ਲੋੜ ਹੀ ਨਹੀਂ ਪੈਣੀ ਜੋਗੀਓ, ਇਹ ਈੜਾ ਪਿੰਗਲਾ ਸੁਖਨਾ, ਇਹ ਸਵਾਸ ਉੱਪਰ ਚੜਾਉਣ ਦੀ ਲੋੜ ਹੀ ਨਹੀਂ ਪੈਣੀ। ਉੱਥੇ ਜਾ ਕੇ ਜਿਹੜਾ ਹੈਗਾ ਜਿਹੜਾ ਹੈਗਾ ਆਪਾਂ ਜਿਸ ਤਰ੍ਹਾਂ ਹੁਣ ਜਿਹੜੀ ਸਾਹ ਰੋਕਣ ਦੀ ਲੋੜ ਨਹੀਂ ਪੈਣੀ ਤੁਹਾਨੂੰ। ਸਾਹ ਰੋਕ ਕੇ ਜਿਹੜਾ ਹੈਗਾ ਆਪਾਂ ਜਿਹੜੇ ਉਹਨਾਂ ਨੂੰ ਸਵਾਦ ਆਉਂਦਾ ਸੀਗਾ, ਥੋੜ੍ਹਾ ਵਿਚਾਰ ਬੰਦ ਹੋ ਜਾਂਦੇ ਸੀਗੇ, ਕਹਿੰਦੇ ਇਹਦੀ ਨਹੀਂ ਲੋੜ ਪੈਣੀ ਸਵਾਸ ਚੜਾਉਣ ਦੀ, ਈੜਾ ਪਿੰਗਲਾ ਦੇ ਥਰੂ। ਸੁਖਮਨਾ ਈੜਾ ਪਿੰਗਲਾ ਬੂਝੇ, ਆਪੇ ਆਪ ਬੁੱਝੀਆਂ ਜਾਣੀਆਂ ਸਾਰੀਆਂ, ਜਾਂ ਆਪੇ ਅਲਖ ਲਖਾਏ। ਉਹ ਜੇ ਮਾਲਕ ਪਰਮਾਤਮਾ
ਜਿਹੜਾ ਅਲੱਖ ਹੈਗਾ ਲਿਖਾ ਦਿੰਦਾ ਹੈ। ਇਹ ਸੁਣਨ ਵਾਲੀ ਜਿਹੜੀ ਹੈ ਚੀਜ਼, ਜਿਹੜਾ ਸੁਣਨ ਦੇ ਵਿੱਚ ਬੈਠਣਾ ਸਿੱਖ ਗਿਆ, ਇਹ ਜਿਹੜਾ ਪਿੰਗਲਾ ਸੁਖਮਨਾ ਸਭ ਪਾ ਰਿਹਾ ਪਾਏ। ਨਾਨਕ ਤਿਹ ਤੇ ਉੱਪਰ ਸਾਚਾ ਸਤਿਗੁਰ ਸ਼ਬਦੇ ਸਮਾਏ। ਕਹਿੰਦੇ ਉਸ ਤੋਂ ਉੱਪਰ, ਸਾਰਿਆਂ ਤੋਂ ਉੱਪਰ, ਇਹ ਤਿੰਨ ਗੁਣੀ ਜਿਹੜੀ ਹੈਗੀ ਇਹਨਾਂ ਤੋਂ, ਇਹ ਜਿਹੜਾ ਪਿੰਗਲਾ ਸੁਖਮਨਾ ਤੋਂ ਉੱਪਰ ਉਹ ਸੱਚਾ ਮਾਲਕ ਪਰਮਾਤਮਾ ਹੈਗਾ ਭਾਈ। ਸਤਿਗੁਰੂ ਜਿਹੜਾ ਹੈਗੇ, ਸਤਿਗੁਰੂ ਦੇ ਦੁਆਰਾ, ਸ਼ਬਦ ਦੇ ਦੁਆਰਾ ਜਿਹੜਾ ਹੈਗਾ, ਆ ਧਿਆਨ ਸਿਮਰਨ ਦੇ ਦੁਆਰਾ ਉਹਦੇ ਵਿੱਚ ਸਮਾਈ ਹੋ ਸਕਦੀ ਹੈ। ਮਨ ਕਾ ਜੀਓ, ਅਗਲਾ ਕੁਐਸਚਨ ਆ ਗਿਆ, ਮਨ ਕਾ ਜੀਓ ਪਵਨ ਕਥੀਲ ਹੈ। ਕਹਿੰਦੇ ਮਨ ਜਿਹੜਾ ਹੈਗਾ, ਮਨ ਦਾ ਜੀਓ ਕੀ ਹੈਗਾ? ਪਵਨ ਹੈਗੀ। ਪਵਨ ਸਵਾਸ, ਪ੍ਰਾਣ ਸ਼ਕਤੀ, ਪ੍ਰਾਣ। ਪਵਨ ਕਹਾਂ ਰਸ ਖਾਈ। ਕਹਿੰਦੇ ਪਵਨ ਜਿਹੜੀ ਹੈਗੀ, ਇਹਨੂੰ ਕਿੱਥੇ ਖੁਰਾਕ ਮਿਲਦੀ ਹੈ ਭਾਈ? ਗਿਆਨ ਕੀ ਮੁਦਰਾ ਕਵਨ ਅਵਧੂ ਸਿੱਧ ਕੀ ਕਵਨ ਕਮਾਈ। ਗਿਆਨ ਦੀ ਕੀ ਮੁਦਰਾ ਹੈ? ਗਿਆਨ ਦੀ ਕੀ ਮੁਦਰਾ ਹੈ ਭਾਈ? ਸਿੱਧਾਂ ਦੀ ਕਿਹੜੀ ਕਮਾਈ ਹੈ? ਸਿੱਧ ਕੀ ਕਵਨ ਕਮਾਈ। ਸਿੱਧੀ ਵਾਸਤੇ ਕੀ ਕਰਨਾ ਪਊਗਾ? ਗਿਆਨ ਦੀ ਮੁਦਰਾ ਕਿਸ ਤਰ੍ਹਾਂ ਗਿਆਨ ਮਿਲਦਾ ਹੈ? ਬਿਨ ਸ਼ਬਦ ਹੈ ਰਸ ਨਾ ਆਵੇ ਉਦੋਂ ਹਉਮੈ ਪਿਆਸ ਨਾ ਜਾਏ। ਕਹਿੰਦੇ ਭਾਈ ਆ ਗਿਆਨ ਲੈ ਲਾ, ਸ਼ਬਦ ਤੋਂ ਬਗੈਰ, ਧਿਆਨ ਸਿਮਰਨ ਤੋਂ ਬਗੈਰ, ਸੁਣਨ ਦੇ ਵਿੱਚ ਜਾਏ ਬਗੈਰ ਰਸ ਨਹੀਂ ਆਏਗਾ, ਨਹੀਂ ਆਏਗਾ, ਰਸ ਨਹੀਂ ਆਏਗਾ, ਨਹੀਂ ਆਏਗਾ। ਔਰ ਪਿਆਸ ਨਹੀਂ ਜਾਣੀ ਤੇਰੀ, ਔਰ ਹਉਮੈ ਵੀ ਰਹੇਗੀ। ਹੇ ਅਵਧੂ, ਹੇ ਰੱਬ ਦੇ ਰਸਤੇ ਤੇ ਤੁਰਨ ਵਾਲਿਆ, ਸੰਨਿਆਸੀ, ਵਿਨ ਸ਼ਬਦ ਹੈ ਰਸ ਨਾ ਆਵੇ ਉਦੋਂ ਹਉਮੈ ਪਿਆਸ ਨਾ ਜਾਏ। ਸ਼ਬਦ ਦੇ ਰਤੇ ਅੰਮ੍ਰਿਤ ਰਸ ਪਾਇਆ, ਸਾਚੇ ਰਹੇ ਅਗਾਏ। ਸ਼ਬਦ ਦੇ ਵਿੱਚ ਰਤੇ ਗਏ, ਜਿਨ੍ਹਾਂ ਦੇ ਵਿਚਾਰ ਬੰਦ ਹੋ ਗਏ, ਜਿਨ੍ਹਾਂ ਨੇ ਵਿਚਾਰ ਮੰਡਲ ਕ੍ਰਾਸ ਕਰ ਲਿਆ, ਅੰਮ੍ਰਿਤ ਰਸ ਆ ਜਾਏਗਾ ਪਾਏ। ਸੱਚ ਦੇ ਵਿੱਚ ਰਤੇ ਜਾਣਗੇ ਔਰ ਅਗਾ ਜਾਣਗੇ, ਰੱਜ ਜਾਣਗੇ। ਕਵਨ ਬੁੱਧ ਜਿਤ ਅਸਥਿਰ ਰਹੀਏ, ਕਿਤ ਭੋਜਨ ਤ੍ਰਿਪਤਾਸੈ, ਕਿਤ ਭੋਜਨੇ ਤ੍ਰਿਪਤਾਸੈ। ਦੇਖੋ ਕਹਿੰਦੇ ਕਿਹੜੀ, ਹੁਣ ਕਿਵੇਂ ਮਨ ਨੂੰ ਅਸਥਿਰ ਕਰੀਏ ਅਸੀਂ, ਕਿਵੇਂ ਵਿਚਾਰ ਬੰਦ ਕਰੀਏ? ਕਵਨ ਬੁੱਧ, ਕਿਹੜੀ ਬੁੱਧੀ ਦੇ ਨਾਲ ਵਿਚਾਰ ਬੰਦ ਕਰੀਏ? ਹੁਣ ਪਤਾ ਲੱਗ ਗਿਆ, ਹੁਣ ਸੁਣਨ ਦੇ ਵਿੱਚ ਆਇਆ ਸ਼ਬਦ, ਕਿਸ ਤਰੀਕੇ ਦੇ ਨਾਲ ਇਹ ਹੁਣ ਜਿਹੜੀ ਹੈਗੀ ਪ੍ਰੈਕਟੀਕਲ ਕਰੀਏ। ਕਵਨ ਬੁੱਧ ਜਿਤ ਅਸਥਿਰ ਰਹੀਏ, ਕਿਵੇਂ ਰਹਿ ਸਕਦੇ ਹਾਂ ਅਸਥਿਰ? ਕਿਵੇਂ ਜਿਹੜਾ ਹੈਗਾ ਬੈਠੇ ਸਮਾਧੀ ਲੱਗੀ ਹੋਈ 2-2 3-3 ਘੰਟੇ, ਕਿਸ ਤਰ੍ਹਾਂ? ਕਵਨ ਬੁੱਧ ਜਿਤ ਅਸਥਿਰ ਰਹੀਏ, ਕਿਤ ਭੋਜਨੇ ਤ੍ਰਿਪਤਾਸੇ, ਕਿਹੜੇ ਭੋਜਨ ਦੇ ਨਾਲ ਤ੍ਰਿਪਤੀ ਆਏਗੀ? ਨਾਨਕ ਦੁੱਖ ਸੁਖ ਸਮ ਕਰ ਜਾਣੈ, ਜਾਪੈ ਸਤਿਗੁਰ ਤੇ ਕਾਲ ਨਾ ਗਰਾਸੈ। ਕਹਿੰਦੇ ਦੁੱਖ ਔਰ ਸੁੱਖ ਦੇ ਵਿੱਚ ਸਮ ਰੱਖਣਾ ਹੈ ਆਪਣੇ ਆਪ ਨੂੰ। ਔਰ ਇਹ ਜਿਹੜਾ ਹੈਗਾ ਧਿਆਨ ਸਿਮਰਨ, ਇਹ ਜਿਹੜਾ ਹੈਗਾ ਸੁਣਨ ਦੇ ਵਿੱਚ ਸਹਿਜ ਸਮਾਧੀ, ਇਹ ਸੁਣਨ ਗੁਫਾਵੇਂ ਆਸਣ ਬੈਸਣ, ਇਹ ਕਦੀ ਵੀ ਨਹੀਂ ਬੰਦ ਕਰਨਾ, ਤਾਂ ਜਿਹੜਾ ਕਾਲ ਨਹੀਂ ਖਾਏਗਾ। ਕਿਉਂਕਿ ਆਸਣ ਪਹਿਲਾਂ, ਸੁਣਨ ਗੁਫਾਵੇਂ ਆਸਣ ਬੈਸਣ, ਪਹਿਲਾਂ ਆਸਣ ਲੱਭਣਾ ਹੈ ਭਾਈ, ਕਿੱਥੇ ਟਿਕਾਣਾ ਹੈ, ਕਿੱਥੇ ਸਹਿਜ ਅਵਸਥਾ ਹੈ, ਕਿੱਥੇ ਜਾ ਕੇ ਵਿਚਾਰ ਬੰਦ ਹੁੰਦੇ ਆ, ਫਿਰ ਉੱਥੇ ਬੈਠਣਾ ਹੈ, ਰੋਜ਼ ਬੈਠਕ ਕਰਨੀ ਹੈ ਉੱਥੇ। ਕਲਪ ਵਿਵਰਜਿਤ ਪੰਥਾ, ਕਲਪਨਾ ਵਿਚਾਰ ਵਿਵਰਜਿਤ ਹੈਗੇ। ਰੰਗ ਨਾ ਰਾਤਾ ਰਸ ਨਹੀਂ ਮਾਤਾ। ਕਹਿੰਦੇ ਨਹੀਂ ਇਸ ਰੰਗ ਦੇ ਵਿੱਚ ਆਇਆ, ਇਸ ਰਸ ਦੇ ਵਿੱਚ, ਅੰਮ੍ਰਿਤ ਰਸ ਤੱਕ ਨਹੀਂ ਮੱਥਿਆ ਗਿਆ, ਨਹੀਂ ਪਹੁੰਚਿਆ, ਨਹੀਂ ਇਹ ਕੀਤਾ। ਸ਼ਬਦ ਅਭਿਆਸ, ਸੁਣਨ ਦਾ ਅਭਿਆਸ ਨਹੀਂ ਕੀਤਾ। ਬਿਨ ਗੁਰ ਸ਼ਬਦੇ ਜਲ ਬਲੇ ਤਾਤਾ। ਕਹਿੰਦੇ ਫਿਰ ਤੂੰ ਜਿਹੜਾ ਹੈਗਾ, ਤੈਨੂੰ ਦੁੱਖ ਰਹੇਗਾ ਹੀ, ਜਲਦਾ ਵੜਦਾ ਸੜਦਾ ਹੀ ਰਹੇਗਾ, ਤੱਤਾ ਹੀ ਰਹੇਗਾ ਪਿਆਰਿਆਂ। ਬਿੰਦ ਨਾ ਰਾਖਿਆ ਸ਼ਬਦ ਨਾ ਭਾਖਿਆ। ਸੰਜਮ, ਕਹਿੰਦੇ ਸੰਜਮ, ਸੈਕਸ, ਕਾਮ, ਕਹਿੰਦੇ ਨਹੀਂ ਰੱਖਿਆ ਜਾਏਗਾ ਸੰਜਮ। ਕਿਉਂ? ਸ਼ਬਦ ਨਾ ਭਾਖਿਆ। ਜਿੰਨਾ ਮਰਜ਼ੀ ਕੰਟਰੋਲ ਕਰਕੇ ਦੇਖ ਲਾ, ਨਹੀਂ ਹੋਏਗਾ ਕੰਟਰੋਲ। ਸ਼ਬਦ ਨੂੰ ਭਾਖਣਾ ਪਏਗਾ, ਸੁਣਨ ਦੇ ਵਿੱਚ ਜਾਣਾ ਪਏਗਾ, ਤਾਂ ਜਿਹੜਾ ਹੈਗਾ ਤੇਰਾ ਸੰਜਮ ਨਹੀਂ ਹੈਗਾ। ਤਿਉਂ ਸ਼ਬਦ ਨਹੀਂ ਭਾਖਦਾ। ਬਿੰਦ ਨਾ ਰਾਖਿਆ ਸ਼ਬਦ ਨਾ ਭਾਖਿਆ। ਸ਼ਬਦ ਦਦੇ ਨੂੰ ਔਕੜਿਆ, ਉਹੀ ਸੁਣ। ਪਵਨ ਨਾ ਸਾਧਿਆ ਸੱਚ ਨਾ ਆਰਾਧਿਆ। ਪਵਨ ਨਹੀਂ ਸਾਧਿਆ ਗਿਆ ਪਾਏ, ਸਵਾਸ ਸਮ ਨਹੀਂ ਹੋਏ, ਪਵਨ ਸਾਧਿਆ ਨਹੀਂ ਗਿਆ। ਨਹੀਂ ਜਿਹੜੇ ਹੈਗੇ ਪ੍ਰਾਣ ਸ਼ਕਤੀ ਉੱਪਰ ਗਈ 10ਮ ਦੁਆਰ ਤੱਕ, 9 ਦਰਵਾਜ਼ਿਆਂ ਤੋਂ ਨਹੀਂ ਨਿਰਲੇਪਤਾ ਆਈ, ਕਿਉਂਕਿ ਸੱਚ ਆਰਾਧਿਆ ਨਹੀਂ ਹੈ। ਤੂੰ ਧਿਆਨ ਸਿਮਰਨ ਜਿਹੜਾ ਹੈਗਾ ਆਪਣੇ ਵਿਚਾਰ ਬੰਦ ਕਰਨ ਸਮਾਂ ਹੀ ਨਹੀਂ ਦਿੱਤਾ, ਸੁਣ ਦੇ ਵਿੱਚ ਬੈਠਿਆ ਹੀ ਨਹੀਂ।
ਸਵੇਰੇ ਸ਼ਾਮ 2 ਟਾਈਮ ਦੀ ਜਿਹੜੀ ਹੈਗੀ ਜਿਹੜਾ ਹੈਗਾ ਪਹਿਲੇ ਪਹਿਰੇ ਫੁੱਲੜਾ ਫਲ ਵੀ ਪੱਛਾ ਰਾਤ ਜੋ ਜਗਨ ਲਹਨ ਸੋ ਸਾਈਂ ਕੰਨੋ ਦਾਤ ਪਵਨ ਨਾ ਸਾਧਿਆ ਸੱਚ ਨਾ ਆਰਾਧਿਆ। ਬਿਲਕੁਲ ਬਹੁਤ ਬਹੁਤ ਜ਼ਿਆਦਾ ਪ੍ਰੈਕਟੀਕਲ, ਬਹੁਤ ਅੱਜ ਤੱਕ ਜਿਹੜਾ ਹੈਗਾ ਮਾਲਕ ਪਰਮਾਤਮਾ ਨੇ ਤਾਂ ਪਤਾ ਨਹੀਂ ਕੀ ਕਰਤਾ। ਬਿੰਦ ਨਾ ਰਾਖਿਆ ਸ਼ਬਦ ਨਾ ਭਾਖਿਆ ਪਵਨ ਨਾ ਸਾਧਿਆ ਸੱਚ ਨਾ ਆਰਾਧਿਆ ਅਕਥ ਕਥਾ ਲੈ ਸਮ ਕਰ ਰਹੇ। ਆ ਅਕਥ ਕਥਾ ਹੈ ਭਾਈ, ਇਹ ਸਮ ਦੇ ਵਿੱਚ ਰਹਿਣਾ ਹੈ, ਕਿਸੇ ਨਾਲ ਵਿਤਕਰਾ ਨਹੀਂ, ਕਿਸੇ ਨਾਲ ਉਹ ਨਹੀਂ, ਸਮ ਦ੍ਰਿਸ਼ਟੀ ਸਾਰਿਆਂ ਦੇ ਵਿੱਚ। ਅਕਥ ਕਥਾ ਲੈ ਸਮ ਕਰ ਰਹੇ ਤੋ ਨਾਨਕ ਆਤਮ ਰਾਮ ਕੋ ਲਹੈ। ਤਾਂ ਜਿਹੜਾ ਹੈਗਾ ਆਤਮ ਦੀ ਯਾਤਰਾ ਪੂਰੀ ਹੁੰਦੀ ਹੈ। ਆਤਮ ਗਿਆਨ ਆਇਆ ਭਾਈ, ਇਹ ਹੈ ਪ੍ਰੈਕਟੀਕਲ। ਤੋ ਨਾਨਕ ਆਤਮ ਰਾਮ ਕੋ ਲਹੈ ਗੁਰ ਪ੍ਰਸਾਦੀ ਰੰਗੇ ਰਾਤਾ ਅੰਮ੍ਰਿਤ ਪੀਆ ਸਾਚੇ ਮਾਤਾ। ਆਇਆ ਗੁਰੂ ਦਾ ਪ੍ਰਸਾਦ, ਆਇਆ ਭਾਈ ਸੇਵਾ। ਗੁਰ ਪ੍ਰਸਾਦੀ ਰੰਗੇ ਰਾਤਾ, ਰੰਗ ਦੇ ਵਿੱਚ ਰਤਿਆ ਗਿਆ, ਗੁਰੂ ਦੀ ਕਿਰਪਾ ਦੇ ਨਾਲ ਸੁਣਨ ਦੇ ਵਿੱਚ ਬੈਠ ਗਿਆ, ਵਿਚਾਰ ਬੰਦ ਹੋ ਗਏ, ਅੰਮ੍ਰਿਤ ਪੀ ਲਿਆ, ਸੱਚ ਦੇ ਵਿੱਚ ਮੱਤਿਆ ਗਿਆ। ਗੁਰ ਵਿਚਾਰੀ ਅਗਰ ਨਿਵਾਰੀ, ਆਇਆ ਗੁਰੂ ਨੂੰ ਵਿਚਾਰਨਾ ਪਾਈ। ਜਿਹਨੇ ਆ ਗੁਰੂ ਦੀ ਮੱਤ, ਜੇ ਆਪ ਗੁਰੂ ਦੀ ਮੱਤ ਲੈ ਰਹੇ ਵਿਚਾਰ ਲਈ, ਤੇ ਉਹਨੇ ਆਪਣੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਨਿਵਾਰ ਲਈ। ਆਕਾਰ ਦੀ ਸੰਸਾਰ ਦੀ ਖਿੱਚ ਤੋਂ ਬਾਹਰ ਹੋ ਗਏ, ਗ੍ਰੈਵਿਟੇਸ਼ਨ ਤੋਂ। ਆਪਿਓ ਪੀਓ, ਅੰਮ੍ਰਿਤ ਪੀ ਲਿਆ, ਆਤਮ ਸੁਖ ਧਾਰੀ, ਆਤਮਾ ਦਾ ਸੁਖ ਆ ਗਿਆ ਅੰਦਰ। ਆਤਮਾ ਦਾ ਸੁਖ ਮਿਲ ਗਿਆ, ਜਿਹੜਾ ਰੋਜ਼ ਰਾਤ ਨੂੰ ਸੌਂਦੇ ਆਪਾਂ, ਸਵੇਰੇ ਉੱਠਦੇ ਹਾਂ, ਕਿੰਨਾ ਤਰੋ ਤਾਜ਼ਾ ਹੁੰਦੇ ਆ। ਉਹ ਹਮੇਸ਼ਾ ਹੀ ਤਰੋ ਤਾਜ਼ਾ ਰਹਿੰਦੇ, ਹਮੇਸ਼ਾ ਹੀ ਆਤਮਾ ਦੇ ਵਿੱਚ ਰਹਿੰਦੇ। ਆਪਿਓ ਪੀਓ ਆਤਮ ਸੁਖ ਤਾਰੀ, ਸੱਚ ਆਰਾਧਿਆ ਗੁਰਮੁਖੇ ਤਰ ਤਾਰੀ। ਆਇਆ ਸੱਚ ਦਾ ਆਰਾਧਨਾ ਪਾਈ, ਆਇਆ ਗੁਰੂ ਦੇ ਰਾਹੀਂ ਇਹ ਸੰਸਾਰ ਸਮੁੰਦਰ ਤੋਂ ਪਾਰ ਤਰਨ ਵਾਸਤੇ ਤਾਰੀ। ਨਾਨਕ ਬੁਝੈ ਕੋ ਵਿਚਾਰੀ, ਕੋਈ ਵਿਚਾਰਵਾਨ ਜਿਹੜਾ ਹੈਗਾ ਇਸ ਗੱਲ ਨੂੰ ਬੁੱਝਦਾ ਹੈ ਭਾਈ। ਇਸ ਗੱਲ ਨੂੰ ਕੋਈ ਵਿਚਾਰਵਾਨ ਇਹ ਗੱਲ ਇਹਦੇ ਪ੍ਰੈਕਟੀਕਲ ਕਰੂਗਾ। ਅੱਗੇ ਫਿਰ ਉਹਨਾਂ ਦਾ ਕੁਐਸਚਨ ਹੈਗਾ, ਇਹ ਮਨ ਮੈਗਲ ਕਹਾਂ ਵਸੀਲੇ ਕਹਾਂ ਵਸੇ ਇਹ ਪਵਨਾ। ਸਿੱਧਾਂ ਦੇ ਕੁਐਸਚਨ ਵੀ ਐਸੇ ਆ, ਦੇਖੋ ਕਹਿੰਦੇ ਮਨ ਕਿੱਥੇ ਰਹਿੰਦਾ ਹੈ ਜੀ? ਆ ਮਨ ਕਿੱਥੇ ਬੈਠਦਾ ਸਰੀਰ ਦੇ ਵਿੱਚ? ਮਨ ਕਿੱਥੇ ਹੈਗਾ? ਇਹਦਾ ਕੀ ਟਿਕਾਣਾ ਹੈਗਾ? ਕਿੱਥੇ ਸਵਾਸ ਜਾ ਕੇ ਬੈਠਣਗੇ? ਕਿੱਥੇ ਪ੍ਰਾਣ ਸ਼ਕਤੀ ਬੈਠਦੀ ਹੈ? ਇਹਦਾ ਕੀ ਹੈਗਾ? ਕਹਾਂ ਬਸੇ ਸੋ ਸ਼ਬਦ ਆਉਦੂ ਤਾਂ ਕੋ ਚੂਕੇ ਮਨ ਕਾ ਪਾਉਣਾ। ਕਹਿੰਦੇ ਉਹ ਸ਼ਬਦ ਕਿੱਥੇ ਵਸਦਾ ਹੈ? ਕਹਾਂ ਬਸੇ ਸੋ ਸ਼ਬਦ ਆਉਦੂ ਤਾਂ ਕੋ ਚੂਕੇ ਮਨ ਕਾ ਪਾਉਣਾ। ਵੀ ਮਨ ਦਾ ਪਾਉਣਾ, ਇਹ ਮਨ ਜਿਹੜਾ ਹੈਗਾ ਵਿਚਾਰ ਮਨ ਦੇ ਬੰਦ ਹੋ ਜਾਣ। ਨਦਰ ਕਰੇ, ਆਨਸਰ ਆ ਰਿਹਾ ਹੈ, ਨਦਰ ਕਰੇ ਤਾਂ ਸਤਿਗੁਰ ਮੇਲੇ ਤਾਂ ਨਿਜ ਕਰ ਵਾਸਾ ਇਹ ਮਨ ਪਾਏ। ਚੌਥੇ ਪਦ ਦੇ ਵਿੱਚ ਨਿਜ ਕਰ ਜਿਹੜਾ ਅਸਲੀ ਟਿਕਾਣਾ ਹੈਗਾ। ਜੇ ਗੁਰੂ ਮਿਲ ਜਾਏ, ਮਾਲਕ ਨੇ ਮਿਲਾਉਣਾ ਹੈ, ਗੁਰੂ ਨੇ, ਉਹਦੀ ਨਦਰ ਆ। ਨਦਰ ਕਰੇ ਤਾਂ ਸਤਿਗੁਰ ਮੇਲੇ, ਤਾਂ ਨਿਜ ਕਰ ਵਾਸਾ ਪਾਏ। ਗੁਰੂ ਮਿਲ ਗਿਆ ਤੇ ਨੈਕਸਟ ਕੰਡੀਸ਼ਨ ਆ ਗਈ। ਉਹ ਗਿਆਨ ਦੇ ਦੁਆਰਾ, ਉਹ ਧਿਆਨ ਦੇ ਦੁਆਰਾ, ਪ੍ਰੈਕਟੀਕਲ ਦੇ ਦੁਆਰਾ ਨਿਜ ਕਰ ਦੇ ਵਿੱਚ ਵਾਸਾ ਪਾ ਲੈਂਦਾ। ਮਨ ਟਿਕ ਜਾਂਦਾ ਹੈ। ਮਨ ਨੇ ਉੱਥੇ ਟਿਕਣਾ, ਨਹੀਂ ਤਾਂ ਟਿਕਣਾ ਹੀ ਨਹੀਂ। ਮਨ ਨੂੰ ਹੋਰ ਟਿਕਣ ਦਾ ਕੋਈ ਇੰਪੋਸੀਬਲ ਆ। ਮਨ ਨਹੀਂ ਟਿਕੇਗਾ ਕਦੀ ਵੀ, ਵਿਚਾਰ ਬੰਦ ਨਹੀਂ ਹੋਣਗੇ। ਸੁਣਨ ਦੇ ਵਿੱਚ ਜਾਣਾ ਪਊਗਾ, ਉੱਥੇ ਹੀ ਹੈਗਾ ਇਹਦਾ ਵਾਸਾ। ਆਪੇ ਆਪ ਖਾਏ ਤਾਂ ਨਿਰਮਲ ਹੋਵੇ ਧਾਵਤ ਵਰਜ ਰਹਾਏ। ਆਇਆ ਭਾਈ ਆਪੇ ਨੂੰ ਆਪ ਖਾਣਾ, ਆਪਣੀ ਹਉਮੈ ਇਸ ਤਰੀਕੇ ਦੇ ਨਾਲ ਜਾਂਦੀ ਹੈ। ਉੱਥੇ ਚਲੇ ਗਏ ਸੁਣਨ ਦੇ ਵਿੱਚ, ਸਹਿਜ ਅਵਸਥਾ ਦੇ ਵਿੱਚ ਖਤਮ ਹਉਮੈ, ਤਾਂ ਧਾਵਤ ਵਰਜ ਰਹਾਏ। ਇਸ ਤਰ੍ਹਾਂ ਮਨ ਜਿਹੜਾ ਦੌੜਦਾ ਹੈ, ਇਹ ਵਰਜਦਾ ਹੈ, ਟਿਕਦਾ ਹੈ। ਕਿਉਂ ਮੂਲ ਪਛਾਣੇ ਆਤਮ ਜਾਣੇ, ਕਿਉਂ ਸਸ ਕਰ ਸੂਰ ਸਮਾਵੈ। ਕਿਸ ਤਰੀਕੇ ਦੇ ਨਾਲ ਆਹ ਮੂਲ ਮਾਲਕ ਪਰਮਾਤਮਾ, ਉਹਨੂੰ ਪਛਾਣ ਹੋਏ ਔਰ ਆਤਮਾ ਨੂੰ ਜਾਣਿਆ ਜਾਏ। ਇਹ ਜਿਹੜੀ ਹੈਗੀ ਆ ਆਪਣੀ ਵਿਚਾਰ, ਜਿਹੜਾ ਆਕਾਰ ਤੋਂ ਉੱਪਰ ਨਿਰਾਕਾਰ। ਕਿਉਂ ਸਸ ਕਰੇ ਸੂਰ ਸਮਾਵੈ, ਕਿ ਕਿਸ ਤਰ੍ਹਾਂ ਜਿਹੜਾ ਸ਼ਾਂਤੀ ਦੇ ਵਿੱਚ ਜਿਹੜਾ ਹੈਗਾ ਗਿਆਨ ਦਾ ਸੂਰਜ ਵੀ ਚਮਕ ਜਾਏ ਔਰ ਸ਼ਾਂਤੀ ਵੀ ਆ ਜਾਏ, ਦੋਨੋਂ ਇਕੱਠੇ ਹੋ ਜਾਣ।
ਗੁਰਮੁਖਿ ਹਉਮੈ ਵਿੱਚੋਂ ਖੋਵੈ, ਤਉ ਨਾਨਕ ਸਹਿਜ ਸਮਾਵੈ। ਗੁਰੂ ਦੇ ਰਾਹੀਂ ਜਿਹੜਾ ਵੀ ਇਨਸਾਨ ਧਿਆਨ ਸਿਮਰਨ ਕਰਦਾ ਹੈ, ਜਿਹੜਾ ਵੀ ਜਿਹਦੀ ਵੀ ਸੁਰਤ ਜਾ ਕੇ ਟਿਕ ਜਾਂਦੀ ਹੈ ਉੱਤੇ ਆਪਣੇ ਸਹਿਜ ਅਵਸਥਾ ਦੇ ਵਿੱਚ, ਉਹਦੀ ਹਉਮੈ ਚਲੇ ਜਾਂਦੀ ਹੈ। ਤਉ ਨਾਨਕ ਸਹਿਜ ਸਮਾਵੈ, ਇਸ ਤਰ੍ਹਾਂ ਸਹਿਜ ਦੇ ਵਿੱਚ ਸਮਾ ਜਾਂਦਾ ਉਹ। ਇਹ ਮਨ ਨਿਸ਼ਚਲ ਹਿਰਦੈ ਵਸੀਲੇ, ਗੁਰਮੁਖੇ ਮੂਲ ਪਛਾਣ ਰਹੈ। ਹੁਣ ਹਿਰਦਾ ਜਿਹੜਾ ਹੈ, ਕਹਿੰਦੇ ਮਨ ਹਿਰਦੇ ਦੇ ਵਿੱਚ ਵਸੇਗਾ, ਹਿਰਦੇ ਦੇ ਵਿੱਚ ਟਿਕੇਗਾ, ਜਾ ਕੇ ਨਿਸ਼ਚਲ ਹੋ ਜਾਏਗਾ। ਇਹ ਮਨ ਨਿਸ਼ਚਲ ਹਿਰਦੈ ਵਸੀਲੇ। ਹਿਰਦਾ ਕੀ ਹੈਗਾ ਭਾਈ? ਹਿਰਦਾ ਹੈਗਾ ਜਿੱਥੇ ਆਪਣੇ ਮਾਇਆ ਵਸੀ ਹੋਈ ਹੈ, ਜਿੱਥੇ ਆਪਣੀ ਮਾਇਆ ਵਸੀ ਹੋਈ ਹੈ। ਇਹ ਮਨ ਨਿਸ਼ਚਲ ਹਿਰਦੈ ਵਸੀਲੇ, ਉੱਥੇ ਮਾਇਆ ਹੈ, ਵਿਚਾਰ ਚੱਲ ਰਹੇ, ਰਿਪਲੇਸ ਹੋਣਗੇ, ਮਨ ਨਿਸ਼ਚਲ ਹੋ ਜਾਏਗਾ, ਟਿਕ ਜਾਏਗਾ ਮਨ। ਗੁਰਮੁਖੇ ਮੂਲ ਪਛਾਣ ਰਹੇ, ਗੁਰੂ ਦੇ ਰਾਹੀਂ ਮੂਲ ਨੂੰ ਪਛਾਣ ਲਏਗਾ ਇਨਸਾਨ। ਨਾਭਿ ਪਵਨ ਘਰਿ ਆਸਣ ਬੈਸੈ, ਗੁਰਮੁਖੇ ਖੋਜਤ ਤਤ ਲਹੈ। ਔਰ ਦੇਖ ਲਓ, ਕਦੀ ਵੀ ਕਰਕੇ ਦੇਖ ਲੈਣਾ ਪ੍ਰੈਕਟੀਕਲ, ਜਦ ਤੁਹਾਡੀ ਆਪਣੀ ਸੁਰਤ ਜਿਹੜੀ ਹੈਗੀ ਆ ਟਿਕ ਜਾਂਦੀ ਹੈ, ਵਿਚਾਰ ਬੰਦ ਹੋ ਜਾਂਦੇ ਆ, ਤੇ ਸਵਾਸ ਜਾ ਕੇ ਨਾਭੀ ਦੇ ਵਿੱਚ ਟਿਕਣੇ ਆ। ਮੂੰਹ ਤੋਂ ਸਵਾਸ ਸਿੱਧਾ ਨਾਭੀ ਦੇ ਵਿੱਚ ਜਾਏਗਾ। ਨਾਭਿ ਪਵਨ ਘਰਿ ਆਸਣ ਬੈਸੈ, ਗੁਰਮੁਖੇ ਖੋਜਤ ਤਤ ਲਹੈ। ਗੁਰੂ ਦੇ ਰਾਹੀਂ ਆ ਭੇਤ, ਆ ਤੱਤ ਵਸਤੂ ਲੈ ਲੈ ਭਾਈ, ਪ੍ਰੈਕਟੀਕਲ ਕਰ ਲੈ। ਨਾਭ ਪਵਨ ਨੇ ਨਾਭੀ ਦੇ ਵਿੱਚ ਟਿਕਣਾ ਹੈ ਜਾ ਕੇ, ਮਨ ਨੇ ਹਿਰਦੇ 'ਚ ਟਿਕਣਾ ਹੈ ਜਾ ਕੇ। ਸੋ ਸ਼ਬਦ ਨਿਰੰਤਰ ਨਿਜ ਕਰ ਆਸੈ ਆਛੈ, ਤਿਰ ਭਵਨ ਜੋਤ ਸੋ ਸ਼ਬਦੇ ਲਹੈ। ਕਹਿੰਦੇ ਉਹ ਸ਼ਬਦ, ਉਹ ਸੁਨ ਸਨਾਟਾ ਨਿਰੰਤਰ ਨਿਜ ਘਰ ਦੇ ਵਿੱਚ ਹੈਗਾ ਭਾਈ। ਨਿਜ ਘਰ ਦੇ ਵਿੱਚ ਸ਼ਬਦ ਹੀ ਹੈ, ਸੁਨ ਹੀ ਹੈ, ਸਨਾਟਾ ਹੀ ਹੈਗਾ, ਉੱਤੇ ਕੋਈ ਵਿਚਾਰ ਨਹੀਂ ਹੈਗਾ। ਤਿਰ ਭਵਨ ਜੋਤ, ਧਰਤ ਪਤਾਲ ਆਕਾਸ਼, ਉਹ ਮਾਲਕ ਪਰਮਾਤਮਾ, ਉਹ ਵੀ ਸੁਨ ਹੀ ਹੈਗਾ। ਸੋ ਸ਼ਬਦੇ ਲਹੈ, ਇਸੇ ਦੇ ਦੁਆਰਾ, ਆਹੀ ਸ਼ਬਦ ਆ, ਇਹੀ ਸੁਣਨਾ, ਇਸੇ ਦੇ ਨਾਲ ਮਾਲਕ ਪਰਮਾਤਮਾ ਦੇ ਵਿੱਚ ਲੀਨ ਹੋਣਾ। ਖਾਵੈ ਦੁਖ ਭੂਖ ਸਾਚੇ ਕੀ, ਸਾਚੇ ਹੀ ਤ੍ਰਿਪਤਾਸ ਰਹੇ। ਦੁੱਖ ਭੁੱਖ ਇਸ ਤਰ੍ਹਾਂ ਜਿਹੜੇ ਹੈਗੇ ਖਾਧੇ ਜਾਂਦੇ ਆ ਭਾਈ। ਜੇ ਪਰਮਾਤਮਾ ਦੀ ਪ੍ਰੇਮ, ਮਾਲਕ ਦੇ ਮਿਲਾਪ ਦੀ, ਮਾਲਕ ਦੀ ਭੁੱਖ ਲੱਗ ਜਾਏ ਭਾਈ, ਸੱਚੇ ਦੀ ਭੁੱਖ ਲੱਗ ਜਾਏ ਤੇ ਤ੍ਰਿਪਤ ਹੋ ਜਾਏਗਾ ਇਨਸਾਨ, ਸਾਰੇ ਦੁੱਖ ਖਾਧੇ ਜਾਣਗੇ। ਖਾਵੇ ਦੁੱਖ ਭੂਖ ਸਾਚੇ ਕੀ, ਸਾਚੇ ਹੀ ਤ੍ਰਿਪਤਾਸ ਰਹੇ। ਐਸੇ ਦੇ ਨਾਲ, ਸੱਚ ਦੇ ਨਾਲ ਤ੍ਰਿਪਤ ਜਾਏਗਾ। ਅਨਹਦ ਬਾਣੀ ਗੁਰਮੁਖੇ ਜਾਣੀ, ਵਿਰਲੋ ਕੋ ਅਰਥਾਵੈ। ਆਇਆ ਭਾਈ ਅਨਹਦ ਬਾਣੀ, ਗੁਰੂ ਦੇ ਰਾਹੀਂ, ਗੁਰੂ ਦੀ ਮੱਤ ਦੇ ਦੁਆਰਾ ਕੋਈ ਵਿਰਲਾ ਜਿਹੜਾ ਹੈਗਾ ਇਹਨੂੰ ਜਾਣਦਾ ਹੈ, ਕੋਈ ਵਿਰਲਾ ਜਿਹੜਾ ਹੈਗਾ ਇਹਨੂੰ ਪ੍ਰੈਕਟੀਕਲ ਕਰਦਾ ਹੈ। ਵਿਰਲੋ ਕੋ ਅਰਥਾਵੈ, ਅਰਥਾਵੈ ਮਤਲਬ ਪ੍ਰੈਕਟੀਕਲ ਕਰਦਾ ਇਹਦੇ। ਅਨਹਦ ਬਾਣੀ ਗੁਰਮੁਖੇ ਜਾਣੀ, ਵਿਰਲੋ ਕੋ ਅਰਥਾਵੈ। ਅਨਹਦ ਬਾਣੀ ਕੀ ਹੈਗੀ? ਸੁਨ, ਸੋ ਸ਼ਬਦ। ਅਨਹਦ ਬਾਣੀ ਗੁਰਮੁਖੇ ਜਾਣੀ, ਵਿਰਲੋ ਕੋ ਅਰਥਾਵੈ। ਨਾਨਕ ਆਖੈ ਸੱਚ ਸੁਭਾਖੈ, ਸੱਚ ਰਪੈ ਰੰਗ ਕਬੂ ਨਾ ਜਾਵੈ। ਮਹਾਰਾਜ ਕਹਿ ਰਹੇ, ਨਾਨਕ ਔਂਕੜ ਲਗਾ ਕੇ ਕਹਿ ਰਹੇ, ਸਰਟੀਫਿਕੇਟ ਦੇ ਕੇ ਕਹਿ ਰਹੇ। ਪਾਰਟੀਕੂਲਰ ਗੁਰੂ ਨਾਨਕ ਸਾਹਿਬ ਕਹਿੰਦੇ ਆਇਆ ਸੱਚ, ਆਇਆ ਸੁਭਾਖਿਆ, ਜਿਹਦਾ ਇਹਦੇ ਵਿੱਚ ਰੱਪਿਆ ਗਿਆ, ਰੰਗਿਆ ਗਿਆ। ਰੱਪੈ ਦਾ ਮਤਲਬ ਵੀ ਰੰਗ ਹੀ ਹੁੰਦਾ ਹੈ। ਸੱਚ ਰਪੈ ਰੰਗ ਕਬੂ ਨਾ ਜਾਵੇ, ਕਹਿੰਦੇ ਪੱਕਾ ਰੰਗ ਕਦੀ ਨਹੀਂ ਜਾਏਗਾ। ਅਗਲਾ ਫਿਰ ਕੁਐਸਚਨ ਆ ਗਿਆ, ਆਪਾਂ ਪੂਰਾ ਹੀ ਕਰ ਲਵਾਂਗੇ, ਥੋੜਾ ਜਿਹਾ ਸਮਾਂ ਜ਼ਿਆਦਾ ਹੋ ਜਾਏਗਾ। ਇਹ 70 ਤੱਕ ਹੈਗੇ, 65 ਤੱਕ ਆਪਾਂ ਆ ਗਏ। ਜਾਂ ਇਹ ਹਿਰਦਾ ਦੇਹ ਨਾ ਹੋਤੀ ਤਾਂ ਮਨ ਕੈਠੇ ਰਹਿਤਾ। ਅਗਲਾ ਕੁਐਸਚਨ ਆ ਗਿਆ, ਕਹਿੰਦੇ ਜਦ ਇਹ ਹਿਰਦਾ ਹੀ ਨਹੀਂ ਸੀਗਾ, ਇਹ ਸਰੀਰ, ਇਹ ਦੇਹ ਵੀ ਨਹੀਂ ਸੀਗੀ ਭਾਈ, ਫਿਰ ਮਨ ਕਿੱਥੇ ਰਹਿੰਦਾ ਸੀਗਾ? ਇਹ ਜੀਉ ਕਿੱਥੇ ਰਹਿੰਦਾ ਸੀਗਾ? ਨਾਭ ਕਮਲ ਅਸਥੰਭ ਨਾ ਹੋਤੇ ਤਾਂ ਪਵਨ ਕਵਨ ਕਰੇ ਸਹਿਤਾ। ਕਹਿੰਦੇ ਨਾਭ ਹੀ ਨਹੀਂ ਸੀ, ਨਾਭ ਦੇ ਵਿੱਚ ਜਾ ਕੇ ਕਹਿੰਦੇ ਤੁਸੀਂ ਸਵਾਸ ਟਿਕ ਜਾਂਦੇ ਜਾ ਕੇ, ਤੇ ਇਹ ਅਸਥੰਭ ਹੀ ਨਹੀਂ ਸੀਗਾ, ਤੇ ਫਿਰ ਪਵਨ ਸਵਾਸ ਕਿੱਥੇ ਰਹਿੰਦੇ? ਉਹਦਾ ਘਰ ਕੀ ਸੀਗਾ ਭਾਈ? रूप ना हो तो रेख ना हो रूप ना हो तो रेख ना काई ਤਾਂ ਸ਼ਬਦੇ ਕਹਾਂ ਲਿਵਲਾਈ। ਕਹਿੰਦੇ ਕੋਈ ਰੂਪ ਨਹੀਂ ਹੈ, ਰੇਖ ਨਹੀਂ ਹੈ, ਕੋਈ ਆਕਾਰ ਹੀ ਨਹੀਂ ਹੈ, ਕੋਈ ਮਾਇਆ ਹੀ ਨਹੀਂ ਹੈਗੀ,
ਤੇ ਸ਼ਬਦ ਦੇ ਦੁਆਰਾ ਕਿੱਥੇ ਲਿਵ ਲਾਉਣੀ ਹੈ, ਕਿਹਦੇ ਨਾਲ ਲਿਵ ਲਾਉਣੀ ਹੈ? ਫਿਰ ਜੀਵ ਜਿਹੜਾ ਹੈਗਾ ਇਹ ਜਿਹੜੀ ਆਤਮਾ ਹੈਗੀ, ਇਹ ਮਨ ਜਿਹੜਾ ਹੈਗਾ ਤੇ ਕਿੱਥੇ ਆ ਭਾਈ? ਫਿਰ ਇਹ ਰਕਤ ਬਿੰਦ ਕੀ ਮੜੀ ਨਾ ਹੋਤੀ ਮਿੱਤ ਕੀਮਤ ਨਹੀਂ ਪਾਈ। ਕਹਿੰਦੇ ਆ ਰਕਤ ਬਿੰਦ ਜਿਹੜਾ ਹੈ ਬੀਰਜ ਦੀ ਤੇ ਮਾਂ ਦੇ ਰਕਤ ਦੀ ਜਿਹੜੀ ਹੈ ਸਰੀਰ ਹੀ ਨਹੀਂ ਸੀਗਾ, ਤੇ ਫਿਰ ਮਿੱਤ ਕੀਮਤ ਨਹੀਂ ਪਾਈ। ਕਿਵੇਂ ਮਿੱਤ ਕੀਮਤ ਕਿਵੇਂ ਪਾਈ ਜਾ ਸਕਦੀ ਇਹਦੀ? ਵਰਨ ਭੇਖ ਅਸਰੂਪ ਨਾ ਹੋ ਜਾਪੀ ਕਿਉਂ ਕਰ ਜਾਪਸ ਸਾਚਾ। ਕੋਈ ਵਰਨ ਨਹੀਂ ਹੈ, ਕੋਈ ਭੇਖ ਨਹੀਂ ਆ ਉਹ ਮਾਲਕ ਪਰਮਾਤਮਾ ਦਾ, ਕੋਈ ਉਹਦਾ ਅਸਰੂਪ ਨਿਜ ਰੂਪ ਖਾਸ ਰੂਪ ਨਹੀਂ ਜਾਪਦਾ। ਕਹਿੰਦੇ ਕੋਈ ਪਤਾ ਨਹੀਂ ਲੱਗਦਾ ਮਾਲਕ ਹੈ ਕੀ। ਕਿਉਂ ਕਰ ਜਾਪੋ ਸਾਚਾ, ਕਿਵੇਂ ਜਿਹੜਾ ਹੈ ਉਹ ਸੱਚਾ ਮਾਲਕ ਪਰਮਾਤਮਾ ਉਹਦਾ ਪਤਾ ਲੱਗੇ ਪਾਏ। ਨਾਨਕ ਨਾਮ ਰਤੇ ਬੈਰਾਗੀ ਇਵ ਤਬ ਸਾਚੋ ਸਾਚਾ। ਕਹਿੰਦੇ ਨਾਮ ਧਿਆਨ ਸਿਮਰਨ ਦੁਆਰਾ ਹੀ ਪਤਾ ਲੱਗ ਸਕਦਾ ਹੈ ਪਾਏ। ਇਹਦੇ ਨਾਲ ਹੀ ਬੈਰਾਗੀ ਜਿਹੜੇ ਹੈਗੇ ਧਿਆਨ ਸਿਮਰਨ ਦੇ ਵਿੱਚ, ਇਹ ਸੁਣਨ ਦੇ ਵਿੱਚ ਜਿਹੜੇ ਬੈਠਦੇ ਆ, ਉਹੀ ਜਿਹੜੇ ਹੈਗੇ ਆ ਇਬ ਤਬ ਸਾਚੋ ਸਾਚਾ। ਉਹ ਮਾਲਕ ਪਰਮਾਤਮਾ ਹੁਣ ਵੀ ਤੇ ਗਾਹਾਂ ਵੀ ਉਹ ਸੁਣਨੀ ਹੈਗਾ, ਉਹ ਸੱਚ ਹੀ ਹੈਗਾ। ਹੁਣ ਹਿਰਦਾ ਦੇ ਵਾਲੀ ਗੱਲ ਉਹਦਾ ਜਵਾਬ ਆ ਰਿਹਾ ਹੈ। ਹਿਰਦਾ ਦੇ ਨਾ ਹੋਤੀ ਔਦੂ ਤਉ ਮਨ ਸੁੰਨ ਰਹਿ ਬੈਰਾਗੀ। ਕਹਿੰਦੇ ਇਹ ਵੀ ਸੁਣਨੀ ਸੀਗਾ ਫਿਰ ਜਦ ਸਰੀਰ ਨਹੀਂ ਸੀਗਾ। ਇਹ ਕਿਹਦੇ ਵਿੱਚ ਕਿਹੜੇ ਕਾਲ ਨੇ ਖਾਧਾ ਹੋਇਆ ਸੀ ਇਹਨੂੰ, ਕਿਹਨੇ ਫਸਿਆ? ਮਾਲਕ ਪਰਮਾਤਮਾ ਦੇ ਸੁਣ ਦੇ ਵਿੱਚ ਹੀ ਸੀਗਾ ਇਹ ਵੀ। ਹਿਰਦਾ ਦੇ ਨਾ ਹੋਤੀ ਔਦੂ ਤਉ ਮਨ ਸੁੰਨ ਰਹਿ ਬੈਰਾਗੀ। ਮਾਲਕ ਦੇ ਨਾਲ ਹੀ ਸੀਗਾ ਭਾਈ ਇਹ ਬੈਰਾਗੀ ਜੋਗੀ। ਨਾਭ ਕਮਲ ਅਸਥੰਭ ਨਾ ਹੋ ਤੋ ਤਾਂ ਨਿਜ ਕਰ ਵਸਤੋ ਪਵਨ ਅਨੁਰਾਗੀ। ਕਹਿੰਦੇ ਨਾਭ ਕਮਲ ਅਸਥੰਭ ਨਹੀਂ ਸੀਗੇ, ਕੋਈ ਨਾਭੀ, ਕੋਈ ਸਰੀਰ ਹੀ ਨਹੀਂ ਹੈ, ਤੇ ਫਿਰ ਹਵਾ, ਪਵਨ, ਪ੍ਰਾਣ ਇਹ ਵੀ ਕਹਿੰਦੇ ਨਿਜ ਘਰ 'ਚ ਹੀ ਹੈ, ਮਾਲਕ ਪਰਮਾਤਮਾ ਦੇ ਨਾਲ ਹੀ ਸੀਗਾ। ਨਿਜ ਘਰ ਮਾਲਕ ਪਰਮਾਤਮਾ ਦਾ ਘਰ ਮਾਲਕ ਦੇ ਨਾਲ ਹੀ ਸੀਗਾ। ਮਨ ਵੀ ਮਾਲਕ ਦੇ ਨਾਲ ਹੀ ਸੀਗਾ, ਸੁਣਨ ਦੇ ਨਾਲ। ਰੂਪ ਨਾ ਰੇਖਿਆ ਜਾਤ ਨਾ ਹੋਤੀ ਤਾਂ ਅਕਲੀਨ ਰਹਿਤੋ ਸ਼ਬਦ ਸੋ ਸਾਰ। ਕਹਿੰਦੇ ਜਿਹਦਾ ਰੂਪ ਨਹੀਂ ਹੈ, ਰੇਖਿਆ ਨਹੀਂ, ਜਾਤ ਨਹੀਂ ਹੈ, ਪਾਤ ਨਹੀਂ ਹੈ, ਕੋਈ ਕੁੱਲ ਨਹੀਂ ਹੈ, ਉਹ ਮਾਲਕ ਪਰਮਾਤਮਾ ਉਹ ਜਿਹੜਾ ਹੈਗਾ ਅਕਲੀਨ ਰਹਿਤੋ ਸ਼ਬਦ ਸੋ ਸਾਰ। ਉਹ ਸੁਣਨ ਦੇ ਵਿੱਚ, ਸੁਣ ਦਾ ਮਾਲਕ ਉਹ ਕੱਲਮ ਕੱਲਾ ਸੁਣ ਦੇ ਵਿੱਚ ਹੀ ਰਹਿੰਦਾ ਸੀਗਾ ਭਾਈ। रूप न रेख्या जात न होती तो अकुलीन रहतो शब्द सो सार। गौन गगन तब जब तबे ना हो तो तिरपवन ज्योति आपे निरंकार। कहते आ गौण आवागौण आ गगन आकाश ये पंज तत्त ये रचना नहीं सीगी। जब तबे ना हो तो जद नहीं सीगा उदों की सीगा, कित्थे सी, कौन सीगा? तिरपवन ज्योत आपे निरंकार। ਕਹਿੰਦੇ ਧਰਤ ਪਤਾਲ ਆਕਾਸ਼ ਦੇ ਵਿੱਚ ਉਹੀ ਜੋਤ ਹੈ, ਉਹੀ ਨਿਰੰਕਾਰ ਆਪੇ ਕਲਮ ਕੱਲਾ ਸੀਗਾ। ਉਹ ਵਰਣ ਭੇਖ ਅਸਰੂਪ ਸੋ ਏਕੋ ਸ਼ਬਦ ਵਿਡਾਣੀ। ਉਹ ਮਾਲਕ ਪਰਮਾਤਮਾ ਉਹਦਾ ਵਰਣ ਭੇਖ ਨਿਜ ਰੂਪ ਅਸਰੂਪ ਇੱਕੋ ਹੀ ਹੈਗਾ ਭਾਈ, ਇੱਕੋ ਹੀ ਹੈਗਾ। ਏਕੋ ਸ਼ਬਦ ਵਿਡਾਣੀ, ਉਹ ਸ਼ਬਦ ਆ ਸੁਣ ਸਨਾਟੇ ਵਾਲਾ, ਇਹ ਚੋਜ ਵਰਤਾਉਣ ਵਾਲਾ, ਆਸ਼ਚਰਜ ਚਕਿਤ ਖੇਡ ਬਣਾਉਣ ਵਾਲਾ, ਉਹ ਕਲਮ ਕੱਲਾ ਮਾਲਕ ਪਰਮਾਤਮਾ ਉਹੀ ਇੱਕੋ ਹੀ ਹੈਗਾ। ਸਾਚ ਬਿਨਾ ਸੂਚਾ ਕੋ ਨਾਹੀ ਨਾਨਕ ਅਕਥ ਕਹਾਣੀ। ਉਸ ਸੱਚ ਤੋਂ ਬਗੈਰ ਕੋਈ ਵੀ ਸੁੱਚਾ ਨਹੀਂ ਹੈਗਾ, ਕੋਈ ਵੀ ਸੁੱਚਾ ਨਹੀਂ ਹੈਗਾ। ਸੁਣਨ ਦੇ ਵਿੱਚ ਬੈਠੇ ਬਗੈਰ, ਇਹ ਜਿਹੜਾ ਹੈਗਾ ਉੱਥੇ ਬੈਠਕ ਕੀਤੇ ਬਗੈਰ, ਵਿਚਾਰ ਮੰਡਲ ਕ੍ਰਾਸ ਕੀਤੇ ਬਗੈਰ ਕੋਈ ਵੀ ਸੁੱਚਾ ਨਹੀਂ ਹੈਗਾ। ਸਾਚ ਬਿਨਾ ਸੂਚਾ ਕੋ ਨਾਹੀ ਨਾਨਕ ਅਕਥ ਕਹਾਣੀ। ਆ ਅਕਥ ਕਹਾਣੀ ਹੈ ਭਾਈ। ਕਿਤ ਕਿਤ ਵਿਧ ਜਗ ਉਪਜੈ ਪੁਰਖਾ, ਕਿਤ ਕਿਤ ਦੁੱਖ ਬਿਨ ਸਜਾਈ। ਕਹਿੰਦੇ ਭਾਈ ਪੁਰਖਾ, ਹੁਣ ਕਹਿੰਦੇ ਹੈ ਪੁਰਖਾ ਗੁਰੂ ਨਾਨਕ ਸਾਹਿਬ ਨੂੰ ਕਹਿ ਰਹੇ ਭਾਈ ਬਾਲੇ ਤੋਂ ਸ਼ੁਰੂ ਕੀਤਾ ਸੀ ਉਹਨਾਂ ਨੇ, ਹੁਣ ਪੁਰਖੇ ਤੱਕ ਆ ਗਏ। ਕਹਿੰਦੇ ਪੁਰਖਾ ਬਹੁਤ ਰਿਸਪੈਕਟਡ ਵਰਡ ਬੋਲ ਰਹੇ ਹੁਣ। ਕਹਿੰਦੇ ਕਿਸ ਤਰੀਕੇ ਦੇ ਨਾਲ ਇਹ ਸੰਸਾਰ ਪੈਦਾ ਹੁੰਦਾ ਹੈ, ਫਿਰ ਕਿਉਂ ਬਿਨਸ ਜਾਂਦਾ ਹੈ, ਕਿਹੜੇ ਦੁੱਖ ਦੇ ਕਾਰਨ ਜਿਹੜਾ ਹੈਗਾ ਇਹ ਬਿਨਸ ਜਾਂਦੇ ਆ। ਵੀ ਇਨਸਾਨ ਦੀ ਜੂਨ ਪਾਉਂਦੇ ਆਪਾਂ ਤੇ ਕਿਉਂ ਆਪਾਂ ਗਵਾ ਦਿੰਦੇ ਹਾਂ ਉਹਨੂੰ। ਕਿਤ ਕਿਤ ਵਿਧ ਜਗ ਉਪਜੈ ਪੁਰਖਾ,
ਕਿਤ ਕਿਤ ਦੁਖ ਬਿਨ ਸਜਾਈ। ਹਉਮੈ ਵਿੱਚ ਜਗ ਉਪਜੈ ਪੁਰਖਾ, ਨਾਮ ਵਿਸਰੈ ਦੁਖ ਪਾਈ। ਬਸ ਕਹਿੰਦੇ ਹਉਮੈ ਦੇ ਕਾਰਨ, ਇਹ ਸਰੀਰ ਦੇ ਕਾਰਨ, ਆਕਾਰ ਦੇ ਕਾਰਨ, ਮੈਂ ਦੂਜਾ ਤੀਜਾ, ਇਸ ਦੇ ਕਾਰਨ ਸੰਸਾਰ ਪੈਦਾ ਹੁੰਦਾ ਹੈ। ਇਸ ਦੇ ਕਾਰਨ ਇਨਸਾਨ ਜਿਹੜਾ ਹੈਗਾ ਜਨਮ ਦੇ ਮਰਨ ਦੇ ਗੇੜ 'ਚ ਰਹਿੰਦਾ ਆ, ਨਾਮ ਨੂੰ ਵਿਸਾਰ ਦਿੰਦਾ ਹੈ ਤੇ ਦੁੱਖ ਪਾਉਂਦਾ ਹੈ ਭਾਈ। ਨਾਮ ਨੂੰ, ਇਹ ਸ਼ਬਦ ਨੂੰ, ਇਹ ਸੁਣਨ ਨੂੰ, ਇਹ ਥਿਰ ਕਰ ਬੈਸੋ ਵਾਲਾ, ਇਹਨੂੰ ਵਿਸਾਰ ਦਿੰਦਾ ਹੈ ਤੇ ਦੁਖੀ ਰਹਿੰਦਾ ਹੈ। ਗੁਰਮੁਖੇ ਹੋਵੇ ਸੋ ਗਿਆਨ ਤਤ ਵਿਚਾਰੈ, ਹਉਮੈ ਸ਼ਬਦ ਜਲਾਏ। ਕਹਿੰਦੇ ਜਿਹੜਾ ਵੀ ਗੁਰੂ ਦੇ ਰਾਹੀਂ, ਜਿਹਨੂੰ ਵੀ ਗੁਰੂ ਦੇ ਰਾਹੀਂ ਜਿਹੜਾ ਨਿਕਲਣਾ ਚਾਹੁੰਦਾ ਹੈ, ਗੁਰੂ ਦੇ ਰਾਹੀਂ ਗੁਰਮੁਖ ਹੋਣਾ ਪੈਣਾ ਉਹਨੂੰ। ਗੁਰੂ ਦੇ ਰਾਹੀਂ ਗੁਰੂ ਤੋਂ ਮੱਤ ਲੈਣੀ ਪਊਗੀ ਭਾਈ, ਗਿਆਨ ਲੈਣਾ ਪਊਗਾ। ਗੁਰਮੁਖ ਹੋਵੇ ਸੋ ਗਿਆਨ ਤਤ ਵਿਚਾਰੈ, ਵਿਚਾਰਨਾ ਪੈਣਾ ਹੈ। ਤਤ ਵਸਤੂ ਕੀ ਕਹਿ ਰਿਹਾ ਗਿਆਨ? ਕੀ ਹੈ ਇਹਦੇ ਗਿਆਨ ਦੇ ਵਿੱਚ? ਤਤ ਵਸਤੂ ਕੀ ਹੈ ਮੇਰੇ ਵਾਸਤੇ? ਕਿਰਿਆਤਮਕ ਸੇਧ ਕੀ ਹੈ? ਮੈਨੂੰ ਕੀ ਕਰਨਾ ਹੈ? ਹਉਮੈ ਸ਼ਬਦ ਜਲਾਏ। ਹਉਮੈ ਨੂੰ, ਆਪਣੀ ਮੈਂ ਮੇਰੀ ਨੂੰ, ਆਪਣੇ ਸਰੀਰ ਨੂੰ, ਆਪਣੀ ਹਸਤੀ ਨੂੰ, ਇਹ ਝੂਠ ਫਾਲਸ ਹੈਗਾ, ਇਹਨੂੰ ਸ਼ਬਦ ਦੇ ਦੁਆਰਾ ਜਿਹੜਾ ਹੈਗਾ ਇਹ ਇਸ ਦੀਆਂ ਤਰੰਗਾਂ ਤੋਂ ਉੱਪਰ ਆ ਜਾਏ। ਆਇਆ ਹਉਮੈ ਸ਼ਬਦ ਜਲਾਏ। ਤਨ ਮਨ ਨਿਰਮਲ, ਨਿਰਮਲ ਬਾਣੀ ਸਾਚੈ ਰਹੇ ਸਮਾਏ। ਤਨ ਔਰ ਮਨ ਦੋਨੋਂ ਨਿਰਮਲ ਹੋ ਜਾਣਗੇ। ਜਿਹੜਾ ਸੁਣਨ 'ਚ ਬੈਠ ਗਿਆ, ਤਨ ਔਰ ਮਨ ਦੋਨੋਂ ਨਿਰਮਲ ਹੋ ਗਿਆ ਉਹਦੇ। ਨਿਰਮਲ ਬਾਣੀ, ਕਿਉਂਕਿ ਉਹਨੂੰ ਜੋ ਸਵਾਦ ਉੱਥੇ ਆ ਗਿਆ ਦੁਨੀਆ ਦੇ ਵਿੱਚ ਹੈ ਨਹੀਂ ਗਾ ਉਹ। ਤਨ ਮਨ ਨਿਰਮਲ, ਨਿਰਮਲ ਬਾਣੀ ਆਇਆ, ਨਿਰਮਲ ਬਾਣੀ ਪਾਈ। ਇਸ ਤਰ੍ਹਾਂ ਨਿਰਮਲ ਹੋ ਸਕਦੇ ਹਾਂ ਸੁਣਨ ਦਾ ਸ਼ਬਦ। ਸੱਚ ਰਹੇ ਸਮਾਏ, ਉਹ ਸੱਚ ਦੇ ਵਿੱਚ, ਸੁਣਨ ਦੇ ਵਿੱਚ ਸਮਾਇਆ ਰਹਿੰਦਾ ਹੈ। ਨਾਮੇ ਨਾਮ ਰਹੇ ਬੈਰਾਗੀ, ਸਾਚ ਰੱਖਿਆ ਔਰ ਧਾਰੈ। ਇਸ ਤਰ੍ਹਾਂ ਨਾਮ ਦੇ ਨਾਲ ਹੀ, ਨਾਮ ਦੇ ਵਿੱਚ ਹੀ ਬੈਰਾਗ, ਮਾਲਕ ਪਰਮਾਤਮਾ ਦੇ ਨਾਲ ਸੱਚ ਉਹਨੇ ਆਪਣੇ ਉਰ ਦੇ ਵਿੱਚ ਧਾਰ ਲਿਆ। ਦੁਨੀਆ ਤੋਂ ਉਪਰਾਮਤਾ ਆ ਜਾਏਗੀ। ਦੁਨੀਆ ਦੇ ਵਿੱਚ ਰਹਿੰਦੇ ਹੋਏ, ਰਸਾਂ ਕਸਾਂ ਦੇ ਵਿੱਚ ਰਹਿੰਦੇ ਹੋਏ ਮਨ ਉੱਪਰ ਰਹੇਗਾ। ਨਾਨਕ ਬਿਨ ਨਾਵੇਂ ਜੋਗ ਨ, ਜੋ ਕਦੇ ਨਾ ਹੋਵੇ ਦੇਖੋ ਹਿਰਦੇ ਵਿਚਾਰੇ। ਕਹਿੰਦੇ ਭਾਈ ਸਿੱਧੋ, ਨਾਮ ਤੋਂ ਬਗੈਰ ਜੋਗ ਕਦੇ ਵੀ ਨਹੀਂ ਹੋ ਸਕਦਾ। ਪਰਮਾਤਮਾ ਦੇ ਨਾਲ ਜੋਗ ਕਰਨਾ ਹੈ ਤੇ ਸੁਣਨ ਦੇ ਵਿੱਚ ਜਾਣਾ ਪਊਗਾ। ਇੱਧਰੋਂ ਵਿਜੋਗ ਕਰਨਾ ਪਊਗਾ। ਸੁਣਨ ਦੇ ਵਿੱਚ ਵਿਚਾਰ ਬੰਦ ਕਰਨੇ ਕੀ ਆ? ਇੱਧਰੋਂ ਵਿਜੋਗ। ਵਿਚਾਰ ਕੀ ਕਰ ਰਿਹਾ? ਇੱਧਰ ਜੋੜ ਰਿਹਾ ਭਾਈ। ਇਹ ਜੋੜਿਆ ਵਿਚਾਰਾਂ ਦੇ ਨਾਲ ਸੰਸਾਰ ਦੇ ਵਿੱਚ। ਇੱਧਰੋਂ ਜੋੜਾਂਗੇ ਤੇ ਉੱਧਰ ਪਰਮਾਤਮਾ ਦਾ ਕੀ ਪਾਉਣਾ ਹੈ? ਇੱਧਰੋਂ ਪੁੱਟਣਾ ਤੇ ਉੱਧਰ ਲਾਉਣਾ ਹੈ ਭਾਈ। ਨਾਨਕ ਬਿਨ ਨਾਵੇਂ ਜੋਗ ਕਦੇ ਨਾ ਹੋਵੇ ਦੇਖੋ ਹਿਰਦੇ ਵਿਚਾਰੇ। ਕਹਿੰਦੇ ਵਿਚਾਰ ਕਰਕੇ ਦੇਖ ਲਓ ਭਾਈ, ਆਪਣੇ ਟਾਈਮ ਲਓ, ਟਾਈਮ ਲੈ ਕੇ ਵਿਚਾਰ ਲਓ ਇਸ ਗੱਲ ਨੂੰ। ਗੁਰਮੁਖੇ ਸਾਚ ਸ਼ਬਦ ਵਿਚਾਰੇ ਕੋਏ। ਕਹਿੰਦੇ ਗੁਰੂ ਦੇ ਰਾਹੀਂ ਇਹ ਸੱਚ, ਇਹ ਸ਼ਬਦ, ਇਹਦੀ ਵਿਚਾਰ ਕੋਈ ਟਾਮਾ ਲੈਂਦਾ ਹੈ ਭਾਈ। ਬਾਕੀ ਜਿਹੜੇ ਹੈਗੇ ਸਾਰੇ ਜਿਹੜੇ ਹੈਗੇ ਬਸ ਪੜ੍ਹਨ ਤੇ, ਜੇ ਵਿਚਾਰ ਤੇ ਬਸ ਲੈ ਲਿਆ ਛੱਡਤਾ, ਉਹਨੇ ਆਪਣੇ ਉੱਤੇ ਨਹੀਂ ਲੈਣਾ, ਆਪਣੇ ਇੰਪਲੀਮੈਂਟ ਨਹੀਂ ਕਰਨਾ, ਉਹਦਾ ਪ੍ਰੈਕਟੀਕਲ ਨਹੀਂ ਕਰਨਾ। ਗੁਰਮੁਖੇ ਸਾਚ ਸ਼ਬਦ ਵਿਚਾਰੇ ਕੋਏ, ਗੁਰਮੁਖੇ ਸੱਚ ਬਾਣੀ ਪ੍ਰਗਟ ਹੋਏ। ਜਿਹਨੇ ਵਿਚਾਰ ਲਿਆ, ਉਹਨੇ ਧਿਆਨ ਸਿਮਰਨ ਸ਼ੁਰੂ ਕਰਤਾ, ਉਹਨੂੰ ਸੁਣਨ ਦੀ ਬਾਣੀ ਪ੍ਰਗਟ ਹੋ ਜਾਏਗੀ ਉਹਦੇ ਅੰਦਰ, ਸੱਚ ਬਾਣੀ ਪ੍ਰਗਟ ਹੋ ਜਾਏਗੀ ਉਹਦੇ ਅੰਦਰ। ਇੱਥੇ ਗੁਰਮੁਖੇ ਸੱਚ ਬਾਣੀ ਪ੍ਰਗਟ ਹੋਏ। ਜੇ ਆ ਬਾਣੀ ਇਹਨੂੰ ਕਹਿ ਰਹੇ ਆ ਬਈ ਇਹ ਬਾਣੀ ਪ੍ਰਗਟ ਹੋ ਜਾਏਗੀ, ਇਹ ਤਾਂ ਆਲਰੇਡੀ ਪ੍ਰਗਟ ਆ। ਫਿਰ ਗੁਰੂ ਦੇ ਰਾਹੀਂ ਇਸ ਬਾਣੀ ਦੇ ਨਾਲ ਕੀ ਪ੍ਰਗਟ ਕਰਨਾ ਹੈ ਆਪਾਂ ਨੇ? ਇਹ ਤਾਂ ਗੁਰੂ ਦੀ ਮੱਤ ਹੈਗੀ ਆ। ਗੁਰਮੁਖੇ ਗੁਰੂ ਦੀ ਮੱਤ ਦੇ ਦੁਆਰਾ ਜਿਹੜਾ ਲਊਗਾ ਗੁਰੂ ਦੀ ਮੱਤ ਨੂੰ, ਸੱਚ ਬਾਣੀ ਪ੍ਰਗਟ ਹੋਏ, ਉਹਦੇ ਅੰਦਰ ਪ੍ਰਗਟ ਹੋਏਗੀ ਉਹ ਸੁਣਨ ਵਾਲੀ ਬਾਣੀ। ਗੁਰਮੁਖੇ ਮਨ ਭੀਜੈ ਵਿਰਲਾ ਬੂਝੈ ਕੋਏ। ਇਸ ਤਰ੍ਹਾਂ ਆਇਆ ਪਾਏ ਗੁਰੂ ਦੇ ਰਾਹੀਂ, ਇਹ ਬ੍ਰਹਮ ਗਿਆਨ ਦੇ ਰਾਹੀਂ ਮਨ ਭਿੱਜਦਾ ਹੈ। ਕੋਈ ਵਿਰਲਾ ਇਸ ਗੱਲ ਨੂੰ ਸਮਝਦਾ ਹੈ, ਬੁੱਝਦਾ ਹੈ, ਇਹ ਬਾਣੀ ਨੂੰ ਬੁੱਝਦਾ ਹੈ। ਵਿਰਲਾ ਕੋਈ ਬੁੱਝਦਾ ਹੈ ਗੁਰੂ ਦੀ ਮੱਤ ਨੂੰ। ਗੁਰਮੁਖ ਨਿਜ ਕਰ ਵਾਸਾ ਹੋਏ, ਗੁਰੂ ਦੇ ਰਾਹੀਂ ਨਿਜ ਕਰ ਵਾਸਾ ਹੁੰਦਾ ਹੈ। ਧਿਆਨ ਸਿਮਰਨ ਦੇ ਦੁਆਰਾ, ਸੁਣਨ ਦੇ ਵਿੱਚ ਬੈਠਣ ਦੇ ਦੁਆਰਾ ਆਇਆ ਗੁਰਮੁਖੇ ਜੋਗੀ ਜੁਗਤ ਪਛਾਣੇ। ਗੁਰੂ ਦੇ ਰਾਹੀਂ ਜੋਗੀ ਜਿਹੜੇ ਜੁੜਨਾ ਚਾਹੁੰਦੇ ਆ, ਜਿਹੜੇ ਰੀਅਲ ਸੀਕਰ ਹੈਗੇ, ਜਿਹੜੇ ਧਿਆਨ ਸਿਮਰਨ ਕਰਨਾ ਚਾਹੁੰਦੇ ਆ,
ਆ ਜੁਗਤੀ ਹੈਗੀ। ਪਛਾਣ ਲੈਣ। ਗੁਰਮੁਖ ਨਾਨਕ ਏਕੋ ਜਾਣੇ। ਗੁਰੂ ਦੇ ਰਾਹੀਂ ਉਹ ਇੱਕ ਪਰਮਾਤਮਾ ਨੂੰ ਜਾਣਿਆ ਜਾਂਦਾ ਹੈ, ਜਾ ਸਕਦਾ ਹੈ। ਬਿਨ ਸਤਿਗੁਰ ਸੇਵੈ ਜੋਗ ਨਾ ਹੋਈ। ਆਪਾਂ ਸੇਵਾ ਤੋਂ ਚੱਲੇ ਸੀਗੇ। ਆਹ ਸੇਵਾ ਆ ਭਾਈ, ਆਹ ਦੱਸਤੀ ਇੰਨੇ ਆਹ ਸਿੱਧਾਂ ਦੇ ਨਾਲ ਗੋਸ਼ਟੀ ਕਰਕੇ ਮਹਾਰਾਜ ਨੇ ਬਿਨ ਸਤਿਗੁਰ ਸੇਵੈ ਜੋਗ ਨਾ ਹੋਈ। ਕਹਿੰਦੇ ਇਸ ਧਿਆਨ ਸਿਮਰਨ ਤੋਂ ਬਗੈਰ, ਸੁਣਨ ਦੇ ਵਿੱਚ ਜਾਏ ਬਗੈਰ, ਵਿਚਾਰ ਆਪਣੇ ਅੰਦਰ ਬੜੇ ਬਗੈਰ ਸੇਵਾ ਨਹੀਂ ਹੁੰਦੀ, ਜੋਗ ਨਹੀਂ ਹੋ ਸਕਦਾ। ਬਿਨ ਸਤਿਗੁਰ ਸੇਵੈ ਜੋਗ ਨਾ ਹੋਈ। ਬਿਨ ਸਤਿਗੁਰ ਭੇਟੇ ਮੁਕਤ ਨਾ ਕੋਈ। ਗੁਰੂ ਨੂੰ ਭੇਟੇ ਬਗੈਰ ਆ ਸੇਵਾ ਨਹੀਂ ਪਤਾ ਲੱਗਦੀ, ਕੋਈ ਵੀ ਮੁਕਤ ਨਹੀਂ ਹੋ ਸਕਦਾ। ਮੁਕਤ ਹੋਣਾ ਹੈ ਵਿਚਾਰਾਂ ਤੋਂ, ਸੰਸਾਰ ਤੋਂ, ਮੈਂ ਤੋਂ, ਸਰੀਰ ਤੋਂ। ਬਿਨ ਸਤਿਗੁਰ ਭੇਟੇ ਨਾਮ ਪਾਇਆ ਨਾ ਜਾਏ। ਗੁਰੂ ਨੂੰ ਭੇਟਣ ਤੋਂ ਬਗੈਰ, ਗੁਰੂ ਦੇ ਗਿਆਨ ਤੋਂ ਬਗੈਰ, ਧਿਆਨ ਸਿਮਰਨ ਦੇ ਬਗੈਰ ਉਹ ਨਾਮ ਪਦਾਰਥ ਅੰਮ੍ਰਿਤ ਰਸ ਨਹੀਂ ਪਾਇਆ ਜਾਂਦਾ। ਬਿਨ ਸਤਿਗੁਰ ਭੇਟੇ ਮਹਾ ਦੁੱਖ ਪਾਏ। ਔਰ ਜਿਹੜਾ ਵੀ ਇਨਸਾਨ ਗੁਰੂ ਦਾ ਗਿਆਨ, ਬ੍ਰਹਮ ਗਿਆਨ, ਇਹ ਧਿਆਨ ਸਿਮਰਨ, ਇਹ ਲਿਵ ਵਾਲਾ ਰਸਤਾ ਇਹ ਪੈਰ ਨਹੀਂ ਚੁੱਕਦਾ ਤੇ ਦੁਨੀਆ ਦੇ ਵਿੱਚ, ਸੰਸਾਰ ਦੇ ਵਿੱਚ ਇਹ ਦੁੱਖ ਹੀ ਦੁੱਖ ਹੈਗੇ ਪਾਏ। ਮਾਇਆ ਜੇਵੜ ਦੁੱਖ ਨਾ ਕੋਈ, ਇਹਦੇ ਵਿੱਚ ਹੀ ਫਸਿਆ ਰਹਿੰਦਾ ਹੈ। ਬਿਨ ਸਤਿਗੁਰ ਭੇਟੇ ਮਹਾ ਗਰਭ ਗੁਬਾਰ। ਬਗੈਰ ਧਿਆਨ ਸਿਮਰਨ ਦੇ, ਬਗੈਰ ਗੁਰੂ ਨੂੰ ਭੇਟੇ ਜਿਹੜਾ ਹੈਗਾ ਇਨਸਾਨ ਹਉਮੈ ਟੀਸੀ ਤੇ ਰਹਿੰਦੀ ਹੈ ਪਾਏ। ਔਰ ਮਾਇਆ ਇਹ ਧੁੰਦ, ਇਹ ਗੁਬਾਰ ਚੜਿਆ ਰਹਿੰਦਾ ਹੈ। ਮਾਇਆ ਦਾ ਬੁਖਾਰ ਉਹਨੂੰ ਹਮੇਸ਼ਾ ਚੜਿਆ ਰਹਿੰਦਾ ਹੈ। ਤੀਨੇ ਤਾਪ। ਬਿਨ ਨਾਨਕ ਬਿਨ ਗੁਰ ਮੂਆ ਜਨਮ ਹਾਰ। ਇਸ ਤਰ੍ਹਾਂ ਇਨਸਾਨ ਦੀ ਜੂਨ ਪਾਉਂਦਾ ਹੈ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਚਲੇ ਜਾਂਦਾ ਹੈ ਭਾਈ। ਹਾਰ ਜਾਂਦਾ ਇਨਸਾਨ ਮਨੁੱਖੀ ਜੂਨ ਨੂੰ। ਗੁਰਮੁਖੇ ਮਨ ਜੀਤਾ ਹਉਮੈ ਮਾਰ। ਜਿਹੜਾ ਗੁਰੂ ਦੇ ਅਨੁਸਾਰ ਚੱਲ ਪਿਆ, ਧਿਆਨ ਸਿਮਰਨ ਕਰਨ ਲੱਗ ਪਿਆ, ਮਨ ਨੂੰ ਜਿੱਤ ਲਏਗਾ ਭਾਈ, ਉਹਦੀ ਹਉਮੈ ਮਰ ਜਾਏਗੀ। ਹਉਮੈ ਨੂੰ ਮਾਰ ਲਏਗਾ ਉਹ। ਆਪਾਂ ਨੇ ਕਰਨਾ ਇਹ ਸਾਰਾ ਕੁਛ, ਗੁਰੂ ਦੇ ਦੁਆਰਾ ਕਰਨਾ ਹੈ, ਧਿਆਨ ਸਿਮਰਨ ਦੇ ਦੁਆਰਾ ਕਰਨਾ ਹੈ, ਸੁਣਨ ਦੇ ਵਿੱਚ ਬੈਠਣ ਦੇ ਦੁਆਰਾ ਕਰਨਾ ਹੈ। ਉਹ ਸ਼ਬਦ ਪ੍ਰਗਟ ਹੋਏਗਾ ਤਾਂ ਜਿਹੜਾ ਇਹ ਚੀਜ਼ਾਂ ਹੋਣਗੀਆਂ। ਗੁਰਮੁਖੇ ਸਾਚ ਰੱਖਿਆ ਔਰ ਥਾਰ। ਸ਼ਬਦ ਤਾਂ ਪ੍ਰਗਟ ਹੋਏਗਾ ਜੇ ਆਪਾਂ ਇੱਕ ਰੇਡੀਓ ਦੀ ਇੱਕ ਫ੍ਰੀਕੁਐਂਸੀ ਤੇ ਆ ਜਾਵਾਂਗੇ ਭਾਈ। ਇਹ ਸ਼ੋਰ, ਇਹ ਜਿਹੜਾ ਹੈਗਾ ਸਕੈਟਰਡ ਮਾਈਂਡ ਇੱਕ ਜਗ੍ਹਾ ਤੇ ਆ ਜਾਏਗਾ, ਇੱਕ ਧੁੰਦ ਦੇ ਵਿੱਚ ਆ ਜਾਏਗਾ। ਗੁਰਮੁਖੇ ਮਨ ਜੀਤਾ ਹਉਮੈ ਮਾਰ। ਗੁਰਮੁਖੇ ਸਾਚ ਰੱਖਿਆ ਔਰ ਧਾਰ। ਗੁਰਮੁਖੇ ਜਗ ਜੀਤਾ ਜਮਕਾਲ ਮਾਰ ਵਿਧਾਰ। ਆਇਆ ਪਾਏ ਮਨ ਜੀਤੇ ਜਗ ਜੀਤ। ਗੁਰੂ ਦੇ ਰਾਹੀਂ ਜਗ ਜਿੱਤਿਆ ਜਾਂਦਾ ਹੈ। ਜਗ ਇਨਸਾਨ, ਆਪਾਂ ਨੇ ਜਗ ਨੂੰ ਜਿੱਤਣਾ ਹੈ ਬਈ। ਆਪਾਂ ਨੇ ਆਪਣੇ ਮਨ ਨੂੰ ਜਿਹੜਾ ਹੈਗਾ ਤ੍ਰਿਪਤ ਕਰਾ ਦੇਣਾ ਸੰਸਾਰ ਦੇ ਵਿੱਚੋਂ, ਭੋਗਾਂ ਦੇ ਵਿੱਚੋਂ, ਪਦਾਰਥਾਂ ਦੇ ਵਿੱਚੋਂ। ਆਇਆ ਜਿੱਤਣਾ ਜਗ ਨੂੰ। ਗੁਰਮੁਖੇ ਜਗ ਜੀਤਾ ਜਮਕਾਲ ਮਾਰ ਵਿਦਾਰ। ਜਮਕਾਲ ਨੂੰ ਮਾਰ ਕੇ ਵਿਦਾਰਤਾ, ਚੀਰ ਕਰਤਾ। ਵਿਦਾਰ ਕਰਨਾ ਕਹਿੰਦੇ ਫੜ ਕਰਤਾ। ਜਿਵੇਂ ਸ਼ੇਰ ਜਿਹੜਾ ਹੈਗਾ ਕਿ ਜਾਨਵਰ ਨੂੰ ਵਿਦਾਰ ਦਿੰਦਾ ਹੈ। ਗੁਰਮੁਖੇ ਦਰਗਾਹ ਨਾ ਆਵੇ ਹਾਰ। ਇਸ ਤਰੀਕੇ ਦੇ ਨਾਲ ਪਾਏ ਉਹ ਮਾਲਕ ਦੀ ਦਰਗਾਹ ਤੇ ਪਹੁੰਚ ਜਾਂਦਾ ਹੈ ਔਰ ਵਾਪਸ ਜੂਨਾਂ ਦੇ ਵਿੱਚ ਨਹੀਂ ਭੇਜਦਾ ਉਹਨੂੰ। ਉਹਦੀ ਫਾਈਲ ਕਲੋਜ਼ ਹੋ ਜਾਂਦੀ ਹੈ ਧਰਮਰਾਜ ਦੇ ਕੋਲ। ਗੁਰਮੁਖੇ ਮੇਲ ਮਿਲਾਏ ਸੋ ਜਾਣਾ ਹੈ। ਜਿਹਨੂੰ ਗੁਰੂ ਦੇ ਰਾਹੀਂ, ਜਿਹੜਾ ਪ੍ਰੈਕਟੀਕਲ ਕਰਦਾ ਹੈ, ਜਿਹਨੂੰ ਪਰਮਾਤਮਾ ਮਿਲਾ ਲੈਂਦਾ ਆਪਣੇ ਨਾਲ, ਉਹ ਜਾਣਦਾ ਇਸ ਚੀਜ਼ ਨੂੰ ਭਾਈ। ਗੁਰਮੁਖੇ ਨਾਨਕ ਗੁਰਮੁਖੇ ਸ਼ਬਦ ਪਛਾਣੇ। ਗੁਰਮੁਖ ਸਿਸਟਮ ਦੇ ਵਿੱਚ ਸ਼ਬਦ ਦੇ ਦੁਆਰਾ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਨੂੰ ਪਛਾਣਿਆ ਜਾਂਦਾ ਹੈ। ਜਿਹੜਾ ਪਛਾਣ ਲੈਂਦਾ ਹੈ ਉਹਨੂੰ ਉਹ ਮਾਲਕ ਮਿਲਾ ਦਿੰਦਾ ਹੈ। ਸ਼ਬਦੇ ਕਾ ਨਿਬੇੜਾ ਸੁਣ ਤੂੰ ਔਦੂ। ਬਿਨ ਨਾਮੈ ਜੋਗ ਨਾ ਹੋਈ। ਦੇਖ ਲਾ ਹੇ ਔਦੂ, ਹੇ ਸਾਧਕ, ਹੇ ਸਾਧੂ, ਹੇ ਸੰਤ, ਹੇ ਸਾਧਨਾ ਕਰਨ ਵਾਲਿਆ, ਸ਼ਬਦ ਦੇ ਨਾਲ ਹੀ ਨਿਬੇੜਾ ਹੋਣਾ ਹੈ ਪਿਆਰਿਆ। ਇਹ ਸੁਣਨ ਦੇ ਨਾਲ ਹੀ ਨਿਬੇੜਾ ਹੋਣਾ ਹੈ। ਸੁਣ ਸ਼ਬਦ ਦੇ ਨਾਲ ਹੀ ਨਿਬੇੜਾ ਹੋਣਾ ਹੈ। ਸੁਣ ਲਾ ਬਿਨ ਨਾਮੈ ਜੋਗ ਨਾ ਹੋਏ। ਇਸ ਤੋਂ ਬਗੈਰ, ਇਹ ਨਾਮ ਤੋਂ ਬਗੈਰ ਜੋਗ ਨਹੀਂ ਹੋ ਸਕਦਾ, ਨਹੀਂ ਜੁੜ ਸਕਦਾ ਮਾਲਕ ਦੇ ਨਾਲ। ਇਸ ਤੋਂ ਬਾਅਦ ਮਨ ਨਹੀਂ ਤੇਰਾ ਪੌਣੋਂ ਹਟ ਸਕਦਾ। ਨਾਮੇ ਰਾਤੇ ਅਨਦਿਨ ਮਾਤੇ, ਨਾਮੇ ਤੇ ਸੁਖ ਹੋਈ। ਨਾਮ ਦੇ ਨਾਲ, ਰਤੇ ਜਾਣ ਦੇ ਨਾਲ, ਅਨਦਿਨ ਧਿਆਨ ਸਿਮਰਨ ਦੇ ਨਾਲ ਮੱਤਿਆ ਜਾਂਦਾ ਇਨਸਾਨ ਔਰ ਸੁਖੀ ਹੋ ਜਾਂਦਾ ਹੈ। ਇਸੇ ਦੇ ਨਾਲ ਸੁਖੀ ਹੋ ਜਾਂਦਾ ਹੈ।
ਨਾਮੇ ਹੀ ਤੇ ਸਭ ਪ੍ਰਗਟ ਹੋਵੇ, ਨਾਮੇ ਸੋਝੀ ਪਾਏ। ਇਸ ਨਾਮ ਦੇ ਨਾਲ ਹੀ ਸਾਰਾ ਕੁਝ ਪ੍ਰਗਟ ਹੁੰਦਾ ਹੈ ਪਾਏ। ਸਾਰੀ ਖੇਡ ਜਿਹੜੀ ਹੈ ਇਹ ਆਕਾਰ ਤੋਂ ਨਿਰਾਕਾਰ ਤੱਕ ਦੀ ਖੇਡ ਪ੍ਰਗਟ ਹੋ ਜਾਂਦੀ ਹੈ ਮਾਲਕ ਦੀ। ਨਾਮੇ ਸੋਝੀ ਹੋਈ, ਨਾਮ ਦੇ ਨਾਲ ਹੀ ਸੋਝੀ ਹੁੰਦੀ ਹੈ। ਬਿਨ ਨਾਮੇ ਭੇਖ ਕਰੇ ਬਹੁ ਤੇਰੇ, ਸੱਚੇ ਆਪ ਖੁਆਏ। ਨਾਮ ਤੋਂ ਬਗੈਰ ਹੋਰ ਬਥੇਰੇ ਕਰਮਕਾਂਡ ਹੈਗੇ, ਭੇਖ ਹੈਗੇ, ਵੇਸ਼ ਹੈਗੇ ਆ। ਕਹਿੰਦੇ ਭਾਈ ਬਹੁਤ ਆ ਸੱਚੇ ਨੇ ਮਾਲਕ ਪਰਮਾਤਮਾ ਨੇ ਆਪ ਜਿਹੜੇ ਹੈਗੇ ਇਹ ਸਾਰੇ ਕਰਮਕਾਂਡ ਦੇ ਖੁਆਰੀ ਦੇ ਰਸਤੇ ਬਣਾਏ ਹੋਏ ਆ ਭਟਕਣ ਦੇ ਵਾਸਤੇ, ਕਿਉਂਕਿ ਨਾਮ ਬਹੁਤ ਕੀਮਤੀ ਆ। ਇਸ ਸੰਸਾਰ ਤੋਂ ਬਾਹਰ ਨਿਕਲਣਾ ਜਿਹੜਾ ਹੈਗਾ ਇਹ ਸਭ ਤੋਂ ਬਹੁਤ ਹੀ ਕੀਮਤੀ ਹੈ ਭਾਈ। ਬਿਨ ਨਾਮੈ ਭੇਖ ਕਰੇ ਬਹੁ ਤੇਰੇ, ਸੱਚੇ ਆਪ ਖੁਆਈ ਹੈ ਮਾਲਕ ਪਰਮਾਤਮਾ ਨੇ। ਇਹ ਪ੍ਰੋਵੀਜ਼ਨਸ ਕੀਤੇ ਹੋਏ ਆ ਇਸ ਸਕੈਟਰਿੰਗ ਦੇ। ਸਤਿਗੁਰ ਤੇ ਨਾਮ ਪਾਈਏ ਔਦੂ, ਜੋਗ ਜੁਗਤ ਤਾਂ ਹੋਈ। ਕਹਿੰਦੇ ਨਾਮ ਮਿਲਣਾ ਹੈ ਸਤਿਗੁਰੂ ਤੋਂ ਮਿਲਣਾ ਆ। ਇਹ ਜੋਗੀਆ ਇਹ ਔਦੂ, ਤਾਂ ਜੋਗ ਦੀ ਜੁਗਤੀ ਪਤਾ ਲੱਗੇਗੀ ਗੁਰੂ ਤੋਂ। ਕਰ ਵਿਚਾਰ ਮਨ ਦੇਖੋ ਨਾਨਕ, ਬਿਨ ਨਾਮੈ ਮੁਕਤ ਨਾ ਹੋਏ। ਵਿਚਾਰ ਕਰਕੇ ਦੇਖ ਲਾ ਪਿਆਰਿਆ, ਨਾਮ ਤੋਂ ਬਗੈਰ ਧਿਆਨ ਤੋਂ ਬਗੈਰ, ਇਹ ਸ਼ਬਦ ਤੋਂ ਬਗੈਰ, ਇਹ ਸੁਣਨ ਤੋਂ ਬਗੈਰ ਮੁਕਤੀ ਨਹੀਂ ਹੋ ਸਕਦੀ। ਤੇਰੀ ਗਤ ਵਿੱਚ ਤੂੰ ਹੈ ਜਾਣੇ, ਕਿਆ ਕੋ ਆਖ ਵਖਾਣੇ। ਉਹ ਮਾਲਕਾ ਤੇਰੀ ਉੱਚੀ ਅਵਸਥਾ, ਤੇਰੀ ਮਿਤੀ, ਤੂੰ ਕੀ ਹੈਗਾ ਤੂੰ ਹੀ ਜਾਣਦਾ ਹੈ ਮਾਲਕਾ। ਕੋਈ ਗੱਲਾਂ ਬਾਤਾਂ ਦੇ ਨਾਲ ਬੋਲ ਕੇ ਕੀ ਦੱਸ ਸਕਦਾ ਹੈ। ਤੂੰ ਆਪੇ ਗੁਪਤਾ, ਆਪੇ ਪ੍ਰਗਟ, ਆਪੇ ਸੰਗ ਸਭ ਰੰਗ ਮਾਣੇ। ਤੂੰ ਆਪ ਹੀ ਗੁਪਤ ਹੈਗਾ ਆ, ਆਪ ਹੀ ਸਾਰੇ ਜੀਵਾਂ ਦੇ ਵਿੱਚ ਪ੍ਰਗਟ ਵੀ ਹੈਗਾ ਆ। ਸਾਰੇ ਰੰਗ ਤੂੰ ਆਪ ਹੀ ਮਾਣ ਰਿਹਾ ਆ। ਤੇਰੀ ਅਜੀਬ ਖੇਡ ਆ ਮਾਲਕਾ। ਸਾਧਕ ਸਿੱਧ ਗੁਰੂ ਬਹੁਤ ਚੇਲੇ, ਖੋਜਤ ਫਿਰੇ ਫੁਰਮਾਣੇ। ਤੇਰੇ ਫੁਰਮਾਨ ਦੇ ਅਨੁਸਾਰ ਹੀ ਸਾਧਨਾ ਕਰਨ ਵਾਲੇ ਸਿੱਧ ਲੋਕੀ, ਸਿੱਧਾਂ ਦੇ ਹੋਰ ਗੁਰੂ ਬਥੇਰੇ ਚੇਲੇ ਉਹਨਾਂ ਦੇ ਸਾਰੇ ਖੋਜਦੇ ਫਿਰ ਰਹੇ। ਤੇਰੇ ਹੁਕਮ ਦੇ ਅਨੁਸਾਰ ਹੀ ਸਾਰੀ ਖੇਡ ਚੱਲ ਰਹੀ ਹੈ। ਮੰਗੇ ਨਾਮ ਪਾਏ ਇਹ ਪੀਖਿਆ, ਤੇਰੇ ਦਰਸ਼ਨ ਕੋ ਕੁਰਬਾਨੇ। ਜਿਹੜੇ ਨਾਮ ਮੰਗਦੇ ਆ, ਜਿਹੜੇ ਧਿਆਨ ਮੰਗਦੇ ਆ, ਉਹਨਾਂ ਨੂੰ ਇਹ ਪੀਖਿਆ ਮਿਲ ਜਾਂਦੀ ਹੈ। ਤੇਰੇ ਦਰਸ਼ਨਾਂ ਤੋਂ ਕੁਰਬਾਨ ਆ ਮਾਲਕਾ, ਤੇਰੇ ਦਰਸ਼ਨਾਂ ਤੋਂ ਕੁਰਬਾਨ ਆ ਜਿਨ੍ਹਾਂ ਨੂੰ ਤੇਰੇ ਦਰਸ਼ਨ ਹੋ ਜਾਂਦੇ। ਅਬਨਾਸੀ ਪ੍ਰਭ ਖੇਲ ਰਚਾਇਆ, ਗੁਰਮੁਖ ਸੋਝੀ ਹੋਈ। ਉਸ ਅਬਨਾਸੀ ਮਾਲਕ ਨੇ, ਹਮੇਸ਼ਾ ਰਹਿਣ ਵਾਲੇ ਪਰਮਾਤਮਾ ਨੇ ਇਹ ਸੰਸਾਰ ਸ੍ਰਿਸ਼ਟੀ ਦਾ ਖੇਲ ਬਣਾਇਆ ਹੋਇਆ ਹੈ ਭਾਈ। ਅਬਨਾਸੀ ਪ੍ਰਭ ਖੇਲ ਰਚਾਇਆ, ਗੁਰਮੁਖ ਸੋਝੀ ਹੋਈ। ਗੁਰੂ ਦੇ ਰਾਹੀਂ ਸੋਝੀ ਹੁੰਦੀ ਹੈ ਭਾਈ, ਗਿਆਨ ਦੇ ਰਾਹੀਂ ਸੋਝੀ ਹੁੰਦੀ ਹੈ। ਨਾਨਕ ਸਭ ਜੁਗ ਆਪੇ ਵਰਤੈ, ਦੂਜਾ ਅਵਰ ਨਾ ਕੋਈ। ਕੀ ਸੋਝੀ ਹੁੰਦੀ ਹੈ ਵੀ ਸਾਰੇ ਯੁਗਾਂ ਦੇ ਵਿੱਚ ਉਹ ਮਾਲਕ ਪਰਮਾਤਮਾ ਆਪ ਹੀ ਵਰਤ ਰਿਹਾ ਹੈ। ਸਾਰਿਆਂ ਦੇ ਵਿੱਚ ਹਰ ਜਗ੍ਹਾ 'ਤੇ ਆਪ ਹੀ ਹੈਗਾ ਉਹ ਮਾਲਕ ਪਰਮਾਤਮਾ। ਦੂਸਰੇ ਨਾਮ ਦੀ ਚੀਜ਼ ਕੋਈ ਨਹੀਂ ਹੈਗੀ। ਮਾਲਕ ਤੋਂ ਹੀ ਸਾਰੀ, ਇੱਕ ਤੋਂ ਅਨੇਕਤਾ ਹੈਗੀ, ਅਨੇਕਤਾ ਤੋਂ ਇੱਕ ਹੈਗਾ। ਹਾਂ ਜੀ, ਕੋਸ਼ਿਸ਼ ਕੀਤੀ ਹੈ ਕਿ ਆਪਾਂ ਜਿਹੜੀ ਸੇਵਾ ਜਿਹੜੀ ਹੈਗੀ ਆ ਔਰ ਉਹ ਮਾਲਕ ਪਰਮਾਤਮਾ ਦੇ ਵਿੱਚ ਜਿਹੜਾ ਹੈਗਾ ਕਿਸ ਤਰ੍ਹਾਂ ਕਰਨੀ ਹੈ ਸੇਵਾ, ਇਹਦੇ ਬਾਰੇ ਆਪਾਂ ਨੇ ਗਿਆਨ ਲਿਆ ਹੈ। ਭੁੱਲਾਂ ਚੁੱਕਾਂ ਖਿਮਾ। ਵਾਹਿਗੁਰੂ
ਵਾਹਿਗੁਰੂ।